ਡਾਕਟਰ ਨਰਿੰਦਰ ਕਪੂਰ ਦੀ ਘਟਨਾਵਾਂ 'ਤੇ ਆਧਾਰਿਤ ਪੁਸਤਕ ਹੈ ਖਿੜਕੀਆਂ। ਬ੍ਰਾਜ਼ੀਲ ਵਿੱਚ ਸੰਸਾਰ ਦੇ ਸਭ ਤੋਂ ਪ੍ਰਸਿੱਧ ਅਤੇ ਵੱਡੇ ਫੁੱਟਬਾਲ ਖਿਡਾਰੀ ਪੇਲੇ ਨੂੰ ਇੱਕ ਟ੍ਰੈਫਿਕ ਕੇਸ ਦੇ ਸਬੰਧ ਵਿੱਚ ਅਦਾਲਤ ਵਿੱਚ ਪੇਸ਼ ਹੋਣਾ ਪਿਆ। ਜੱਜ ਨੇ ਜੁਰਮਾਨਾ ਕੀਤਾ, ਪਰ ਪੇਲੇ ਦੱਸ ਚੁੱਕਿਆ ਸੀ ਕਿ ਉਹ ਇੱਕ ਪ੍ਰਸਿੱਧ ਮੈਚ ਲਈ ਲੇਟ ਹੋ ਰਿਹਾ ਸੀ, ਇਸ ਲਈ ਉਹ ਤੋਂ ਲਾਲ ਬੱਤੀ ਦੀ ਉਲੰਘਣਾ ਹੋ ਗਈ ਸੀ। ਮੁਕੱਦਮੇ ਦੀ ਕਾਰਵਾਈ ਦੌਰਾਨ ਜੱਜ ਨੇ ਪੁੱਛਿਆ, ਸੰਸਾਰ ਦਾ ਸਭ ਤੋਂ ਵੱਡਾ ਫੁੱਟਬਾਲਰ ਕੌਣ ਹੈ? ਪੇਲੇ ਨੇ ਕਿਹਾ, ਸੰਸਾਰ ਦਾ ਸਭ ਤੋਂ ਵੱਡਾ ਫੁੱਟਬਾਲਰ ਮੈਂ ਹੀ ਹਾਂ, ਪੇਲੇ। ਅਦਾਲਤ ਵਿੱਚੋਂ ਬਾਹਰ ਆਉਂਦਿਆਂ ਪੇਲੇ ਦੇ ਕੋਚ ਨੇ ਕਿਹਾ, ਤੂੰ ਬੜਾ ਹੰਕਾਰਿਆ ਹੋਇਆ ਹੈ। ਭਾਵੇਂ ਸੱਚ ਹੈ ਕਿ ਤੂੰ ਹੀ ਸੰਸਾਰ ਦਾ ਸਭ ਤੋਂ ਵੱਡਾ ਫੁੱਟਬਾਲਰ ਹੈ, ਪਰ ਇੰਨੀ ਫੜ ਮਾਰਨ ਦੀ ਕੀ ਲੋੜ ਸੀ? ਪੇਲੇ ਨੇ ਕਿਹਾ, ਮੈਂ ਝੂਠ ਕਿਵੇਂ ਬੋਲ ਸਕਦਾ ਸੀ? ਮੈਂ ਸੱਚ ਬੋਲਣ ਦੀ ਸਹੁੰ ਖਾਧੀ ਹੋਈ ਸੀ। ਨੈਕਸਟ, ਪਾਕਿਸਤਾਨ ਦਾ ਇੱਕ ਪ੍ਰਸਿੱਧ ਆਗੂ ਜ਼ੁਲਫਕਾਰ ਅਲੀ ਭੁੱਟੋ ਹਸਨਾ ਨਾਂ ਦੀ ਇੱਕ ਪਠਾਣੀ ਨਾਲ ਇਸ਼ਕ ਕਰਦਾ ਸੀ, ਜਿਹਨੂੰ ਭੁੱਟੋ ਆਪਣੇ ਦੋਸਤ ਦੀ ਕਾਰ 'ਚ ਮਿਲਿਆ ਕਰਦਾ ਸੀ। ਹਸਨਾ ਨੇ ਭੁੱਟੋ ਨੂੰ ਕਿਹਾ, ਮੇਰੇ ਨਾਲ ਨਿਕਾਹ ਕਰਾਓ। ਭੁੱਟੋ ਨੇ ਕਿਹਾ, ਨਿਕਾਹ ਮੈਂ ਕਰਵਾ ਨਹੀਂ ਸਕਦਾ, ਵਿਰੋਧੀ ਪਾਰਟੀਆਂ ਤੇਰੇ ਨਾਲ ਇਸ਼ਕ ਨੂੰ ਉਛਾਲਣਗੀਆਂ। ਅੱਲਾ ਦੀਆਂ ਨਜ਼ਰਾਂ 'ਚ ਮੈਂ ਤੈਨੂੰ ਆਪਣੀ ਬੀਵੀ ਕਬੂਲ ਕਰਦਾ। ਇਹ ਗੱਲ ਭੁੱਟੋ ਨੇ ਹਸਨਾ ਦੇ ਕੁਰਾਨ 'ਤੇ ਲਿਖ ਦਿੱਤੀ। ਕੁਝ ਚਿਰ ਮਗਰੋਂ ਭੁੱਟੋ ਘਬਰਾ ਗਿਆ ਕਿ ਇਹ ਕੁਰਾਨ ਦੁਸ਼ਮਣਾਂ ਦੇ ਹੱਥ ਲੱਗ ਜਾਏਗਾ ਅਤੇ ਅਜਿਹਾ ਹੋਣ ਨਾਲ ਉਹਦੀ ਬੜੀ ਭੰਡੀ ਹੋਏਗੀ। ਭੁੱਟੋ ਨੇ ਚੋਰੀ ਦਾ ਇੰਤਜ਼ਾਮ ਕੀਤਾ। ਹਸਨਾ ਦੇ ਘਰ ਚੋਰੀ ਹੋਈ, ਕੇਵਲ ਕੁਰਾਨ ਚੋਰੀ ਹੋਇਆ। ਹਸਨਾ ਦੇ ਘਰ ਬਾਕੀ ਸਭ ਕੁਝ ਜਿਵੇਂ ਸੀ ਉਵੇਂ ਹੀ ਪਿਆ ਰਿਹਾ। ਨੈਕਸਟ, ਇੱਕ ਵਾਰੀ ਇੱਕ ਛੋਟੇ ਜਿਹੇ ਬੱਚੇ ਨੇ ਵੱਡਿਆਂ ਨਾਲ ਦੌੜ ਕੇ ਰੇਸ ਜਿੱਤ ਲਈ ਸੀ। ਇਨਾਮ ਮਿਲਿਆ, ਮਗਰ ਪੱਤਰਕਾਰਾਂ ਨੇ ਪੁੱਛਿਆ, ਦੌੜ ਕਿਵੇਂ ਜਿੱਤੀ? ਉਹਨੇ ਕਿਹਾ, ਮੈਂ ਜਾਣਦਾ ਸਾਂ ਬਾਕੀ ਸਾਰੇ ਵੱਡੇ ਸਨ ਅਤੇ ਮੈਂ ਉਹਨਾਂ ਸਾਰਿਆਂ ਨਾਲੋਂ ਛੋਟਾ ਸਾਂ। ਮੇਰੀਆਂ ਲੱਤਾਂ ਛੋਟੀਆਂ ਸਨ। ਮੈਂ ਆਪਣੇ ਅਧਿਆਪਕਾਂ ਤੋਂ ਸੁਣਿਆ ਸੀ ਕਿ ਪਰਮਾਤਮਾ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੇ ਹਨ। ਮੈਂ ਅਰਦਾਸ ਕੀਤੀ, ਰੱਬ ਜੀ, ਤੁਸੀਂ ਮੇਰੀਆਂ ਲੱਤਾਂ ਚੁੱਕਦੇ ਜਾਣਾ, ਮੈਂ ਰੱਖਦਾ ਜਾਵਾਂਗਾ। ਸੱਜਾ ਪੈਰ ਮੈਂ ਚੱਲਾਂਗਾ, ਖੱਬਾ ਤੁਸੀਂ ਚੱਲਣਾ। ਮੈਂ ਰੱਬ ਨੂੰ ਹਾਰਨ ਥੋੜ੍ਹਾ ਹੀ ਦੇਣਾ ਸੀ। ਇਹ ਅੱਧਾ ਇਨਾਮ ਮੇਰਾ ਹੈ ਅਤੇ ਅੱਧਾ ਰੱਬ ਦਾ ਹੈ। ਨੈਕਸਟ, ਸੰਤ ਤਿਲੋਪਾ ਇੱਕ ਮਹਾਤਮਾ ਦੇ ਆਸ਼ਰਮ ਵਿੱਚ ਸਵੇਰੇ ਸ਼ਾਮ ਤਿਲ ਕੁੱਟਿਆ ਕਰਦੇ ਸਨ ਅਤੇ ਮਹਾਤਮਾ ਤਿਲਾਂ ਦੇ ਪੇੜੇ ਵੰਡਦੇ ਸਨ। ਇੱਕ ਦਿਨ ਸੰਤ ਤਿਲੋਪਾ ਨੇ ਕੰਧ 'ਤੇ ਮਹਾਤਮਾ ਦਾ ਲਿਖਿਆ ਪੜ੍ਹਿਆ, ਸਾਧਨਾ ਦਾ ਅਰਥ ਹੈ ਮਨ ਦੇ ਸ਼ੀਸ਼ੇ 'ਤੇ ਧੂੜ ਨਾ ਪੈਣ ਦਿਓ। ਜਿਸ ਵੇਲੇ ਵੀ ਧੂੜ ਪਏ ਸ਼ੀਸ਼ਾ ਸਾਫ਼ ਕਰ ਦਿਓ। ਸੰਤ ਤਿਲੋਪਾ ਤਨ ਤੇ ਮਨ ਦੋਹਾਂ ਪੱਖਾਂ ਤੋਂ ਮਹਾਤਮਾ ਨੂੰ ਸਮਰਪਿਤ ਸਨ। ਹੇਠ ਤਿਲੋਪੇ ਨੇ ਲਿਖ ਦਿੱਤਾ, ਕਿਹੜੀ ਧੂੜ? ਕਿਹਾ, ਮਨ। ਜੇ ਮਨ ਹੀ ਨਾ ਰਹੇ ਤਾਂ ਕਿਹੜੇ ਸ਼ੀਸ਼ੇ 'ਤੇ ਧੂੜ ਪਏਗੀ? ਮਹਾਤਮਾ ਨੇ ਸਰੀਰ ਤਿਆਗਣ ਵੇਲੇ ਤਿਲੋਪੇ ਨੂੰ ਬੁਲਾ ਕੇ ਗੱਦੀ ਸੰਭਾਲ ਦਿੱਤੀ। ਸਹਿਜ ਅਰਪਣ, ਸਹਿਜ ਸਵੀਕਾਰ। ਨੈਕਸਟ, ਸ਼ਿਵਾ ਜੀ ਆਪਣੇ ਗੁਰੂ ਸਵਾਮੀ ਰਾਮਦਾਸ ਤੋਂ ਸੰਨਿਆਸ ਦੀ ਦੀਖਿਆ ਲੈਣ ਗਏ, ਪਰ ਸਵਾਮੀ ਜੀ ਨੇ ਇਹ ਕਹਿ ਕੇ ਸੰਨਿਆਸ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਸਮੇਂ ਦੇਸ਼ ਨੂੰ ਇੱਕ ਸੰਨਿਆਸੀ ਦੇ ਨਹੀਂ, ਇੱਕ ਯੋਧੇ ਦੀ ਲੋੜ ਹੈ। ਸਵਾਮੀ ਜੀ ਨੇ ਸ਼ਿਵਾ ਜੀ ਨੂੰ ਇੱਕ ਮੁੱਠੀ ਮਿੱਟੀ ਅਤੇ ਇੱਕ ਮੁੱਠ ਘੋੜੇ ਦੀ ਲਿੱਦ ਅਤੇ ਇੱਕ ਨਾਰੀਅਲ ਦਿੱਤਾ ਅਤੇ ਵਾਪਸ ਭੇਜ ਦਿੱਤਾ। ਸੰਨਿਆਸ ਨਾ ਮਿਲਣ ਦਾ ਸ਼ਿਵਾ ਜੀ ਨੇ ਆਪਣੀ ਮਾਂ ਕੋਲ ਸ਼ਿਕਾਇਤ ਵਾਲੀ ਭਾਸ਼ਾ 'ਚ ਰੋਸ ਪ੍ਰਗਟਾਇਆ। ਮਾਂ ਨੇ ਕਿਹਾ, ਪੁੱਤਰ, ਗੁਰੂ ਦੇ ਪਿਆਰ ਨੂੰ ਗਲਤ ਨਾ ਸਮਝ। ਮਿੱਟੀ ਦੇ ਅਰਥਾਂ ਨੇ ਇੱਕ ਦਿਨ ਤੇਰਾ ਇੱਥੇ ਰਾਜ ਹੋਏਗਾ। ਘੋੜੇ ਦੀ ਲਿੱਦ ਦੇ ਮਾਇਨੇ ਹਨ, ਤੇਰੇ ਕੋਲ ਅਨੇਕਾਂ ਘੋੜਿਆਂ ਵਾਲੀ ਫੌਜ ਹੋਏਗੀ ਅਤੇ ਇੱਕ ਘੋੜਾ ਹੀ ਤੇਰੀ ਜਾਨ ਬਚਾਏਗਾ। ਨਾਰੀਅਲ ਦੇ ਅਰਥ ਅਣਖ ਤੋਂ ਹਨ। ਤੇਰੇ ਗੁਰੂ ਨੇ ਝੂਠੇ ਮਾਣ ਅਤੇ ਹਉਮੈ ਤੋਂ ਤੇਰੀ ਰੱਖਿਆ ਕਰਨ ਦਾ ਵਚਨ ਦਿੱਤਾ ਹੈ। ਸ਼ਿਵਾ ਜੀ ਨੇ ਮਾਂ ਦੇ ਕਥਨਾਂ ਨੂੰ ਦਿਲ 'ਚ ਬੀਜ ਲਿਆ ਅਤੇ ਸਿਦਕ, ਸਿਰੜ, ਦ੍ਰਿੜਤਾ ਅਤੇ ਕੁਰਬਾਨੀਆਂ ਨਾਲ ਉਹਨਾਂ ਨੂੰ ਸੱਚ ਕਰ ਵਿਖਾਇਆ। ਨੈਕਸਟ, ਇੱਕ ਸ਼ਰਧਾਲੂ ਨੇ ਬੁੱਧ ਨੂੰ ਪੁੱਛਿਆ, ਚੰਦਰਮਾ 'ਚ ਦਾਗ ਕਿਉਂ ਹੈ? ਦੀਵੇ ਥੱਲੇ ਹਨੇਰਾ ਕਿਉਂ ਹੈ? ਬੁੱਧ ਨੇ ਉਸ ਵੱਲ ਵੇਖਿਆ ਅਤੇ ਕਿਹਾ, ਚੰਦਰਮਾ ਸੀਤਲ ਹੁੰਦਾ ਹੈ, ਸੋਹਣਾ ਹੁੰਦਾ ਹੈ, ਹਰ ਵਸਤ ਨੂੰ ਸੋਹਣਾ ਬਣਾ ਦਿੰਦਾ ਹੈ, ਮਨ ਨੂੰ ਸ਼ਾਂਤ ਕਰਦਾ ਹੈ। ਪਰ ਨਾਲ ਹੀ ਪੁੱਛਿਆ, ਤੇਰਾ ਧਿਆਨ ਦਾਗ ਵੱਲ ਹੀ ਕਿਉਂ ਗਿਆ?
ਦੀਵਾ ਪ੍ਰਕਾਸ਼ ਦਿੰਦਾ ਹੈ, ਪ੍ਰਕਾਸ਼ ਗਿਆਨ ਦਾ ਪ੍ਰਤੀਕ ਹੈ। ਦੀਵੇ ਦੀ ਲੋ ਵਿੱਚ ਹਰ ਕੋਈ ਸੁੰਦਰ ਲੱਗਦਾ ਹੈ। ਦੀਵੇ ਦਾ ਪ੍ਰਕਾਸ਼ ਸੁਖਾਵਾਂ ਪ੍ਰਭਾਵ ਸਿਰਜਦਾ ਹੈ। ਪਰ ਤੇਰਾ ਧਿਆਨ ਦੀਵੇ ਥੱਲੇ ਹਨੇਰੇ ਵੱਲ ਹੀ ਕਿਉਂ ਗਿਆ? ਤੂੰ ਜੋ ਆਪ ਹੈ ਉਹੀ ਕੁਝ ਲੱਭਦਾ ਵੇਖਦਾ ਹੈ। ਨੈਕਸਟ, ਸਾਡੇ ਜ਼ਮਾਨੇ ਦਾ ਵਿਰੋਧਾਭਾਸ ਇਹ ਹੈ ਕਿ ਸਾਡੀਆਂ ਇਮਾਰਤਾਂ ਉੱਚੀਆਂ ਹੋ ਗਈਆਂ ਹਨ, ਸਾਡੇ ਇਰਾਦੇ ਨੀਵੇਂ ਹੋ ਗਏ ਹਨ। ਸਾਡੀਆਂ ਸੜਕਾਂ ਚੌੜੀਆਂ ਹੋ ਗਈਆਂ ਹਨ, ਸਾਡੀਆਂ ਸੋਚਾਂ ਸੌੜੀਆਂ ਹੋ ਗਈਆਂ ਹਨ। ਅਸੀਂ ਖਰੀਦਦੇ ਵਧੇਰੇ ਹਾਂ, ਵਰਤਦੇ ਘੱਟ ਹਾਂ। ਸਾਡੇ ਮਕਾਨ ਵੱਡੇ ਹੋ ਗਏ ਹਨ, ਪਰ ਪਰਿਵਾਰ ਛੋਟੇ ਹੋ ਰਹੇ ਹਨ। ਸਹੂਲਤਾਂ ਸਾਰੀਆਂ ਹੋ ਗਈਆਂ ਹਨ, ਇਹਨਾਂ ਨੂੰ ਮਾਣਨ ਦਾ ਸਮਾਂ ਘੱਟ ਗਿਆ ਹੈ। ਡਿਗਰੀਆਂ ਵੱਧ ਗਈਆਂ ਹਨ, ਅਕਲ ਘੱਟ ਗਈ ਹੈ। ਗਿਆਨ ਵਧੇਰੇ ਹੋ ਗਿਆ ਹੈ, ਪਰ ਸੋਚ ਘੱਟ ਗਈ ਹੈ। ਵਿਸ਼ੇਸ਼ਕ ਵੱਧ ਰਹੇ ਹਨ, ਪਰ ਸਮੱਸਿਆ ਕੋਈ ਹੱਲ ਨਹੀਂ ਹੋ ਰਹੀ। ਦਵਾਈਆਂ ਵੱਧ ਗਈਆਂ ਹਨ, ਤੰਦਰੁਸਤੀ ਗੁਆਚ ਗਈ ਹੈ। ਮਾਲ ਅਸਬਾਬ ਵੱਧ ਰਿਹਾ ਹੈ, ਕਦਰਾਂ ਕੀਮਤਾਂ ਘੱਟ ਰਹੀਆਂ ਹਨ। ਅਸੀਂ ਬੋਲਦੇ ਵਧੇਰੇ ਹਾਂ, ਸੁਣਦੇ ਘੱਟ ਹਾਂ। ਗੱਲਾਂ ਪਿਆਰ ਕਰਨ ਦੀਆਂ ਕਰਦੇ ਹਾਂ, ਪਰ ਵਿਹਾਰ ਨਫ਼ਰਤ ਵਾਲਾ ਕਰਦੇ ਹਾਂ। ਅਸੀਂ ਚੰਨ 'ਤੇ ਅੱਪੜ ਗਏ ਹਾਂ, ਪਰ ਗੁਆਂਢੀ ਨੂੰ ਮਿਲਣਾ ਭੁੱਲ ਗਏ ਹਾਂ। ਅਸੀਂ ਪੁਲਾੜ ਜਿੱਤ ਲਿਆ, ਪਰ ਅੰਦਰੋਂ ਹਾਰ ਗਏ ਹਾਂ। ਅਸੀਂ ਐਟਮ ਨੂੰ ਤੋੜ ਲਿਆ, ਪਰ ਪੱਖਪਾਤ ਨਹੀਂ ਟੁੱਟੇ। ਸਾਡੀਆਂ ਅਰਦਾਸਾਂ ਵੱਧ ਗਈਆਂ ਹਨ, ਪਰ ਸ਼ਰਧਾ ਘੱਟ ਗਈ ਹੈ। ਗਿਣਤੀ ਹਰ ਚੀਜ਼ ਦੀ ਵੱਧ ਗਈ ਹੈ, ਗੁਣ ਹਰ ਚੀਜ਼ ਦੇ ਘੱਟ ਗਏ ਹਨ। ਕੱਦ ਲੰਮੇ ਹੁੰਦੇ ਜਾ ਰਹੇ ਹਨ, ਚਰਿੱਤਰ ਹਰ ਕਿਸੇ ਦਾ ਸੁੰਗੜਦਾ ਜਾ ਰਿਹਾ ਹੈ। ਬਟੂਏ ਭਰੇ ਪਏ ਹਨ, ਰਿਸ਼ਤੇ ਖੋਖਲੇ ਹੋ ਗਏ ਹਨ। ਸੰਸਾਰ ਵਿੱਚ ਸ਼ਾਂਤੀ ਲਈ ਜਲੂਸ ਕੱਢਦੇ ਹਾਂ, ਘਰ ਅੰਦਰ ਨਿੱਤ ਲੜਦੇ ਹਾਂ। ਮਕਾਨ ਬੜੇ ਪੱਕੇ ਬਣਨ ਲੱਗ ਪਏ ਹਨ, ਰਿਸ਼ਤੇ ਨਿੱਤ ਦਿਨ ਟੁੱਟ ਰਹੇ ਹਨ। ਕੱਪੜੇ ਵੱਧ ਗਏ ਹਨ, ਪਰ ਰਿਵਾਜ਼ ਨੰਗੇਜ਼ ਵਾਲਾ ਹੋ ਗਿਆ। ਅਸੀਂ ਗੱਲਾਂ ਸੇਵਾ ਦੀਆਂ ਕਰਦੇ ਹਾਂ, ਸੋਚਦੇ ਲੁੱਟਣ ਬਾਰੇ ਹਾਂ। ਹੁਣ ਅਸੀਂ ਕਸਮਾਂ ਵਧੇਰੇ ਖਾਂਦੇ ਹਾਂ, ਸੱਚ ਕਦੇ ਬੋਲਦੇ ਹੀ ਨਹੀਂ। ਧੰਨਵਾਦ। ਨੈਕਸਟ, ਈਸਾਈ ਧਰਮ 'ਚ ਸ਼ਰਾਬ ਦੇ ਉਹੀ ਅਰਥ ਹਨ ਜੋ ਭਾਰਤੀ ਧਰਮਾਂ ਵਿੱਚ ਅੰਮ੍ਰਿਤ ਦੇ ਹਨ। ਬਾਈਬਲ 'ਚ ਇੱਕ ਕਥਾ ਹੈ ਕਿ ਈਸਾ ਨੇ ਖੂਹ 'ਚ ਵੇਖਿਆ ਅਤੇ ਉਸ ਖੂਹ ਦਾ ਪਾਣੀ ਸ਼ਰਾਬ ਬਣ ਗਿਆ। ਇੱਕ ਸਕੂਲ 'ਚ ਬੱਚਿਆਂ ਨੂੰ ਉਹਨਾਂ ਦਾ ਸੋਚਣ ਪੱਧਰ ਜਾਣਨ ਲਈ ਪੁੱਛਿਆ ਗਿਆ ਕਿ ਪਾਣੀ ਸ਼ਰਾਬ ਕਿਵੇਂ ਬਣ ਗਿਆ। ਹਰੇਕ ਬੱਚੇ ਨੇ ਆਪਣੇ ਢੰਗ ਨਾਲ ਉੱਤਰ ਦਿੱਤਾ। ਕਿਸੇ ਨੇ ਕਿਹਾ ਇਹ ਕਰਾਮਾਤ ਸੀ, ਕਿਸੇ ਨੇ ਲਿਖਿਆ ਈਸਾ 'ਚ ਸਭ ਕੁਝ ਕਰਨ ਦੀ ਸ਼ਕਤੀ ਸੀ, ਕਿਸੇ ਨੇ ਦੱਸਿਆ ਪਾਣੀ ਦਾ ਕਾਇਆ ਕਲਪ ਹੋ ਗਿਆ ਸੀ। ਜਿਸ ਛੋਟੀ ਲੜਕੀ ਦਾ ਉੱਤਰ ਸਾਰਿਆਂ ਨੂੰ ਪਸੰਦ ਆਇਆ, ਜਿਹਨੂੰ ਸਰਬਸੰਮਤੀ ਨਾਲ ਪਹਿਲਾ ਇਨਾਮ ਮਿਲਿਆ, ਉਹਨੇ ਲਿਖਿਆ ਸੀ, ਜਦੋਂ ਈਸਾ ਨੇ ਝੁੱਕ ਕੇ ਪਿਆਰ ਨਾਲ ਖੂਹ 'ਚ ਵੇਖਿਆ ਤਾਂ ਆਪਣੇ ਮਹਿਬੂਬ ਨੂੰ ਵੇਖ ਕੇ ਖੂਹ ਦਾ ਪਾਣੀ ਸ਼ਰਮ ਹਯਾ ਨਾਲ ਲਾਲ ਸੂਹਾ ਹੋ ਗਿਆ। ਨੈਕਸਟ, ਪਾਣੀਪਤ ਦੀ ਪਹਿਲੀ ਲੜਾਈ 'ਚ ਬਾਬਰ ਦੀਆਂ ਫੌਜਾਂ ਨਿਰੰਤਰ ਸਫਲ ਹੋ ਰਹੀਆਂ ਸਨ, ਜਦੋਂ ਕਿ ਭਾਰਤੀ ਹਾਕਮ ਤੇ ਜਰਨੈਲ ਹਮਲਾ ਕਰਨ ਲਈ ਜੋਤਸ਼ੀਆਂ ਤੋਂ ਸ਼ੁਭ ਮਹੂਰਤ ਕਢਵਾ ਰਹੇ ਸਨ। ਜੋਤਸ਼ੀਆਂ ਨੇ ਮੋੜਵਾਂ ਹਮਲਾ ਕਰਨ ਲਈ 3 ਦਿਨ ਮਗਰੋਂ ਦਾ ਮਹੂਰਤ ਕੱਢਿਆ ਅਤੇ ਇਹਨਾਂ 3 ਦਿਨਾਂ 'ਚ ਬਾਬਰ ਦੀ ਫੌਜ ਨੇ ਭਾਰਤੀਆਂ ਨੂੰ ਨਿੰਬੂਆਂ ਵਾਂਗ ਨਿਚੋੜ ਕੇ ਰੱਖ ਦਿੱਤਾ ਤੇ ਭਾਰਤ ਦਾ ਇਤਿਹਾਸ ਬਦਲ ਦਿੱਤਾ। ਨੈਕਸਟ, ਇੱਕ ਮਿਸਤਰੀ ਨੇ ਸਾਰਾ ਜੀਵਨ ਭਾਂਤ-ਭਾਂਤ ਦੇ ਮਕਾਨ ਬਣਾਏ ਸਨ, ਜਿਨ੍ਹਾਂ ਨੂੰ ਬਣਵਾਉਣ ਵਾਲਾ ਮਾਲਕ ਮੁਨਾਫੇ 'ਤੇ ਵੇਚਦਾ ਸੀ। ਅੰਤ ਨੂੰ ਉਸ ਮਿਸਤਰੀ ਨੇ ਮਾਲਕ ਨੂੰ ਕਿਹਾ, ਹੁਣ ਮੈਂ ਸੇਵਾ ਮੁਕਤ ਹੋਣਾ ਚਾਹੁੰਦਾ। ਮਾਲਕ ਨੇ ਬੇਨਤੀ ਕੀਤੀ, ਇੱਕ ਮਕਾਨ ਹੋਰ ਉਸਾਰ ਦਿਓ, ਉਸ ਉਪਰੰਤ ਤੁਹਾਨੂੰ ਸੇਵਾ ਮੁਕਤ ਕਰ ਦਿਆਂਗਾ। ਉਹ ਮਿਸਤਰੀ ਅਣਮੰਨੇ ਇਹ ਮਕਾਨ ਬਣਾਉਂਦਾ ਰਿਹਾ। ਨਾ ਮਨ ਠੀਕ, ਨਾ ਉਸਾਰੀ ਠੀਕ, ਨਾ ਸਮਾਨ ਠੀਕ। ਉਹ ਨਿਰੰਤਰ ਬੁੜਬੁੜ ਕਰਦਾ ਰਿਹਾ। ਆਖਰ ਜਦੋਂ ਇਹ ਮਕਾਨ ਬਣ ਗਿਆ ਤਾਂ ਮਾਲਕ ਨੇ ਇਸ ਮਕਾਨ ਦੀਆਂ ਕੁੰਜੀਆਂ ਮਿਸਤਰੀ ਨੂੰ ਸੌਂਪਦਿਆਂ ਕਿਹਾ, ਇਹ ਮਕਾਨ ਤੁਹਾਡੀਆਂ ਲੰਮਾ ਅਰਸਾ ਮੇਰੇ ਪ੍ਰਤੀ ਨਿਭਾਈਆਂ ਚੰਗੀਆਂ ਸੇਵਾਵਾਂ ਦਾ ਇਨਾਮ ਹੈ। ਮਿਸਤਰੀ ਨੇ ਕਿਹਾ, ਜੇ ਪਤਾ ਹੁੰਦਾ ਤਾਂ ਮੈਂ ਦਿਲ ਲਾ ਕੇ ਕੰਮ ਕਰਦਾ। ਸੰਸਾਰ ਦੇ ਕਰੋੜਾਂ ਲੋਕਾਂ ਨਾਲ ਇਵੇਂ ਹੋ ਰਿਹਾ ਹੈ। ਜੇ ਪਤਾ ਹੁੰਦਾ ਮੈਂ ਜ਼ਿੰਦਗੀ ਚੰਗੇਰੇ ਢੰਗ ਨਾਲ ਜਿਉਂਦਾ। ਨੈਕਸਟ, ਗਾਂਧੀ ਜੀ ਇੱਕ ਵਾਰ ਇੱਕ ਪਿੰਡ 'ਚ ਠਹਿਰੇ ਹੋਏ ਸਨ। ਗਾਂਧੀ ਜੀ ਨੇ ਸ਼ੇਵ ਕਰਾਉਣ ਲਈ ਨਾਈ ਨੂੰ ਬੁਲਾ ਭੇਜਿਆ। ਨਾਈ ਕਿਧਰੇ ਗਿਆ ਸੀ, ਸੋ ਨਾਇਣ ਆਈ
ਜਿਹੜੀ ਸਰੀਰ ਦੀ ਭਾਰੀ ਸੀ ਤੇ ਗਹਿਣਿਆਂ ਨਾਲ ਲੱਦੀ ਹੋਈ ਸੀ। ਸ਼ੇਵ ਕਰਵਾਉਣ ਉਪਰੰਤ ਗਾਂਧੀ ਜੀ ਪੁੱਛਣ ਦਾ ਲਾਲਚ ਤਿਆਗ ਨਾ ਸਕੇ। ਉਹਨਾਂ ਨੇ ਨਾਇਣ ਨੂੰ ਪੁੱਛਿਆ, ਇੰਨੇ ਵਧੇਰੇ ਗਹਿਣੇ ਕਿਉਂ ਪਹਿਨੇ ਹੋਏ ਹਨ? ਗਹਿਣਿਆਂ ਦਾ ਇਸ ਕਿਸਮ ਦਾ ਦਿਖਾਵਾ ਚੰਗਾ ਨਹੀਂ। ਨਾਇਣ ਨੇ ਦੱਸਿਆ ਕਿ ਗਹਿਣੇ ਮੰਗਵੇ ਹਨ, ਮੰਗ ਕੇ ਪਾਏ ਹੋਏ ਹਨ। ਗਾਂਧੀ ਜੀ, ਮੈਂ ਤੁਹਾਡੇ ਅੱਗੇ ਸਾਦੇ ਪਹਿਰਾਵੇ 'ਚ ਨਹੀਂ ਆ ਸਕਦੀ ਸੀ। ਇਹ ਗਹਿਣੇ ਪਹਿਨਣ ਮਗਰੋਂ ਹੀ ਮੇਰੇ ਵਿੱਚ ਤੁਹਾਡੇ ਸਾਹਮਣੇ ਆਉਣ ਦਾ ਹੌਸਲਾ ਪੈਦਾ ਹੋਇਆ ਸੀ। ਨਾਇਣ ਨੂੰ ਗਾਂਧੀ ਜੀ ਤੋਂ ਜੋ ਮਜ਼ਦੂਰੀ ਮਿਲੀ, ਉਹਨੇ ਗਾਂਧੀ ਜੀ ਦੇ ਪੈਰਾਂ 'ਚ ਰੱਖ ਦਿੱਤਾ। ਇਹ ਭੁਚਾਲ ਪੀੜਤਾਂ ਲਈ ਗਾਂਧੀ ਜੀ ਵੱਲੋਂ ਇਕੱਠੇ ਕੀਤੇ ਜਾ ਰਹੇ ਫੰਡ ਲਈ ਉਸ ਨਾਇਣ ਦਾ ਯੋਗਦਾਨ ਸੀ। ਨੈਕਸਟ, ਐਡੀਸਨ ਦੀ ਪ੍ਰਯੋਗਸ਼ਾਲਾ ਨੂੰ ਅੱਗ ਲੱਗ ਗਈ ਸੀ। ਸਭ ਕੁਝ ਅੱਗ 'ਚ ਸੜ ਰਿਹਾ ਸੀ। ਐਡੀਸਨ ਬਲਦੀ ਅੱਗ ਵੇਖ ਰਿਹਾ ਸੀ। ਲੱਭਦਾ ਲੱਭਦਾ ਉਹਦਾ ਪੁੱਤਰ ਚਾਰਲਸ ਉੱਥੇ ਆਇਆ। ਐਡੀਸਨ ਨੇ ਕਿਹਾ, ਤੇਰੀ ਮਾਂ ਕਿੱਥੇ ਹੈ? ਉਹਨੂੰ ਇੱਥੇ ਲੈ ਕੇ ਆ। ਸਾਰੀ ਉਮਰ ਉਹਨੂੰ ਇੰਨੀ ਮਹਿੰਗੀ ਅੱਗ ਦਾ ਨਜ਼ਾਰਾ ਵੇਖਣ ਨੂੰ ਫੇਰ ਨਹੀਂ ਮਿਲਣਾ। ਅਗਲੀ ਸਵੇਰ ਨੂੰ 67 ਸਾਲ ਦਾ ਐਡੀਸਨ ਕਹਿ ਰਿਹਾ ਸੀ, ਬਰਬਾਦੀ ਦਾ ਵੀ ਬੜਾ ਲਾਭ ਹੁੰਦਾ ਹੈ। ਇਸ ਅੱਗ 'ਚ ਮੇਰੀਆਂ ਸਾਰੀਆਂ ਗਲਤੀਆਂ ਸੜ ਗਈਆਂ ਹਨ। ਹੁਣ ਅਸੀਂ ਮੁੱਢੋਂ ਸੁੱਢੋਂ ਸ਼ੁਰੂ ਕਰਾਂਗੇ। ਗਲਤੀਆਂ ਵੀ ਨਵੀਆਂ ਹੋਣਗੀਆਂ ਤੇ ਕਾਢਾਂ ਵੀ ਨਵੀਆਂ ਹੋਣਗੀਆਂ। ਨੈਕਸਟ, ਪਹਿਲਾਂ ਟਾਟਾ ਕੰਪਨੀ 'ਚ ਇਸਤਰੀਆਂ ਨੂੰ ਭਰਤੀ ਨਹੀਂ ਕੀਤਾ ਜਾਂਦਾ ਸੀ, ਕਿਉਂਕਿ ਵਿਆਹ ਹੋ ਜਾਣ 'ਤੇ ਉਹ ਨੌਕਰੀ ਛੱਡ ਜਾਂਦੀਆਂ ਸਨ। ਇੱਕ ਵਾਰੀ ਕੰਪਨੀ ਨੇ ਕਰਮਚਾਰੀਆਂ ਦੀ ਭਰਤੀ ਲਈ ਇਸ਼ਤਿਹਾਰ ਛਪਵਾਇਆ, ਜਿਸ 'ਚ ਲਿਖਿਆ ਗਿਆ ਸੀ ਕਿ ਇਸਤਰੀਆਂ ਦੇ ਬਿਨੇ ਪੱਤਰ ਸਵੀਕਾਰ ਨਹੀਂ ਕੀਤੇ ਜਾਣਗੇ। ਇੱਕ ਇਸਤਰੀ ਨੇ ਟਾਟਾ ਕੰਪਨੀ ਦੇ ਮੁਖੀ ਰਤਨ ਟਾਟਾ ਨੂੰ ਇੱਕ ਚਿੱਠੀ ਲਿਖੀ ਤੇ ਰੋਸ ਪ੍ਰਗਟਾਇਆ ਕਿ ਟਾਟਾ ਕੰਪਨੀ ਇਸਤਰੀਆਂ ਬਾਰੇ ਇਵੇਂ ਕਿਉਂ ਸੋਚਦੀ ਹੈ। ਸਾਨੂੰ ਇਸਤਰੀਆਂ ਨੂੰ ਕੰਪਨੀ 'ਚ ਇਸ ਲਈ ਨਹੀਂ ਰੱਖਿਆ ਜਾਂਦਾ ਕਿ ਅਸੀਂ ਪਤੀਆਂ ਨਾਲ ਰਹਿਣ ਵਾਸਤੇ ਨੌਕਰੀ ਛੱਡ ਦਿੰਦੀਆਂ। ਨਾਲ ਹੀ ਉਹਨੇ ਪੁੱਛਿਆ ਕਿ ਕੀ ਪੁਰਸ਼ ਨੌਕਰੀ ਛੱਡ ਕੇ ਨਹੀਂ ਜਾਂਦੇ? ਉਹ ਵੀ ਤਾਂ ਵੱਧ ਤਨਖਾਹ ਜਾਂ ਤਰੱਕੀ ਮਿਲਣ 'ਤੇ ਨੌਕਰੀ ਛੱਡ ਜਾਂਦੇ ਹਨ। ਨਾਲ ਹੀ ਲਿਖਿਆ, ਮੈਂ ਵਾਅਦਾ ਕਰਦੀ ਹਾਂ ਕਿ ਦੂਜੇ ਸ਼ਹਿਰ ਵਿਆਹ ਉਪਰੰਤ ਪਤੀ ਨਾਲ ਰਹਿਣ ਲਈ ਤਾਂ ਮੈਂ ਨੌਕਰੀ ਛੱਡ ਕੇ ਚਲੀ ਜਾਵਾਂਗੀ, ਪਰ ਕਿਧਰੇ ਹੋਰ ਵੱਧ ਤਨਖਾਹ ਮਿਲਣ 'ਤੇ ਬਿਲਕੁਲ ਨਹੀਂ ਜਾਵਾਂਗੀ। ਉਸ ਇਸਤਰੀ ਨੂੰ ਰਤਨ ਟਾਟਾ ਨੇ ਆਪ ਚਿੱਠੀ ਲਿਖ ਕੇ ਬੁਲਾਇਆ ਤੇ ਉਹਨੂੰ ਨਿਯੁਕਤ ਕਰਕੇ ਟਾਟਾ ਕੰਪਨੀ ਦੇ ਦਰਵਾਜ਼ੇ ਇਸਤਰੀਆਂ ਲਈ ਖੋਲ੍ਹ ਦਿੱਤੇ। ਨੈਕਸਟ, ਹਸਪਤਾਲ ਵਿੱਚ ਜਿੱਥੇ ਸੜਗਿਆਂ ਦਾ ਇਲਾਜ ਹੁੰਦਾ ਹੈ, ਉੱਥੇ ਨਰਕ ਦਾ ਦ੍ਰਿਸ਼ ਹੁੰਦਾ ਹੈ। ਮੇਰੇ ਇੱਕ ਮਿੱਤਰ ਜਲ ਗਿਆਂ ਤੇ ਝੁਲਸ ਗਿਆਂ ਦਾ ਇਲਾਜ ਕਰਨ ਵਾਲੇ ਡਾਕਟਰ ਸਨ। ਇੱਕ ਵਾਰੀ 4 ਸਾਲ ਦੇ ਸੜ ਗਏ ਇੱਕ ਬੱਚੇ ਨੂੰ, ਜਿਹਦੇ ਜ਼ਖਮ ਚੋ ਰਹੇ ਸਨ, ਉਹਦੀ ਮਾਂ ਨੂੰ ਹੌਸਲਾ ਦੇਣ ਲਈ ਉਹਨਾਂ ਨੇ ਬੱਚੇ ਨੂੰ ਚੁੱਕਿਆ ਹੋਇਆ ਸੀ, ਕਿਉਂਕਿ ਉਹਨਾਂ ਨੂੰ ਡਰ ਸੀ ਕਿ ਕਿਧਰੇ ਮਾਂ ਸਦਮੇ ਨਾਲ ਹੀ ਨਾ ਮਰ ਜਾਏ। ਉਹਨਾਂ ਨੇ ਮਗਰੋਂ ਕਿਹਾ, ਇਸ ਵਾਰਡ 'ਚ ਜ਼ਿੰਦਗੀ ਮੌਤ ਦੀ ਲੜਾਈ ਲੜੀ ਜਾਂਦੀ ਹੈ। ਜਦੋਂ ਕੋਈ ਇਸ ਵਾਰਡ ਦੇ ਰੋਗੀਆਂ ਨੂੰ ਵੇਖ ਲੈਂਦਾ ਹੈ, ਉਹਨੂੰ ਧਰਤੀ ਦੀਆਂ ਸਾਰੀਆਂ ਸਮੱਸਿਆਵਾਂ ਬੜੀਆਂ ਨਿੱਕੀਆਂ ਤੇ ਸਾਰੇ ਦੁੱਖ ਬੜੇ ਛੋਟੇ ਲੱਗਦੇ ਹਨ। ਧੰਨਵਾਦ। ਨੈਕਸਟ, ਲੀਲਾਵਤੀ ਰਿਖੀ ਭਾਸਕਰਚਾਰਿਆ ਦੀ ਪਤਨੀ ਸੀ। ਰਿਖੀ ਇੱਕ ਗ੍ਰੰਥ ਦੀ ਤਿਆਰੀ 'ਚ ਰੁੱਝਿਆ ਹੋਇਆ ਸੀ, ਜਿਸ ਕਾਰਨ ਉਹ ਆਪਣੀ ਪਤਨੀ ਦੀਆਂ ਸਰੀਰਕ ਲੋੜਾਂ ਤਾਂਘਾਂ ਪ੍ਰਤੀ ਉਦਾਸੀਨ ਸੀ। ਲੀਲਾਵਤੀ ਸੋਚਦੀ ਸੀ ਕਿ ਉਹ ਰਿਖੀ ਪਤੀ ਦੀ ਸਾਧਨਾ ਭੰਗ ਕਰੇ ਜਾਂ ਸਾਰਾ ਜੀਵਨ ਸੇਜ ਵੀ ਹੋਣੀ ਰਹੇ। ਰਿਖੀ ਨੇ ਸੰਕਲਪ ਕੀਤਾ ਹੋਇਆ ਸੀ ਕਿ ਉਹ ਗ੍ਰੰਥ ਸੰਪੂਰਨ ਕਰਕੇ ਸੰਨਿਆਸ ਲੈ ਲਏਗਾ। ਗ੍ਰੰਥ ਦੀ ਸਮਾਪਤੀ ਨਾਲ ਸਮਾਜਿਕ ਵਡਿਆਈ ਤੇ ਧਾਰਮਿਕ ਮਾਨਤਾ ਮਿਲਣੀ ਸੀ। ਲੀਲਾਵਤੀ ਇਹਨਾਂ ਸਵੈ ਵਿਰੋਧੀ ਸੋਚਾਂ 'ਚ ਦਿਨ ਲੰਘਾ ਰਹੀ ਸੀ। ਇੱਕ ਸਵੇਰ ਉਹਨੂੰ ਖਿਆਲ ਆਇਆ ਕਿ ਅਸੀਂ ਪਤੀ ਪਤਨੀ ਦੋਵੇਂ ਆਪਣੀ ਆਪਣੀ ਕਿਸਮ ਦੀ ਤਪੱਸਿਆ ਤੇ ਕੁਰਬਾਨੀ ਕਰ ਰਹੇ ਹਾਂ। ਇਸ ਖਿਆਲ ਨੇ ਉਹਦੀ ਉਦਾਸੀ ਹੂੰਝ ਦਿੱਤੀ ਤੇ ਉਹ ਵੀ ਆਪਣੇ ਆਪ ਨੂੰ ਪਤੀ ਦੇ ਲਿਖੇ ਜਾ ਰਹੇ ਗ੍ਰੰਥ ਦੀ ਭਾਈਵਾਲ ਸਮਝਣ ਲੱਗ ਪਈ ਸੀ। ਨੈਕਸਟ, ਸਮੁੰਦਰ 'ਚ ਤੂਫਾਨ ਕਾਰਨ ਜਹਾਜ਼ ਡੱਕੋ ਡੋਲੇ ਖਾ ਰਿਹਾ ਸੀ। ਸਾਰੇ ਮੁਸਾਫਰ ਘਬਰਾ ਗਏ ਸਨ ਤੇ ਭਾਂਤ-ਭਾਂਤ ਦਾ ਸ਼ੋਰ ਮਚਾ ਰਹੇ ਸਨ। ਹਰ ਕਿਸੇ ਨੂੰ ਆਪਣਾ ਮਹੱਤਵ ਜਾਗ ਪਿਆ ਸੀ। ਕਿਸੇ ਨੂੰ ਆਪਣਾ ਵਪਾਰ ਯਾਦ ਆਇਆ, ਕਿਸੇ ਨੂੰ ਪਰਿਵਾਰ। ਸਾਰਿਆਂ ਨੇ ਇੱਕ ਬਜ਼ੁਰਗ ਮੁਸਾਫਰ ਨੂੰ ਪੁੱਛਿਆ, ਕੀ ਕਰੀਏ? ਬਜ਼ੁਰਗ ਨੇ ਉਹਨਾਂ ਦੇ ਤੌਖਲੇ ਤੇ ਭੈ ਨੂੰ ਭਾਂਪ ਕੇ ਉੱਚੀ ਆਵਾਜ਼ 'ਚ ਕਿਹਾ, ਘਬਰਾਉਣਾ ਨਹੀਂ, ਹੌਸਲਾ ਰੱਖੋ, ਜਹਾਜ਼ ਦੇ ਕਪਤਾਨ 'ਤੇ ਭਰੋਸਾ ਰੱਖੋ, ਇਹ ਜਹਾਜ਼ ਡੁੱਬੇਗਾ ਨਹੀਂ। ਸਾਰਿਆਂ ਦਾ ਅੰਦਰਲਾ ਸ਼ੋਰ ਸ਼ਾਂਤ ਹੋ ਗਿਆ ਸੀ।
ਬਜ਼ੁਰਗ ਨੇ ਕਿਹਾ, ਕਪਤਾਨ ਦਾ ਹੌਸਲਾ ਵਧਾਉਣ ਲਈ ਅਸੀਂ ਰਲ ਕੇ ਗਾਵਾਂਗੇ। ਗਾਉਣ ਨਾਲ ਸਾਰਿਆਂ ਨੂੰ ਆਪਣੀ ਸਾਂਝੀ ਸ਼ਕਤੀ ਦੇ ਅਹਿਸਾਸ ਨਾਲ ਬਲ ਮਿਲਿਆ। ਕਪਤਾਨ ਦਾ ਵੀ ਹੌਸਲਾ ਵਧਿਆ। ਉਹ ਇਕਾਗਰਚਿੱਤ ਹੋ ਕੇ ਨਿਰਣੇ ਲੈਣ ਲੱਗਿਆ। ਤੂਫਾਨ ਘਟ ਗਿਆ, ਜਹਾਜ਼ ਬਚ ਗਿਆ, ਯਾਤਰੀ ਖਿੜ ਗਏ, ਬਾਬਾ ਜੀ ਦੇ ਪੈਰੀਂ ਪੈ ਗਏ। ਤੁਹਾਡੀ ਕਿਰਪਾ ਨਾਲ ਹੀ ਅਸੀਂ ਬਚੇ ਹਾਂ। ਬਾਬਾ ਜੀ ਨੇ ਕਿਹਾ, ਮੈਂ ਤਾਂ ਤੁਹਾਡੇ ਵਾਂਗ ਹੀ ਇੱਕ ਮੁਸਾਫਰ ਹਾਂ। ਮੈਂ ਤਾਂ ਆਪ ਡਰਿਆ ਹੋਇਆ ਸੀ। ਆਪਣਾ ਡਰ ਲੁਕਾਉਣ ਵਾਸਤੇ ਮੈਂ ਉੱਚੀ ਆਵਾਜ਼ 'ਚ ਤੁਹਾਨੂੰ ਮੁਖਾਤਿਬ ਹੋਇਆ। ਅਸੀਂ ਜਹਾਜ਼ ਦੇ ਬਚਣ ਨਾਲ ਹੀ ਬਚ ਸਕਦੇ ਸਾਂ। ਸੋ ਜਹਾਜ਼ ਨੂੰ ਬਚਾਉਣਾ ਸਾਡਾ ਉਦੇਸ਼ ਬਣ ਗਿਆ ਸੀ। ਸਾਡੀ ਸਾਰਿਆਂ ਦੀ ਸਾਂਝੀ ਆਵਾਜ਼ ਵਿੱਚ ਤੂਫਾਨ ਦੀ ਡਰਾਉਣੀ ਆਵਾਜ਼ ਦਬ ਗਈ ਸੀ, ਜਿਸ ਨਾਲ ਕਪਤਾਨ ਦਾ ਮਨੋਬਲ ਵਧਿਆ ਅਤੇ ਸਾਡੇ ਵਿੱਚ ਬਚ ਜਾਣ ਦਾ ਹੌਸਲਾ ਜਾਗ ਪਿਆ। ਮੈਂ ਪੂਰੇ ਵਿਸ਼ਵਾਸ ਨਾਲ ਕਿਹਾ ਸੀ ਕਿ ਜਹਾਜ਼ ਡੁੱਬੇਗਾ ਨਹੀਂ। ਅਸੀਂ ਸਵੈ ਵਿਸ਼ਵਾਸ ਨਾਲ ਜਹਾਜ਼ ਨੂੰ ਬਚਾ ਲਿਆ ਹੈ। ਮੈਂ ਜਾਣਦਾ ਸਾਂ ਕਿ ਜੇ ਜਹਾਜ਼ ਡੁੱਬ ਗਿਆ ਤਾਂ ਮੈਨੂੰ ਝੂਠਾ ਕਹਿਣ ਵਾਲਾ ਕੋਈ ਨਹੀਂ ਸੀ ਹੋਣਾ। ਨੈਕਸਟ। ਤਖਤ ਦੀ ਵਾਰਸ ਰਾਜਕੁਮਾਰੀ ਬੜੀ ਸੋਹਣੀ ਸੀ। ਰਿਸ਼ਤੇ ਤਾਂ ਸੈਂਕੜੇ ਰਾਜਕੁਮਾਰਾਂ ਦੇ ਆਏ ਸਨ, ਪਰ ਅਖੀਰ ਉੱਤੇ ਉਸ ਵੱਲੋਂ ਚੋਣ ਕਰਨ ਲਈ 9 ਰਾਜਕੁਮਾਰ ਬੁਲਾਏ ਗਏ ਸਨ। ਪਹਿਲਾ ਬਹੁਤ ਸੋਹਣਾ ਸੀ, ਦੂਜਾ ਬੜਾ ਹਸਮੁਖ ਸੀ, ਤੀਜਾ ਬੜਾ ਪ੍ਰਸਿੱਧ ਸੀ, ਚੌਥਾ ਸਰੀਰ ਦਾ ਬੜਾ ਤਕੜਾ ਸੀ, ਪੰਜਵਾਂ ਪ੍ਰਸਿੱਧ ਪਰਿਵਾਰ ਵਿੱਚੋਂ ਸੀ, ਛੇਵਾਂ ਗੀਤਕਾਰ ਸੀ ਅਤੇ ਸੱਤਵਾਂ ਘੁੰਮਣ ਫਿਰਨ ਦਾ ਸ਼ੌਕੀਨ ਸੀ। ਅੱਠਵਾਂ ਵਾਇਲਨ ਵਧੀਆ ਵਜਾਉਂਦਾ ਸੀ ਅਤੇ ਨੌਵਾਂ ਪੂਰਾ ਮਰਦ ਲੱਗਦਾ ਸੀ ਅਤੇ ਮਰਦ ਵਾਂਗ ਖਲੋਤਾ ਸੀ। ਮਰਦ ਤੋਂ ਇਲਾਵਾ ਬਾਕੀ ਸਾਰੇ ਇੱਕ ਹੀ ਢੰਗ ਨਾਲ ਝੁਕੇ ਹੋਏ ਸਨ। ਉਹ ਇੱਕ ਮਲਿਕਾ ਵਾਂਗ ਉਹਨਾਂ ਨੂੰ ਵੇਖ ਕੇ ਸੋਚ ਰਹੀ ਸੀ ਕਿ ਕਿਸ ਨੂੰ ਆਪਣੇ ਦਿਲ ਦਾ ਤਾਜ ਪਹਿਨਾਵੇ। ਉਹਨੇ 9ਵੇਂ ਰਾਜਕੁਮਾਰ ਨੂੰ ਚੁਣਿਆ, ਕਿਉਂਕਿ ਉਸ ਰਾਜਕੁਮਾਰੀ ਨੂੰ ਝੁਕਣ ਵਾਲੇ ਪੁਰਸ਼ ਚੰਗੇ ਨਹੀਂ ਸਨ ਲੱਗਦੇ। ਉਹਨੂੰ ਇੱਕ ਅਜਿਹੇ ਮਰਦ ਦੀ ਤਲਾਸ਼ ਸੀ ਜਿਸ ਅੱਗੇ ਉਹਨੂੰ ਆਪ ਝੁਕਣਾ ਚੰਗਾ ਲੱਗੇ। ਉਸ ਮਰਦ ਦੇ ਅੱਗੇ ਜਾ ਖਲੋਤੀ ਅਤੇ ਉਹਨੇ ਆਪ ਝੁਕ ਕੇ ਕਿਹਾ, ਤੁਸੀਂ ਮੇਰੇ ਬਾਦਸ਼ਾਹ ਹੋਵੋਗੇ। ਨੈਕਸਟ। ਇੱਕ ਬਿੱਲੀ ਨੇ ਸੜਕ ਪਾਰ ਕੀਤੀ। ਬੱਚੇ ਨੇ ਕਿਹਾ, ਮੰਮੀ ਮੰਮੀ ਮਾਊ ਬਿੱਲੀ ਲਿਆਓ। ਅਧਿਆਪਕ ਨੇ ਕਿਹਾ, ਬਿੱਲੀ ਪੂਰਬੀ ਦਿਸ਼ਾ ਤੋਂ ਪੱਛਮੀ ਦਿਸ਼ਾ ਵਿੱਚ 60 ਡਿਗਰੀ ਦੇ ਕੋਣ 'ਚ ਲੰਘੀ ਹੈ। ਫਿਲਾਸਫਰ ਨੇ ਕਿਹਾ, ਇਸ ਬਾਰੇ ਭਰਪੂਰ ਚਿੰਤਨ ਕਰਨ ਦੀ ਲੋੜ ਹੈ ਕਿ ਬਿੱਲੀ ਕਿਸੇ ਹੋਰ ਪਾਸੇ ਨਹੀਂ, ਉੱਧਰ ਹੀ ਕਿਉਂ ਗਈ ਹੈ। ਪੁਜਾਰੀ ਨੇ ਕਿਹਾ, ਕਿਸੇ ਦੂਜੇ ਪਾਸੇ ਜਾਣਾ ਬਿੱਲੀ ਦੇ ਭਾਗਾਂ 'ਚ ਲਿਖਿਆ ਨਹੀਂ ਸੀ। ਕਾਮਰੇਡ ਨੇ ਕਿਹਾ, ਬਿੱਲੀ ਪੂੰਜੀਵਾਦ ਦੀ ਸਾਜ਼ਿਸ਼ ਦਾ ਸ਼ਿਕਾਰ ਹੋਈ ਹੈ। ਇਹ ਬੁਰਜੂਆ ਬਿੱਲੀ ਹੈ। ਰਾਜਸੀ ਆਗੂ ਨੇ ਕਿਹਾ, ਸਾਡੀ ਪਾਰਟੀ ਦੀ ਬਿੱਲੀ ਦੇ ਦਲ ਬਦਲੀ ਦਾ ਲਾਇਆ ਜਾ ਰਿਹਾ ਇਹ ਦੋਸ਼ ਝੂਠਾ ਹੈ। ਇੱਕ ਅਫਰੀਕਨ ਨੇ ਕਿਹਾ, ਸੜਕ ਕਾਲੀ ਹੈ, ਇਹ ਕਾਲੇ ਅਫਰੀਕਾ ਦੀ ਪ੍ਰਤੀਕ ਹੈ। ਬਿੱਲੀ ਨੇ ਕਾਲੀ ਸੜਕ ਤੋਂ ਲੰਘ ਕੇ ਆਪਣੇ ਸੰਗਰਾਮ ਦਾ ਸੁਨੇਹਾ ਦਿੱਤਾ ਹੈ। ਸਾਹਿਤਕਾਰ ਨੇ ਕਿਹਾ, ਮੈਂ ਉਸ ਸੁਨਹਿਰੀ ਭਵਿੱਖ ਨੂੰ ਉਡੀਕ ਰਿਹਾ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਬਿੱਲੀਆਂ ਬਿੱਲੇ ਬਿਨਾਂ ਕਿਸੇ ਰੋਕ ਟੋਕ ਦੇ ਦੋਸਤੀ ਦੀ ਭਾਵਨਾ ਨਾਲ ਵਾਘੇ ਤੋਂ ਇੱਧਰ ਉੱਧਰ ਆ ਜਾ ਸਕਣਗੇ। ਵਕੀਲ ਨੇ ਕਿਹਾ, ਜਦੋਂ ਤੱਕ ਠੋਸ ਸਬੂਤ ਨਹੀਂ ਮਿਲਦਾ, ਇਹ ਮੰਨਣਾ ਕਠਿਨ ਹੈ ਕਿ ਸੜਕ ਪਾਰ ਕਰਨ ਦਾ ਬਿੱਲੀ 'ਤੇ ਕੋਈ ਜੁਰਮ ਆਇਦ ਹੁੰਦਾ ਹੈ ਕਿ ਨਹੀਂ। ਥਾਣੇਦਾਰ ਨੇ ਕਿਹਾ, ਜਦੋਂ ਬਿੱਲੀ ਦੇ ਪਰਿਵਾਰ ਦਾ ਕੋਈ ਵਿਅਕਤੀ ਰਿਪੋਰਟ ਲਿਖਵਾਏਗਾ ਤਾਂ ਹੀ ਪੁਲਿਸ ਤਹਿਕੀਕਾਤ ਕਰੇਗੀ। ਪਾਕਿਸਤਾਨ ਨੇ ਕਿਹਾ, ਭਾਰਤੀ ਬਿੱਲੀ ਨੇ ਪਾਕਿਸਤਾਨ 'ਚ ਘੁਸਣ ਦਾ ਯਤਨ ਕੀਤਾ ਸੀ, ਪਰ ਮੂੰਹ ਦੀ ਖਾਧੀ। ਇਸ ਮੁੱਠਭੇੜ 'ਚ ਪਾਕਿਸਤਾਨ ਦੇ 2 ਬਿੱਲੇ ਸ਼ਹੀਦ ਹੋਏ। ਮਨੋਵਿਗਿਆਨੀ ਨੇ ਕਿਹਾ, ਬਿੱਲੀ ਕਾਮ ਦੀ ਪ੍ਰਤੀਕ ਹੈ। ਕਾਮਿਕ ਤ੍ਰਿਪਤੀ ਕਾਰਨ ਹੀ ਕਿਸੇ ਬਿੱਲੇ ਦੀ ਭਾਲ 'ਚ ਨਿਕਲੀ ਹੋਏਗੀ। ਇਤਿਹਾਸਕਾਰ ਨੇ ਕਿਹਾ, ਸਭ ਤੋਂ ਪਹਿਲਾਂ ਬਾਬਰੀਲੀ ਨਾਂ ਦੀ ਬਿੱਲੀ ਨੇ ਸ਼ੇਰ ਸ਼ਾਹ ਸੂਰੀ ਦੇ ਜ਼ਮਾਨੇ 'ਚ ਸੜਕ ਪਾਰ ਕੀਤੀ ਸੀ। ਆਇਨਸਟੀਨ ਵਰਗੇ ਵਿਗਿਆਨੀ ਨੇ ਕਿਹਾ, ਬਿੱਲੀ ਨੇ ਸੜਕ ਪਾਰ ਨਹੀਂ ਕੀਤੀ ਹੋਏਗੀ, ਸਗੋਂ ਸੜਕ ਬਿੱਲੀ ਦੇ ਥੱਲੋਂ ਲੰਘੀ ਹੋਏਗੀ। ਟੋਲ ਵਾਲੇ ਨੇ ਕਿਹਾ, ਬਿੱਲੀ ਪੈਦਲ ਸੀ, ਸੋ ਉਸ 'ਤੇ ਟੋਲ ਟੈਕਸ ਨਹੀਂ ਲੱਗਦਾ। ਪਾਗਲ ਨੇ ਕਿਹਾ, ਮੈਂ ਵੇਖਦਾ ਬਿੱਲੀ ਆਈ ਕਿੱਧਰੋਂ ਸੀ, ਤੁਸੀਂ ਵੇਖੋ ਗਈ ਕਿੱਧਰ ਹੈ। ਇਹ ਤਾਂ ਬਿੱਲੀ ਹੈ, ਅਸੀਂ ਤਾਂ ਐਵੇਂ ਸ਼ੇਰ ਦਾ ਪਤਾ ਲਾ ਲੈਂਦੇ ਹਾਂ। ਬਿੱਲੀ ਦੇ ਮਾਲਕ ਨੇ ਕਿਹਾ, ਤੁਸੀਂ ਇੱਧਰ ਕੋਈ ਬਿੱਲੀ ਤਾਂ ਨਹੀਂ ਵੇਖੀ? ਮੇਰੀ ਪਿਆਰੀ ਬਿੱਲੀ ਗਵਾਚ ਗਈ ਹੈ, ਮੈਂ ਉਸ ਨੂੰ ਲੱਭ ਰਿਹਾ ਹਾਂ। ਨੈਕਸਟ। ਸ਼੍ਰੀ ਰਾਮ ਕ੍ਰਿਸ਼ਨ ਨਾਲ ਜਦੋਂ ਸ਼ਾਰਦਾ ਦਾ ਵਿਆਹ ਹੋਇਆ, ਤੁਹਾਨੂੰ ਪਤਾ ਲੱਗਾ ਕਿ ਉਹਦੇ ਪਤੀ ਦਾ ਤਾਂ ਰੱਬ ਨਾਲ ਪਹਿਲਾਂ ਹੀ ਵਿਆਹ ਹੋਇਆ ਸੀ। ਕਿੰਨੇ ਹੀ ਸਾਲ ਲੋਕ ਸ਼ਾਰਦਾ ਨੂੰ ਪਾਗਲ ਦੀ ਪਤਨੀ ਕਹਿੰਦੇ ਰਹੇ। ਰਾਮ ਕ੍ਰਿਸ਼ਨ ਨੇ ਸੰਨਿਆਸ ਲਿਆ ਹੋਇਆ ਸੀ, ਫਿਰ ਵੀ ਉਹਨਾਂ ਨੇ ਆਪਣੀ ਪਤਨੀ ਨੂੰ ਸਭ ਕੁਝ ਸਿਖਾਇਆ।
ਤੇ ਉਸ ਵਿੱਚ ਇੰਨੀ ਸ਼ਰਧਾ ਭਰ ਦਿੱਤੀ ਕਿ ਉਹ ਹੀ ਰਾਮ ਕ੍ਰਿਸ਼ਨ ਦੀ ਸਭ ਤੋਂ ਪਹਿਲੀ ਤੇ ਵੱਡੀ ਸ਼ਰਧਾਲਣ ਬਣੀ। ਜਦੋਂ ਸ਼ਾਰਦਾ 18 ਸਾਲਾਂ ਦੀ ਹੋਈ ਤਾਂ ਉਸ ਸਮੇਂ ਤੱਕ ਰਾਮ ਕ੍ਰਿਸ਼ਨ ਵਿਸ਼ਵ ਮਾਤਾ ਵਜੋਂ ਉਹਦੀ ਪੂਜਾ ਕਰਨ ਲੱਗ ਪਏ ਸਨ। ਨੈਕਸਟ, ਭੇਡਾਂ ਚਾਰਨ ਵਾਲੀ ਇੱਕ ਇਸਤਰੀ ਨੂੰ ਇੱਕ ਬੜਾ ਕੀਮਤੀ ਹੀਰਾ ਲੱਭ ਪਿਆ। ਇੱਕ ਭੁੱਖ ਪਿਆਸ ਦਾ ਸਤਾਇਆ ਰਾਹੀ ਉੱਧਰੋਂ ਲੰਘਿਆ। ਉਹਨਾਂ ਨੇ ਰਲ ਕੇ ਰੋਟੀ ਖਾਧੀ। ਇਸਤਰੀ ਨੇ ਅੱਧੀ ਰੋਟੀ ਉਹਨੂੰ ਦੇ ਦਿੱਤੀ ਸੀ। ਰਾਹੀ ਨੇ ਹੀਰਾ ਵੇਖਿਆ, ਬੜਾ ਕੀਮਤੀ ਸੀ। ਲਾਲਚ ਆ ਗਿਆ। ਵੇਖਿਆ ਇਸਤਰੀ ਨੂੰ ਉਹਦੀ ਕੀਮਤ ਦਾ ਉੱਕਾ ਹੀ ਪਤਾ ਨਹੀਂ ਸੀ। ਉਹਨੇ ਉਹ ਹੀਰਾ ਮੰਗ ਲਿਆ। ਉਸ ਇਸਤਰੀ ਨੇ ਭੋਲੇ ਭਾਅ ਦੇ ਦਿੱਤਾ। ਦੇਣ ਵੇਲੇ ਕੋਈ ਝਿਜਕ ਨਹੀਂ ਵਿਖਾਈ। ਰਾਹੀ ਆਪਣੀ ਚੰਗੀ ਕਿਸਮਤ 'ਤੇ ਝੂਮਦਾ ਜਾ ਰਿਹਾ ਸੀ, ਕਿਉਂਕਿ ਹੀਰਾ ਇੰਨਾ ਕੀਮਤੀ ਸੀ ਕਿ ਉਹਦੀ ਸਾਰੀ ਜ਼ਿੰਦਗੀ ਆਰਾਮ ਨਾਲ ਲੰਘ ਜਾਣੀ ਸੀ। ਪਰ ਉਸ ਹੀਰੇ ਦੇ ਚੋਰੀ ਹੋ ਜਾਣ ਦੀ ਚਿੰਤਾ ਕਾਰਨ ਉਹ ਸੌਂ ਨਹੀਂ ਸੀ ਸਕਦਾ। ਉਹ ਹੀਰਾ ਵੇਚਣ ਵੀ ਨਹੀਂ ਸੀ ਜਾਂਦਾ, ਕਿਉਂਕਿ ਪੁੱਛੇ ਜਾਣ 'ਤੇ ਉਹ ਹੀਰਾ ਕਿੱਥੋਂ ਕਿਵੇਂ ਮਿਲਿਆ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ। ਸੋ ਉਹਨੂੰ ਫੜੇ ਜਾਣ ਦਾ ਡਰ ਸੀ। ਹੀਰਾ ਪ੍ਰਾਪਤ ਕਰਨ ਦੀ ਪ੍ਰਸੰਨਤਾ ਪਰੇਸ਼ਾਨੀ ਬਣ ਗਈ ਸੀ। ਕਈ ਦਿਨ ਮਗਰੋਂ ਉਸ ਇਸਤਰੀ ਨੂੰ ਲੱਭਦਿਆਂ ਲੱਭਦਿਆਂ ਵਾਪਸ ਆਇਆ ਅਤੇ ਕਿਹਾ, ਮੈਂ ਇੱਕ ਕੀਮਤੀ ਹੀਰਾ ਇਸ ਆਸ ਨਾਲ ਪਰਤਾ ਰਿਹਾ ਕਿ ਤੁਸੀਂ ਮੈਨੂੰ ਇਸ ਨਾਲੋਂ ਵੀ ਕੀਮਤੀ ਚੀਜ਼ ਦੇ ਸਕੋ। ਤੁਸੀਂ ਮੈਨੂੰ ਦਿਲ ਦੀ ਉਹ ਅਮੀਰੀ ਦਿਓ ਜਿਹਨੇ ਤੁਹਾਨੂੰ ਰਾਹ ਜਾਂਦੇ ਅਜਨਬੀ ਨੂੰ ਇੰਨਾ ਕੀਮਤੀ ਹੀਰਾ ਸੁਭਾਵਕ ਹੀ ਦੇ ਦੇਣ ਦੇ ਯੋਗ ਬਣਾਇਆ। ਨੈਕਸਟ, ਬਾਹਰ ਮੀਂਹ ਪੈ ਰਿਹਾ ਸੀ। ਅੰਦਰ ਰਾਗੀ ਗਾ ਰਹੇ ਸਨ। ਪਿੱਛੇ ਪਿੱਛੇ ਸੰਗਤ ਗਾ ਰਹੀ ਸੀ। ਉਹੀ ਸ਼ਬਦ ਮੁੜ ਮੁੜ ਵਾਪਸ ਆ ਰਹੇ ਸਨ, ਮੁੜ ਮੁੜ ਗਾਏ ਜਾ ਰਹੇ ਸਨ। ਇੱਕ ਲੈਅ ਵੱਜ ਗਈ ਸੀ। ਮੀਂਹ ਦੀ ਆਵਾਜ਼ ਵੀ ਕੀਰਤਨ ਦਾ ਭਾਗ ਬਣ ਗਈ ਸੀ। ਬਹੁਤੇ ਅੱਖਾਂ ਬੰਦ ਕਰਕੇ ਲੋਕ ਪਰਲੋਕ ਦਾ ਆਨੰਦ ਮਾਣ ਰਹੇ ਸਨ। ਕਈ ਸਿਰ ਨਾਲ ਨੱਚ ਰਹੇ ਸਨ, ਕੰਨਾਂ ਨਾਲ ਗਾ ਰਹੇ ਸਨ, ਅੱਖਾਂ ਨਾਲ ਮਾਣ ਰਹੇ ਸਨ। ਜਿਨ੍ਹਾਂ ਨੇ ਜੀਵਨ 'ਚ ਕਦੇ ਵੀ ਨਹੀਂ ਸੀ ਗਾਇਆ ਉਹ ਵੀ ਗਾ ਰਹੇ ਸਨ। ਹਰ ਕੋਈ ਸੋਹਣਾ ਲੱਗ ਰਿਹਾ ਸੀ, ਹਰ ਕੋਈ ਅਨੋਖਾ ਲੱਗ ਰਿਹਾ ਸੀ। ਵਿਸਮਾਦ ਛਾਇਆ ਹੋਇਆ ਸੀ। ਆਤਮਾ ਦੇ ਦੀਦਾਰੇ ਹੋ ਰਹੇ ਸਨ। ਜਿਨ੍ਹਾਂ ਨੇ ਪਹਿਲੀ ਜ਼ਿੰਦਗੀ 'ਤੇ ਕਦੀ ਮਾਣ ਨਹੀਂ ਸੀ ਕੀਤਾ ਉਹ ਵੀ ਮਾਣ ਮੱਤੇ ਹੋ ਰਹੇ ਸਨ। ਪਤਾ ਹੀ ਨਹੀਂ ਸੀ ਲੱਗ ਰਿਹਾ ਕੌਣ ਗਾ ਰਹੇ ਸਨ, ਕੌਣ ਸੁਣ ਰਹੇ ਸਨ। ਧੰਨਵਾਦ। ਨੈਕਸਟ, ਦੂਰੋਂ ਆਏ ਮਹਿਮਾਨ ਨੂੰ ਉਹ ਪੁਰਾਣੀਆਂ ਅਤੇ ਪ੍ਰਸਿੱਧ ਇਮਾਰਤਾਂ ਵਿਖਾਓ ਜਿਹੜੀਆਂ ਉਹਨੇ ਪਹਿਲਾਂ ਵੇਖੀਆਂ ਨਾ ਹੋਣ, ਜਿਹੜੀਆਂ ਉਸ ਵੱਲੋਂ ਕਦੇ ਵੇਖਣ ਦੀ ਸੰਭਾਵਨਾ ਨਾ ਹੋਵੇ। ਉਹਦੀ ਫੇਰੀ ਯਾਦਗਾਰੀ ਹੋ ਨਿਬੜੇਗੀ। ਵੱਡੀਆਂ ਇਤਿਹਾਸਿਕ ਇਮਾਰਤਾਂ ਉਹਨਾਂ ਨੂੰ ਉਸਾਰਨ ਵਾਲੇ ਵਿਅਕਤੀ ਦੇ ਦ੍ਰਿੜ ਇਰਾਦਿਆਂ ਦਾ ਪ੍ਰਮਾਣ ਹੁੰਦੀਆਂ ਹਨ। ਤਾਜ ਮਹਿਲ ਉਸਾਰਨ ਦੇ ਵਸੀਲੇ ਹਜ਼ਾਰਾਂ ਕੋਲ ਹਨ, ਪਰ ਤਾਜ ਮਹਿਲ ਉਸਾਰਨ ਦਾ ਮਜ਼ਬੂਤ ਇਰਾਦਾ ਕਿਸੇ ਕੋਲ ਨਹੀਂ ਹੈ। ਪਿਰਾਮਿਡ ਮਿਸਰੀਆਂ ਦੀ ਦ੍ਰਿੜਤਾ ਦਾ ਪ੍ਰਮਾਣ ਹਨ। ਇਵੇਂ ਹੀ ਦੱਖਣੀ ਭਾਰਤ ਦੇ ਪੁਰਾਤਨ ਮੰਦਰ ਧੀਰਜ, ਕਲਾ, ਸਹਿਜ ਤੇ ਕਲਪਨਾ ਦੇ ਗਵਾਹ ਹਨ ਤੇ ਭਾਰਤੀ ਸੱਭਿਅਤਾ ਦੇ ਪ੍ਰਮਾਣ ਹਨ। ਰੋਮਨਾਂ ਯੂਨਾਨੀਆਂ ਦਾ ਇਹ ਵਿਸ਼ੇਸ਼ ਲੱਛਣ ਸੀ ਕਿ ਉਹਨਾਂ ਦੀਆਂ ਇਮਾਰਤਾਂ ਉਵੇਂ ਬਣੀਆਂ ਜਿਵੇਂ ਤੇ ਜਿਹੋ ਜਿਹੀਆਂ ਉਹ ਬਣਾਉਣੀਆਂ ਚਾਹੁੰਦੇ ਸਨ। ਉਹਨਾਂ ਲਈ ਭਾਵੇਂ ਕਿੰਨਾ ਹੀ ਵਕਤ ਲੱਗਿਆ, ਕਿੰਨਾ ਵੀ ਖਰਚ ਹੋਇਆ, ਕਿੰਨਾ ਹੀ ਯਤਨ ਕਰਨਾ ਪਿਆ, ਇਹੋ ਜਿਹੀਆਂ ਇਮਾਰਤਾਂ ਪਹਿਲਾਂ ਤੇ ਮਗਰੋਂ ਵੀ ਕਿਧਰੇ ਨਹੀਂ ਬਣੀਆਂ ਸਨ। ਯੂਨਾਨ ਤੇ ਰੋਮ ਦੇ ਅਜੋਕੇ ਖੰਡਰ ਉਸ ਯੁੱਗ ਦੇ ਲੋਕਾਂ ਦੀ ਦ੍ਰਿੜਤਾ, ਸਿਰੜ ਤੇ ਸਿਦਕ ਦੇ ਸਬੂਤ ਹਨ। ਪੁਰਾਤਨ ਇਮਾਰਤਾਂ ਜ਼ਿੰਦਗੀ ਦੀ ਨਿਰੰਤਰਤਾ ਦਾ ਪ੍ਰਤੀਕ ਹਨ ਤੇ ਮਾਨਵ ਜਾਤੀ ਨੂੰ ਨਵੇਂ ਉਪਰਾਲੇ ਤੇ ਨਵੀਆਂ ਪ੍ਰਾਪਤੀਆਂ ਲਈ ਪ੍ਰੇਰਿਤ ਕਰਦੀਆਂ ਹਨ। ਉਹਨਾਂ ਨੂੰ ਵੇਖਣ ਨਾਲ ਹਿਰਦਾ ਵਿਸ਼ਾਲ ਤੇ ਮਨ ਉੱਚਾ ਹੁੰਦਾ ਹੈ। ਜਦੋਂ ਤੁਸੀਂ ਮਹਿਮਾਨ ਨੂੰ ਅਜਿਹੀਆਂ ਇਮਾਰਤਾਂ ਵਿਖਾਓਗੇ, ਉਹਨੂੰ ਇਹਨਾਂ ਦੇ ਵੇਖੇ ਹੋਣ ਦਾ ਮਾਣ ਹੋਏਗਾ ਤੇ ਉਸ ਦੇ ਮਨ 'ਚ ਤੁਹਾਡੇ ਲਈ ਸ਼ੁਕਰਾਨਾ ਉਪਜੇਗਾ। ਨੈਕਸਟ, ਇੱਕ ਵਾਰੀ ਬਾਟਾ ਸ਼ੂ ਕੰਪਨੀ ਦਾ ਮਾਲਕ ਬਾਟਾ ਦਿੱਲੀ ਆਇਆ ਹੋਇਆ ਸੀ। ਮੈਂ ਆਪਣੇ ਇੱਕ ਮਿੱਤਰ ਨਾਲ ਉਸ ਵੱਲੋਂ ਬਾਟਾ ਕੰਪਨੀ ਨਾਲ ਵਪਾਰਕ ਸਾਂਝ ਵਧਾਉਣ ਦੇ ਉਦੇਸ਼ ਨਾਲ ਦੋ ਭਾਸ਼ੀਏ ਦਾ ਕਾਰਜ ਕਰਨ ਲਈ ਨਾਲ ਗਿਆ ਹੋਇਆ ਸੀ। ਅਸੀਂ ਉਸ ਦੇ ਕੰਪਨੀ ਦੇ ਨਿਵਾਸ ਸਥਾਨ 'ਤੇ ਮਿਲਣ ਗਏ। ਘਰ 'ਚ ਕਈ ਨੌਕਰ ਨੌਕਰਾਣੀਆਂ ਸਨ, ਪਰ ਸਾਡੇ ਲਈ ਚਾਹ ਵਾਲੀ ਤਸ਼ਤਰੀ ਮਾਲਕ ਬਾਟਾ ਆਪ ਚੁੱਕ ਕੇ ਲਿਆਇਆ। ਮੇਰੇ ਮਿੱਤਰ ਨੇ ਕਿਹਾ, ਤੁਹਾਡੇ ਇੰਨੇ ਨੌਕਰ ਚਾਕਰ ਹਨ, ਤੁਸੀਂ ਚਾਹ ਆਪ ਕਿਉਂ ਚੁੱਕ ਕੇ ਲਿਆਏ ਹੋ? ਬਾਟਾ ਨੇ ਮੈਨੂੰ ਜ਼ਿੰਦਗੀ ਭਰ ਨਾ ਭੁੱਲਣ ਵਾਲਾ ਸਬਕ ਸਿਖਾਇਆ। ਉਹਨੇ ਕਿਹਾ, ਤੁਸੀਂ ਮੇਰੇ ਨੌਕਰਾਂ ਦੇ ਨਹੀਂ, ਮੇਰੇ ਮਹਿਮਾਨ।
ਧੰਨਵਾਦ। ਨੈਕਸਟ। ਵਚਸਪਤੀ ਮਿਸ਼ਰ ਇੱਕ ਰਿਸ਼ੀ ਸਨ ਜਿਨ੍ਹਾਂ ਨੇ ਵੇਦਾਂਤ ਦੇ ਇੱਕ ਪ੍ਰਸਿੱਧ ਗ੍ਰੰਥ ਦੀ ਰਚਨਾ ਕੀਤੀ ਸੀ, ਜਿਹਦੀ ਰਚਨਾ ਵਿੱਚ ਉਹਨਾਂ ਦਾ ਸਾਰਾ ਜੀਵਨ ਤੇ ਸਾਰੀ ਊਰਜਾ ਲੱਗ ਗਈ ਸੀ। ਜਦੋਂ ਉਹਨਾਂ ਦਾ ਵਿਆਹ ਹੋਇਆ ਉਦੋਂ ਉਹਨਾਂ ਦਾ ਧਿਆਨ ਅਸਮਾਨ ਵੱਲ ਸੀ। ਉਹਨਾਂ ਨੂੰ ਆਪਣੀ ਪਤਨੀ ਦਾ ਕਦੇ ਚੇਤਾ ਹੀ ਨਾ ਆਇਆ, ਜਦੋਂ ਕਿ ਪਤਨੀ ਆਂਢ ਗੁਆਂਢ ਵਿਚਲੇ ਘਰਾਂ 'ਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਰਹੀ। ਜਿਸ ਸ਼ਾਮ ਨੂੰ ਗ੍ਰੰਥ ਮੁਕੰਮਲ ਹੋਇਆ, ਉਸ ਸ਼ਾਮ ਨੂੰ ਰਿਸ਼ੀ ਨੇ ਵੇਖਿਆ ਕਿ 2 ਹੱਥਾਂ ਨੇ ਵੱਧ ਕੇ ਝੁੱਗੀ ਵਿਚਲਾ ਦੀਵਾ ਜਗਾਇਆ ਸੀ। ਰਿਸ਼ੀ ਨੇ ਵੇਖਿਆ ਕਿ ਉਹ ਇੱਕ ਇਸਤਰੀ ਦੇ ਹੱਥ ਸਨ। ਪੁੱਛਣ ਤੇ ਜਦੋਂ ਉਸ ਇਸਤਰੀ ਨੇ ਆਪਣੇ ਆਪ ਨੂੰ ਉਹਨਾਂ ਦੀ ਪਤਨੀ ਦੱਸਿਆ ਤਾਂ ਰਿਸ਼ੀ ਨੂੰ ਹੈਰਾਨੀ ਹੋਈ। ਪਤਨੀ ਨੇ ਦੱਸਿਆ, ਵਿਆਹ ਵੇਲੇ ਤੁਹਾਡਾ ਧਿਆਨ ਸਿਤਾਰਿਆਂ ਦੇ ਉੱਚੇ ਮੰਡਲਾਂ ਵੱਲ ਸੀ। ਮੇਰੇ ਮਾਪਿਆਂ ਨੇ ਮੈਨੂੰ ਤੁਹਾਡੇ ਪ੍ਰਤੀ ਅਰਪਣ ਕਰ ਦਿੱਤਾ ਸੀ। ਰਿਸ਼ੀ ਨੇ ਪਤਨੀ ਨੂੰ ਪੁੱਛਿਆ, ਕੋਈ ਇੱਛਾ ਹੈ? ਪਤਨੀ ਨੇ ਕਿਹਾ, ਮੇਰੀ ਇੱਛਾ ਸੀ ਕਿ ਸਾਡੀ ਸੰਤਾਨ ਹੋਵੇ ਤੇ ਸੰਸਾਰ 'ਚ ਸਾਡੀ ਕੋਈ ਨਿਸ਼ਾਨੀ ਜਾਂ ਸਾਡਾ ਨਾਂ ਹੋਵੇ। ਰਿਸ਼ੀ ਨੇ ਕਿਹਾ, ਸੰਤਾਨ ਤਾਂ ਹੁਣ ਸੰਭਵ ਨਹੀਂ, ਪਰ ਸੰਸਾਰ 'ਚ ਨਿਸ਼ਾਨੀ ਤੇ ਨਾਂ ਹੋਣ ਦੀ ਇੱਛਾ ਪੂਰੀ ਕੀਤੀ ਜਾ ਸਕਦੀ ਹੈ। ਰਿਸ਼ੀ ਨੇ ਪੁੱਛਿਆ, ਤੇਰਾ ਨਾਂ ਕੀ ਹੈ? ਪਤਨੀ ਨੇ ਆਪਣਾ ਨਾਮ ਭਾਮਤੀ ਦੱਸਿਆ ਤੇ ਰਿਸ਼ੀ ਨੇ ਕਲਮ ਨਾਲ ਗ੍ਰੰਥ ਦੇ ਮੁੱਖ ਪੰਨੇ ਤੇ ਗ੍ਰੰਥ ਦਾ ਨਾਂ ਭਾਮਤੀ ਲਿਖ ਦਿੱਤਾ ਤੇ ਭਾਮਤੀ ਨੂੰ ਅਮਰ ਕਰ ਦਿੱਤਾ। ਸੈਂਕੜੇ ਸਾਲਾਂ ਉਪਰੰਤ ਹੁਣ ਵੀ ਭਾਮਤੀ ਵੇਦਾਂਤ ਦਾ ਇੱਕ ਵੱਡਾ ਤੇ ਸਤਿਕਾਰਯੋਗ ਗ੍ਰੰਥ ਮੰਨਿਆ ਜਾਂਦਾ ਹੈ। ਨੈਕਸਟ। ਪੁਰਾਣੇ ਜ਼ਮਾਨੇ 'ਚ ਯੁੱਧ ਉਪਰੰਤ ਸਮਝੌਤੇ ਦੀ ਗੱਲਬਾਤ ਦੋਹਾਂ ਧਿਰਾਂ ਦੀ ਹਿੰਸਾਤਮਕ ਸ਼ਕਤੀ ਤੇ ਜਿਉਂਦਿਆਂ ਨੂੰ ਮਾਰਨ ਦੀ ਸਮਰੱਥਾ ਦੇ ਆਧਾਰ 'ਤੇ ਹੁੰਦੀ ਸੀ, ਤੇ ਦੋਵੇਂ ਧਿਰਾਂ ਮਾਰੇ ਗਿਆਂ ਨੂੰ ਭੁੱਲ ਕੇ ਇੱਕ ਦੂਜੇ ਦੀ ਵਰਤਮਾਨ ਸ਼ਕਤੀ ਦੇ ਆਧਾਰ 'ਤੇ ਵਿਹਾਰ ਕਰਦੀਆਂ ਸਨ। ਮਰ ਗਿਆਂ ਬਾਰੇ ਸੋਚਦਿਆਂ ਕੋਈ ਸਮਝੌਤਾ ਸੰਭਵ ਨਹੀਂ ਹੁੰਦਾ। ਉਸ ਸਮੇਂ ਵੱਡੇ ਮਾਣ ਤੇ ਵਿਸ਼ਵਾਸ ਦਾ ਪ੍ਰਗਟਾਵਾ ਦੁਸ਼ਮਣ ਦਾ ਮਹਿਮਾਨ ਬਣ ਕੇ ਉਹਦੇ ਇਲਾਕੇ 'ਚ ਰਾਤ ਗੁਜ਼ਾਰਨਾ ਹੁੰਦਾ ਸੀ। ਇਹ ਹਿੰਸਾ ਵਾਲੇ ਵਾਤਾਵਰਨ ਵਿੱਚ ਆਪਣੇ ਆਪ ਨੂੰ ਦੁਸ਼ਮਣ ਦੇ ਹਵਾਲੇ ਕਰਨ ਦਾ ਪ੍ਰਤੀਕਾਤਮਕ ਕਾਰਜ ਹੁੰਦਾ ਸੀ। ਇਹ ਕਾਰਜ ਦਲੇਰ ਯੋਧੇ ਹੀ ਕਰ ਸਕਦੇ ਸਨ। ਦੂਜੇ ਪਾਸੇ ਕਿਲ੍ਹੇ ਦੇ ਮਾਲਕ ਆਪਣੇ ਕਿਲ੍ਹੇ ਦੀਆਂ ਕੁੰਜੀਆਂ ਮਹਿਮਾਨ ਨੂੰ ਸੰਭਾਲ ਕੇ ਉਸ ਉੱਤੇ ਆਪਣੇ ਵਿਸ਼ਵਾਸ ਤੇ ਉਸ ਪ੍ਰਤੀ ਆਪਣੀ ਸਦਭਾਵਨਾ ਦਾ ਪ੍ਰਗਟਾਵਾ ਕਰਦੇ ਸਨ। ਉੱਥੋਂ ਕੱਢੇ ਜਾਣ ਜਾਂ ਮਾਰੇ ਜਾਣ ਦਾ ਡਰ ਦੋਹਾਂ ਧਿਰਾਂ ਦੇ ਮਨਾਂ 'ਚ ਹੁੰਦਾ ਸੀ। ਇੱਕ ਧਿਰ ਆਪਣੀ ਜਾਨ ਖਤਰੇ 'ਚ ਪਾਉਂਦੀ ਸੀ, ਰਾਤ ਦੁਸ਼ਮਣ ਦੇ ਕਿਲ੍ਹੇ 'ਚ ਗੁਜ਼ਾਰਦੀ ਸੀ। ਦੂਜੀ ਧਿਰ ਆਪਣੀ ਸਭ ਤੋਂ ਵੱਡੀ ਹਿਫਾਜ਼ਤ ਆਪਣਾ ਕਿਲ੍ਹਾ ਹੀ ਉਹਨੂੰ ਸੰਭਾਲ ਕੇ ਸਮਝੌਤੇ ਦੀ ਭਾਵਨਾ ਦਾ ਪ੍ਰਗਟਾਵਾ ਕਰਦੀ ਸੀ। ਸਮਝੌਤਾ ਅਗਲੀ ਸਵੇਰ ਨੂੰ ਕਲਮ ਬੰਦ ਹੁੰਦਾ ਸੀ। ਇੱਕ ਇਸਤਰੀ ਨੇ ਆਪਣੇ ਪਤੀ ਨੂੰ ਦੱਸਿਆ ਕਿ ਮੈਨੂੰ ਚਿੰਤਾ ਲੱਗੀ ਹੋਈ ਹੈ ਕਿ ਮੇਰਾ ਭਰਾ ਸੰਨਿਆਸ ਲੈਣ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਤੇ ਉਹ ਸੰਨਿਆਸ ਲੈਣ ਵਾਸਤੇ ਸਭ ਕੁਝ ਤਿਆਗਣ ਦੀ ਤਿਆਰੀ ਕਰ ਰਿਹਾ ਹੈ। ਪਤੀ ਨੇ ਕਿਹਾ, ਚਿੰਤਾ ਨਾ ਕਰਿਆ ਕਰ, ਕੁਝ ਨਹੀਂ ਵਾਪਰੇਗਾ, ਸੰਨਿਆਸ ਤਿਆਰੀ ਕਰਕੇ ਨਹੀਂ ਲੈ ਜਾਂਦਾ। ਪਤਨੀ ਨੇ ਪਤੀ ਨੂੰ ਕਿਹਾ, ਤੁਸੀਂ ਦੱਸੋ ਸੰਨਿਆਸ ਕਿਵੇਂ ਲਿਆ ਜਾਂਦਾ ਹੈ? ਪਤੀ ਨੇ ਕਿਹਾ, ਵੇਖਣਾ ਚਾਹੁੰਦੀ ਹੈ ਸੰਨਿਆਸ ਕੌਣ ਲੈਂਦਾ, ਕਿਵੇਂ ਲੈਂਦਾ? ਪਤੀ ਨੇ ਉਸੇ ਵੇਲੇ ਆਪਣੇ ਕੱਪੜੇ ਤਿਆਗ ਦਿੱਤੇ, ਲੰਗੋਟ ਬੰਨ੍ਹ ਲਿਆ ਤੇ ਕਿਹਾ, ਤੂੰ ਤੇ ਹੋਰ ਸਾਰੀਆਂ ਇਸਤਰੀਆਂ ਮੇਰੀਆਂ ਮਾਵਾਂ, ਤੇ ਉਸੇ ਪਲ ਉਹ ਸੰਨਿਆਸੀ ਬਣ ਕੇ ਚਲਾ ਗਿਆ, ਸੰਨਿਆਸੀਆਂ ਵਾਂਗ ਸਦਾ ਵਾਸਤੇ। ਨੈਕਸਟ। ਦੂਜੇ ਵਿਸ਼ਵ ਯੁੱਧ ਵਿੱਚ ਚਰਚਿਲ ਰੇਡੀਓ ਸਟੇਸ਼ਨ 'ਤੇ ਭਾਸ਼ਣ ਰਿਕਾਰਡ ਕਰਵਾ ਕੇ ਸਟੂਡੀਓ 'ਚੋਂ ਨਿਕਲਿਆ ਤਾਂ ਉਹਨੇ ਇੱਕ ਟੈਕਸੀ ਵਾਲੇ ਨੂੰ ਬੁਲਾਇਆ। ਸੁਰੱਖਿਆ ਕਾਰਨਾਂ ਕਰਕੇ ਚਰਚਿਲ ਇੱਕ ਆਮ ਵਿਅਕਤੀ ਬਣਿਆ ਹੋਇਆ ਸੀ। ਟੈਕਸੀ ਵਾਲੇ ਨੇ ਕਿਹਾ, ਮੈਂ ਨਹੀਂ ਜਾ ਸਕਦਾ, 1 ਘੰਟੇ 'ਚ ਰੇਡੀਓ ਤੋਂ ਪ੍ਰਧਾਨ ਮੰਤਰੀ ਚਰਚਿਲ ਦਾ ਘਰ ਜਾ ਕੇ ਭਾਸ਼ਣ ਸੁਣਨਾ ਹੈ। ਚਰਚਿਲ ਬੜਾ ਪ੍ਰਸੰਨ ਹੋਇਆ ਤੇ ਟੈਕਸੀ ਵਾਲੇ ਨੂੰ 10 ਪਾਉਂਡ ਦਾ ਨੋਟ ਇਨਾਮ ਦਿੱਤਾ। ਦੂਜੇ ਵਿਸ਼ਵ ਯੁੱਧ ਦੌਰਾਨ 10 ਪਾਉਂਡ ਬੜੀ ਵੱਡੀ ਰਕਮ ਸੀ। ਇੰਨਾ ਵੱਡਾ ਇਨਾਮ ਮਿਲਣ ਤੇ ਟੈਕਸੀ ਵਾਲੇ ਨੇ ਸੋਚਿਆ, ਗਾਹਕ ਚੰਗਾ, ਜਾਣਾ ਵੀ ਦੂਰ ਹੈ, ਚੰਗੇ ਪੈਸੇ ਬਣਨਗੇ। ਸੋ ਉਹਨੇ ਕਿਹਾ, ਨਰਕ 'ਚ ਸੁੱਟੋ ਚਰਚਿਲ ਨੂੰ, ਆਓ ਬੈਠੋ। ਇਹ ਪੈਸੇ ਦੀ ਤਾਕਤ ਸੀ। ਨੈਕਸਟ। ਮਨ ਬਾਰੇ ਜਿੰਨਾ ਡੂੰਘਾ ਚਿੰਤਨ ਬੁੱਧ ਨੇ ਕੀਤਾ, ਉਹ ਤੋਂ ਪਹਿਲਾਂ ਜਾਂ ਮਗਰੋਂ ਕਿਸੇ ਨੇ ਨਹੀਂ ਕੀਤਾ, ਕਿਸੇ ਤੋਂ ਹੋਇਆ ਹੀ ਨਹੀਂ। ਭਾਰਤ ਵਿੱਚ ਮਹਾਤਮਾ ਦੀ ਪਦਵੀ ਸਭ ਤੋਂ ਪਹਿਲਾਂ ਬੁੱਧ ਨੂੰ ਮਿਲੀ ਸੀ ਤੇ 2000 ਸਾਲ ਨਾਲੋਂ ਵੀ ਵੱਧ ਸਮੇਂ ਮਗਰੋਂ ਗਾਂਧੀ ਜੀ ਨੂੰ ਮਿਲੀ ਸੀ। ਬੁੱਧ ਕਿਹਾ ਕਰਦੇ ਸਨ ਕਿ ਦੇਵਤਿਆਂ 'ਤੇ ਭਰੋਸਾ ਕਰਨ ਨਾਲ ਮਨੁੱਖ ਦੇ ਚਰਿੱਤਰ ਤੇ ਵਿਹਾਰ ਵਿੱਚ ਢਿੱਲਾਪਣ ਆ ਜਾਂਦਾ ਹੈ।
ਅਦਿੱਖ ਦੇਵਤਿਆਂ ਨੂੰ ਆਪਣੇ ਭਾਗਾਂ ਦਾ ਵਿਧਾਤਾ ਮੰਨਣ ਵਾਲਾ ਵਿਅਕਤੀ ਸਿੱਥਲ ਤੇ ਸੁਸਤ ਹੋ ਜਾਂਦਾ ਹੈ। ਉਹ ਇਸ ਉਮੀਦ ਨਾਲ ਮਾੜਾ ਕੰਮ ਕਰਨ ਤੋਂ ਨਹੀਂ ਰੁਕਦਾ ਕਿ ਇਸ ਨਾਲ ਜਿਹੜਾ ਪਾਪ ਹੋਏਗਾ ਉਹ ਦੇਵਤੇ ਤੋਂ ਮਾਫ ਕਰਵਾ ਲਏਗਾ। ਆਤਮਾ ਨੂੰ ਅਵਿਨਾਸੀ ਕਹਿਣ ਨਾਲ ਮਨੁੱਖ 'ਚ ਹੰਕਾਰ ਉਪਜਦਾ ਹੈ। ਬੁੱਧ ਨੇ ਪ੍ਰਾਰਥਨਾ ਦੀ ਪ੍ਰਥਾ ਵੀ ਨਹੀਂ ਚਲਾਈ, ਕਿਉਂਕਿ ਇਹ ਵੀ ਕਮਜ਼ੋਰੀ ਦਾ ਪਹਿਲੂ ਹੈ। ਕਿਉਂਕਿ ਜਿਹੜਾ ਮਨੁੱਖ ਪ੍ਰਾਰਥਨਾ ਕਰਦਾ ਬੁੱਧ ਮਤ ਅਨੁਸਾਰ ਉਹ ਕਰਮਹੀਣ ਤੇ ਅਸਾਵਧਾਨ ਹੋ ਕੇ ਦੇਵਤੇ ਤੋਂ ਅਜਿਹੀ ਚੀਜ਼ ਮੰਗ ਰਿਹਾ ਹੁੰਦਾ ਹੈ ਜਿਹੜੀ ਦੇਵਤੇ ਜਾਂ ਗੁਰੂ ਦੇ ਵਰਦਾਨ ਨਾਲ ਨਹੀਂ, ਮਨੁੱਖ ਦੇ ਉਦਮ 'ਚੋਂ ਉਪਜਣੀ ਚਾਹੀਦੀ ਹੈ। ਨੈਕਸਟ, ਇੱਕ ਕੀੜੀ ਦੇ ਮਨ 'ਚ ਹਾਥੀ ਦੀ ਮਹਿਮਾਨ ਬਣ ਕੇ ਉਹਦੇ ਕੰਨ 'ਚ ਰਹਿਣ ਦੀ ਇੱਛਾ ਜਾਗੀ। ਕੀੜੀ ਨੇ ਹਾਥੀ ਨੂੰ ਨੋਟਿਸ ਭੇਜਿਆ ਕਿ ਤੁਹਾਡੇ ਕੰਨ 'ਚ ਰਹਿਣਾ ਚਾਹੁੰਦੀ ਹਾਂ, ਕੋਈ ਇਤਰਾਜ਼ ਹੋਵੇ ਤਾਂ ਦੱਸ ਦਿਓ। ਜੇ ਇੱਕ ਹਫ਼ਤਾ ਕੋਈ ਜਵਾਬ ਨਾ ਆਇਆ ਤਾਂ ਸਮਝ ਲਿਆ ਜਾਏਗਾ ਕਿ ਕੋਈ ਇਤਰਾਜ਼ ਨਹੀਂ। ਹਫ਼ਤੇ ਮਗਰੋਂ ਕੀੜੀ ਹਾਥੀ ਦੇ ਕੰਨ 'ਚ ਰਹਿਣ ਲੱਗ ਪਈ ਤੇ ਜਲਦੀ ਕੰਨ ਵਿਚਲੀ ਗਰਮੀ ਤੇ ਪਸੀਨੇ ਤੋਂ ਤੰਗ ਆ ਗਈ। ਸੋਚਿਆ ਹਾਥੀ ਕਹੇਗਾ ਪਹਿਲਾਂ ਤਾਂ ਨੋਟਿਸ ਭੇਜੀ ਜਾਂਦੀ ਸੀ, ਫਿਰ ਜਲਦੀ ਚਲੀ ਵੀ ਗਈ। ਕੁਝ ਦਿਨ ਹੋਰ ਰਹਿ ਕੇ ਫਿਰ ਨੋਟਿਸ ਭੇਜਿਆ, ਆਪਣੇ ਰਿਸ਼ਤੇਦਾਰਾਂ ਕੋਲ ਜਾਣਾ, ਨੋਟਿਸ ਭੇਜ ਰਹੀ ਹਾਂ, ਜੇ ਇੱਕ ਹਫ਼ਤੇ 'ਚ ਕੋਈ ਇਤਰਾਜ਼ ਨਾ ਆਇਆ ਤਾਂ ਚਲੀ ਜਾਵਾਂਗੀ। ਕੋਈ ਉੱਤਰ ਨਾ ਆਇਆ ਤੇ ਹਫ਼ਤੇ ਮਗਰੋਂ ਕੀੜੀ ਚਲੀ ਗਈ। ਵਾਸਤਵ ਵਿੱਚ ਹਾਥੀ ਨੂੰ ਨਾ ਕੀੜੀ ਦੇ ਆਉਣ ਦਾ ਪਤਾ ਲੱਗਾ ਨਾ ਜਾਣ ਦਾ। ਹਾਥੀ ਵਰਗੇ ਸੰਸਾਰ ਨੂੰ ਤੁਹਾਡੇ ਜਨਮ ਲੈਣ ਜਾਂ ਟੁਰ ਜਾਣ ਦਾ ਕੋਈ ਚਿੱਤ ਚੇਤਾ ਨਹੀਂ। ਕੀੜੀ ਵਾਂਗ ਐਵੇਂ ਨੋਟਿਸ ਨਾ ਭੇਜੀ ਜਾਓ। ਨੈਕਸਟ, ਦੂਜੇ ਵਿਸ਼ਵ ਯੁੱਧ ਦੌਰਾਨ ਜਿਹੜੇ ਜੰਗੀ ਕੈਦੀ ਬੰਦੀ ਬਣਾਏ ਗਏ ਸਨ, ਜਦੋਂ ਛੱਡੇ ਗਏ ਤਾਂ 4 ਸਾਲਾਂ ਮਗਰੋਂ ਇੱਕ ਕੈਦੀ ਰਿਹਾ ਹੋ ਕੇ ਘਰ ਜਾ ਰਿਹਾ ਸੀ। ਸਮੁੰਦਰੀ ਜਹਾਜ਼ 'ਚ ਜਾਣਾ ਸੀ। ਜਾਣ ਵਾਲਿਆਂ 'ਚ ਅਖੀਰਲੇ ਕੈਦੀ ਨੇ ਆਪਣੇ ਤੋਂ ਪਿਛਲੇ ਨੂੰ ਪੁੱਛਿਆ, ਤੁਹਾਨੂੰ ਘਰ ਕੌਣ ਉਡੀਕ ਰਿਹਾ? ਉਹਨੇ ਦੱਸਿਆ, ਮਾਪੇ, ਬੀਵੀ, ਬੱਚੇ ਹਨ। ਉਸ ਅਖੀਰਲੇ ਬੰਦੇ ਨੇ ਕਿਹਾ, ਮੇਰੀ ਵਾਰੀ ਹੈ, ਮੇਰੀ ਥਾਂ ਤੁਸੀਂ ਚਲੇ ਜਾਓ, ਕਿਉਂਕਿ ਮੈਨੂੰ ਉਡੀਕਣ ਵਾਲਾ ਕੋਈ ਨਹੀਂ। ਅਗਲਾ ਜਹਾਜ਼ ਪਤਾ ਨਹੀਂ ਕਦੋਂ ਆਉਣਾ ਸੀ। ਇਹ ਵੀ ਨਹੀਂ ਸੀ ਪਤਾ ਕਿ ਆਉਣਾ ਵੀ ਸੀ ਜਾਂ ਨਹੀਂ। ਉਹ ਬੀਵੀ ਬੱਚਿਆਂ ਵਾਲਾ ਸੰਸਾਰ 'ਚ ਉਸ ਇਕੱਲੇ ਵਿਅਕਤੀ ਦੀ ਕੁਰਬਾਨੀ ਦਾ ਆਪਣੀਆਂ ਭਰੀਆਂ ਅੱਖਾਂ ਨਾਲ ਧੰਨਵਾਦ ਕਰਕੇ ਚਲਾ ਗਿਆ। ਭਾਵੇਂ ਉਹਨੇ 4 ਸਾਲ ਬੰਦੀ ਜੀਵਨ ਦੇ ਗੁਜ਼ਾਰੇ ਸਨ, ਪਰ ਉਹਨੂੰ ਤਿਆਗ ਤੇ ਕੁਰਬਾਨੀ ਦਾ ਇੰਨਾ ਡੂੰਘਾ ਤਜਰਬਾ ਨਹੀਂ ਸੀ ਹੋਇਆ। ਜੰਗੀ ਕੈਦੀ ਬੜੇ ਚੰਗੇ ਸਾਥੀ ਬਣ ਜਾਂਦੇ ਹਨ। ਉਹ ਬੜੇ ਉਦਾਰ ਤੇ ਸਭ ਕੁਝ ਨਿਛਾਵਰ ਕਰਨ ਵਾਲੇ ਹੋ ਨਿਬੜਦੇ ਹਨ। ਜਿਉਣ ਲਈ ਕੈਦ ਵਿੱਚ ਵੀ ਕੈਦੀ ਕੋਈ ਉਦੇਸ਼ ਮਿੱਥ ਲੈਂਦੇ ਹਨ। ਇਹਨਾਂ ਜੰਗੀ ਕੈਦੀਆਂ ਨੇ ਉਦੇਸ਼ ਮਿੱਥਿਆ ਹੋਇਆ ਸੀ ਕਿ ਅਸੀਂ ਕੈਦ 'ਚ ਨਹੀਂ, ਘਰ 'ਚ ਜਾ ਕੇ ਮਰਾਂਗੇ। ਬੀਵੀ ਬੱਚਿਆਂ ਵਾਲਾ ਕੈਦੀ ਘਰ ਪਹੁੰਚਿਆ, ਸਵਾਗਤ ਹੋਇਆ। 3-4 ਦਿਨਾਂ ਵਿੱਚ ਹੀ ਉਹ ਘਰ ਦੇ ਜੀਆਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਝਗੜਿਆਂ ਤੇ ਉਹਨਾਂ ਦੇ ਆਪਸੀ ਸਾੜੇ ਈਰਖਾ ਨਾਲ ਅੱਕ ਗਿਆ। ਬੱਚੇ ਬਿਸਕਿਟਾਂ ਪਿੱਛੇ ਲੜ ਰਹੇ ਸਨ। ਪਤਨੀ ਸਭ ਪ੍ਰਕਾਰ ਦੇ ਗਿਲੇ ਸ਼ਿਕਵੇ ਕਰਨ ਲੱਗ ਪਈ ਸੀ, ਜਦੋਂ ਕਿ ਉਸ ਆਦਮੀ ਨੂੰ ਆਪਣੀ ਵਾਰੀ ਉਹਨੂੰ ਦੇਣ ਵਾਲੇ ਦੀ ਸ਼ਕਲ ਅੱਖਾਂ ਤੋਂ ਪਰੇ ਨਹੀਂ ਸੀ ਹੋ ਰਹੀ। ਉਹਨੇ ਕੁਰਬਾਨੀ ਦੀ ਕਿਹੜੀ ਦੁਨੀਆ ਵੇਖੀ ਸੀ ਤੇ ਉਹ ਨਿੱਕੇ ਨਿੱਕੇ ਸਵਾਰਥਾਂ ਦੇ ਕਿਹੜੇ ਸੰਸਾਰ 'ਚ ਆ ਗਿਆ ਸੀ। ਉਹ ਉਸ ਦੁਨੀਆ ਤੇ ਇਸ ਸੰਸਾਰ 'ਚ ਤਾਲਮੇਲ ਨਾ ਉਸਾਰ ਸਕਿਆ ਤੇ ਪਾਗਲ ਹੋ ਗਿਆ। ਨੈਕਸਟ, ਚਿੱਤਰਕਾਰੀ ਦੀ ਇੱਕ ਕਲਾਸ 'ਚ ਬੱਚਿਆਂ ਨੂੰ ਰੱਬ ਦਾ ਚਿੱਤਰ ਬਣਾਉਣ ਲਈ ਕਿਹਾ ਗਿਆ। ਬੱਚਿਆਂ ਨੇ ਭਾਂਤ-ਭਾਂਤ ਦੇ ਆਕਾਰਾਂ, ਸ਼ਕਲਾਂ, ਰੂਪਾਂ ਵਾਲੇ ਚਿੱਤਰ ਬਣਾਏ। ਇੱਕ ਲੜਕੀ ਨੇ ਇੱਕ ਜੰਗਲ ਦਾ ਦਰਖਤਾਂ, ਬੂਟਿਆਂ, ਫੁੱਲਾਂ ਦਾ ਚਿੱਤਰ ਬਣਾ ਕੇ ਥੱਲੇ ਲਿਖਿਆ, ਰੱਬ ਇੱਥੇ ਰਹਿੰਦਾ ਹੈ। ਇਹ ਚਿੱਤਰ ਅਵਲ ਚੁਣਿਆ ਗਿਆ ਸੀ। ਨੈਕਸਟ, ਇੱਕ ਵਿਅਕਤੀ ਨੂੰ ਤਿਤਲੀਆਂ ਪਾਲਣ ਦਾ ਸ਼ੌਕ ਸੀ। ਜਦੋਂ ਤਿਤਲੀਆਂ ਕੋਇਆਂ 'ਚੋਂ ਨਿਕਲਣ ਲਈ ਜੱਦੋ-ਜਹਿਦ ਕਰਦੀਆਂ ਸਨ ਤਾਂ ਉਹਨਾਂ ਦੀ ਜ਼ਿੰਦਗੀ ਮੌਤ ਦੀ ਵਿਚਕਾਰਲੀ ਹਾਲਤ ਬਰਦਾਸ਼ਤ ਨਹੀਂ ਸੀ ਕਰ ਸਕਦਾ ਤੇ ਉਹ ਆਪਣੇ ਅੰਗੂਠੇ ਦੇ ਨਹੁੰ ਨਾਲ ਉਹਨਾਂ ਨੂੰ ਕੋਇਆਂ 'ਚੋਂ ਬਾਹਰ ਕੱਢ ਦਿੰਦਾ ਸੀ। ਪਰ ਉਹਦੇ ਅਜਿਹੇ ਸੁਖਾਵੇਂ ਯਤਨਾਂ ਨਾਲ ਪੈਦਾ ਹੋਈ ਕੋਈ ਤਿਤਲੀ ਉੱਡਦੀ ਨਹੀਂ ਸੀ। ਜੀਵਨ ਵਿੱਚ ਵੀ ਇਵੇਂ ਹੀ ਵਾਪਰਦਾ ਹੈ। ਜਿਨ੍ਹਾਂ ਨੇ ਆਪ ਬੜੀ ਮਿਹਨਤ ਤੇ ਜੱਦੋ-ਜਹਿਦ ਕੀਤੀ ਹੁੰਦੀ ਹੈ, ਉਹ ਸਾਰਾ ਜ਼ੋਰ ਆਪਣੇ ਧੀਆਂ ਪੁੱਤਰਾਂ ਦਾ ਰਾਹ ਪੱਧਰਾ ਕਰਨ ਤੇ ਉਹਨਾਂ ਦੇ ਜੀਵਨ ਨੂੰ ਸੁਖੀ ਬਣਾਉਣ ਤੇ ਲਾ ਦਿੰਦੇ ਹਨ। ਉਹ ਬੱਚਿਆਂ ਦਾ ਲੋੜ ਨਾਲੋਂ ਅਧਿਕ ਧਿਆਨ ਰੱਖਦੇ ਹਨ ਤੇ ਕੋਈ ਮੁਸ਼ਕਿਲ ਜਾਂ ਸਮੱਸਿਆ ਉਪਜਣ ਤੋਂ ਪਹਿਲਾਂ ਹੀ ਹੱਲ ਕਰ ਦਿੰਦੇ ਹਨ। ਅਜਿਹਾ ਕਰਦਿਆਂ ਉਹ ਆਪਣੀ ਸੰਤਾਨ ਨੂੰ ਜੱਦੋ-ਜਹਿਦ ਤੇ ਮਿਹਨਤ ਵਿੱਚੋਂ ਗੁਜ਼ਰਦਿਆਂ ਸਿੱਖੇ ਜਾਣ ਵਾਲੇ ਸਬਕ ਸਿੱਖਣ ਹੀ ਨਹੀਂ ਦਿੰਦੇ ਤੇ ਉਹਨਾਂ 'ਚ ਸਵੈ ਕਾਬੂ, ਸੰਜਮ, ਸਬਰ,
ਸੰਕੋਚ, ਤਿਆਗ, ਮਿਲਵਰਤਨ ਆਦਿ ਜੇ ਗੁਣ ਤੇ ਸਮਝ ਉਪਜਣ ਹੀ ਨਹੀਂ ਦਿੰਦੇ, ਜਿਸ ਕਾਰਨ ਉਹਨਾਂ ਦੇ ਵਿਹਾਰ 'ਚ ਅਨੁਸ਼ਾਸਨ ਹੁੰਦਾ ਹੀ ਨਹੀਂ। ਇਵੇਂ ਉਹ ਆਪਣੇ ਬੱਚਿਆਂ ਨੂੰ ਇਸ ਸੰਸਾਰ 'ਚ ਸਥਾਪਿਤ ਹੋਣ ਹੀ ਨਹੀਂ ਦਿੰਦੇ। ਬੜੀ ਦੇਰ ਮਗਰੋਂ ਉਹਨਾਂ ਨੂੰ ਬੜੇ ਮਹਿੰਗੇ ਤੇ ਪਛਤਾਵੇ ਭਰੀ ਸਮਝ ਆਉਂਦੀ ਹੈ ਕਿ ਗਮਲਿਆਂ ਵਿੱਚ ਦਰਖਤ ਨਹੀਂ ਲੱਗਦੇ। ਨੈਕਸਟ, ਰੋਡੋਲਫ ਮਾਪਿਆਂ ਦਾ 22ਵਾਂ ਬੱਚਾ ਸੀ। ਵਕਤ ਤੋਂ ਪਹਿਲਾਂ ਜੰਮ ਪਿਆ ਸੀ। ਬੜਾ ਕਮਜ਼ੋਰ ਸੀ, ਪਰ ਦੌੜਾਂ ਲਾਉਣ ਦਾ ਸ਼ੌਕੀਨ ਸੀ। ਉਹ ਹਰ ਦੌੜ ਵਿੱਚ ਅਖੀਰ ਤੇ ਹੀ ਆਉਂਦਾ ਸੀ। ਸਾਰੇ ਮਖੌਲ ਉਡਾਉਂਦੇ ਸਨ ਤੇ ਛੇੜਦੇ ਸਨ ਕਿ ਪਿਛਲੇ ਪਾਸੇ ਤੋਂ ਅੱਵਲ ਆਉਂਦਾ ਹੈ। ਦੋਸਤਾਂ ਰਿਸ਼ਤੇਦਾਰਾਂ ਨੇ ਦੌੜਨਾ ਤਿਆਗਣ ਲਈ ਕਿਹਾ, ਪਰ ਦੌੜਨ ਦੇ ਸ਼ੌਕ ਨੇ ਉਹਦੀ ਸਰੀਰਕ ਕਮਜ਼ੋਰੀ ਦੂਰ ਕਰ ਦਿੱਤੀ ਸੀ। ਉਹ ਤੰਦਰੁਸਤ ਹੋਣ ਵਾਸਤੇ ਵੀ ਦੌੜਨਾ ਪਸੰਦ ਕਰਦਾ ਸੀ। ਜਿਹੜਾ ਵੀ ਉਹਨੂੰ ਦੌੜਨ ਦਾ ਖਹਿੜਾ ਛੱਡਣ ਲਈ ਕਹਿੰਦਾ, ਉਹਨੂੰ ਉਹ ਕਿਹਾ ਕਰਦਾ ਸੀ, ਇੱਕ ਵਾਰੀ ਅੱਵਲ ਆ ਕੇ ਦੌੜਨਾ ਤਿਆਗ ਦਿਆਂਗਾ। ਯਤਨ ਕਰਦਾ ਰਿਹਾ, ਹਿੰਮਤ ਨਹੀਂ ਹਾਰਿਆ। ਇੱਕ ਵਾਰੀ ਅੱਵਲ ਆ ਗਿਆ ਤੇ ਫਿਰ ਹਰੇਕ ਦੌੜ 'ਚੋਂ ਅੱਵਲ ਆਉਣ ਲੱਗ ਪਿਆ। ਅਜਿਹਾ ਉਸ ਰੈਡੋਲਫ ਨਾਲ ਹੀ ਨਹੀਂ ਸੀ ਵਾਪਰਿਆ। ਅਜਿਹਾ ਨਿਰੰਤਰ ਮਿਹਨਤ ਕਰਨ ਵਾਲੇ ਹਰ ਕਿਸੇ ਨਾਲ ਵਾਪਰ ਸਕਦਾ ਹੈ। ਨੈਕਸਟ, ਪਿਆਰ ਵਿੱਚ ਸੋਚ ਜਾਂ ਅਕਲ ਨਹੀਂ ਚੱਲਦੀ, ਕਿਉਂਕਿ ਅਕਲ ਤੇ ਸੋਚ ਦਾ ਉਦੇਸ਼ ਲਾਭ ਕਮਾਉਣਾ ਹੁੰਦਾ ਹੈ, ਜਦੋਂ ਕਿ ਪਿਆਰ ਨਫੇ ਨੁਕਸਾਨ ਤੋਂ ਬੇਪਰਵਾਹ ਹੋ ਕੇ ਆਪਣੇ ਆਪ ਨੂੰ ਦਾਅ 'ਤੇ ਲਾਉਣਾ ਤੇ ਲੁਟਾਉਣਾ ਹੁੰਦਾ ਹੈ। ਪਿਆਰ ਵਿੱਚ ਦੋ ਤੋਂ ਇੱਕ ਹੋਣ ਦੀ ਤਾਂਘ ਹੁੰਦੀ ਹੈ। ਇਸ ਵਿੱਚ ਆਨੰਦ ਹਾਰਨ ਵਿੱਚੋਂ ਮਿਲਦਾ ਹੈ, ਕਿਉਂਕਿ ਉਦੇਸ਼ ਦੂਜੇ ਨੂੰ ਜਿਤਾਉਣਾ ਹੁੰਦਾ ਹੈ। ਦੋਵੇਂ ਧਿਰਾਂ ਹਰ ਨੁਕਸਾਨ ਬਰਦਾਸ਼ਤ ਕਰਨ ਲਈ ਤਤਪਰ ਰਹਿੰਦੀਆਂ ਹਨ। ਅਕਲ ਤੇ ਸੋਚ ਦੋ ਤੋਂ ਇੱਕ ਹੋਣ ਦੀ ਤਾਂਘ ਨੂੰ ਨਹੀਂ ਸਮਝ ਸਕਦੀ, ਕਿਉਂਕਿ ਅਕਲ ਤੇ ਸੋਚ 2 ਤੋਂ 3, 3 ਤੋਂ 4 ਬਣਾਉਣਾ ਚਾਹੁੰਦੀ ਹੈ। 2 ਤੋਂ 1 ਹੋਣਾ ਅਕਲ ਸੋਚ ਦੀ ਸੂਝ ਦੇ ਘੇਰੇ ਤੋਂ ਬਾਹਰ ਦੀ ਗੱਲ ਹੁੰਦੀ ਹੈ। ਅਕਲ ਨੁਕਸਾਨ ਨਹੀਂ ਸਹਾਰ ਸਕਦੀ, ਸੋਚ ਕੇਵਲ ਲਾਭ ਸੋਚਦੀ ਹੈ। ਇਹੀ ਕਾਰਨ ਹੈ ਕਿ ਸੰਸਾਰ 'ਚ ਵਪਾਰ ਕਰਨ ਵਾਲਿਆਂ ਤੇ ਪਿਆਰ ਕਰਨ ਵਾਲਿਆਂ ਵਿਚਕਾਰ ਅਕਸਰ ਨਹੀਂ ਬਣਦੀ। ਨੈਕਸਟ, ਪੁੱਤਰ ਫਜ਼ੂਲ ਖਰਚ ਸੀ। ਅਜਿਹੀ ਉਹਦੀ ਸੰਗਤ ਸੀ। ਪਿਤਾ ਉਹਨੂੰ ਪੈਸੇ ਤੇ ਚੰਗੀ ਦੋਸਤੀ ਦਾ ਮਹੱਤਵ ਸਮਝਾ ਕੇ ਸਿੱਧੇ ਰਸਤੇ ਲਿਆਉਣਾ ਚਾਹੁੰਦਾ ਸੀ। ਇੱਕ ਦਿਨ ਉਹਨੇ ਆਪਣੇ ਪੁੱਤਰ ਨੂੰ ਕਿਹਾ, ਕੁਝ ਪੈਸੇ ਚਾਹੀਦੇ ਹਨ। ਪੁੱਤਰ ਨੇ ਕਿਹਾ, ਤੁਸੀਂ ਮੇਰੇ ਸੰਗੀ ਸਾਥੀਆਂ ਨੂੰ ਨਹੀਂ ਜਾਣਦੇ। ਮੈਂ ਸ਼ਾਮ ਤੱਕ 1 ਕਰੋੜ ਇਕੱਠੇ ਕਰ ਦਿਆਂਗਾ। ਪਹਿਲੇ ਦੋਸਤ ਕੋਲ ਜਾ ਕੇ ਸਮੱਸਿਆ ਦੱਸੀ। ਉਹਨੇ ਕਿਹਾ, ਜੇ ਤੂੰ 1 ਘੰਟਾ ਵੀ ਪਹਿਲਾਂ ਆ ਜਾਂਦਾ, ਕੰਮ ਬਣ ਜਾਣਾ ਸੀ। ਪਿਤਾ ਜੀ ਹੁਣੇ ਪੈਸੇ ਲੈ ਕੇ ਗਏ ਹਨ। ਦੂਜੇ ਦੋਸਤ ਕੋਲ ਗਿਆ। ਉਹਨੇ ਕਿਹਾ, ਅਸੀਂ ਜ਼ਮੀਨ ਖਰੀਦੀ ਹੈ, ਅੱਜ ਰਜਿਸਟਰੀ ਕਰਾਉਣੀ ਹੈ। ਅਸੀਂ ਤਾਂ ਆਪ ਉਧਾਰੇ ਮੰਗੇ ਹੋਏ ਹਨ। ਫਿਰ ਵੀ ਜਦੋਂ ਪ੍ਰਬੰਧ ਹੋ ਗਿਆ, ਮੈਂ ਆਪੇ ਤੇਰੇ ਘਰ ਦੇ ਕੇ ਆਵਾਂਗਾ। ਸ਼ਾਮ ਪੈ ਗਈ ਸੀ। ਚਾਹ ਪਾਣੀ ਸਭ ਨੇ ਪਿਲਾਇਆ, ਪਰ ਪੈਸੇ ਕਿਸੇ ਨੇ ਨਾ ਦਿੱਤੇ। ਪਿਤਾ ਨੇ ਕਿਹਾ, ਮੇਰਾ ਇੱਕ ਪੁਰਾਣਾ ਮਿੱਤਰ ਹੈ ਬੀਕਾਨੇਰ, ਉਸ ਕੋਲ ਜਾ। ਪਹੁੰਚਿਆ। ਖੜਕਾਉਣ ਦੇ ਬਾਵਜੂਦ ਦਰਵਾਜ਼ਾ ਬੰਦ ਹੀ ਰਿਹਾ। ਕੋਈ ਜਵਾਬ ਨਾ ਮਿਲਿਆ। ਬਾਰੀ 'ਚੋਂ ਕਿਸੇ ਨੇ ਵੇਖ ਲਿਆ ਸੀ। ਪੁੱਤਰ ਨੇ ਸੋਚਿਆ, ਮੇਰੇ ਦੋਸਤਾਂ ਨੇ ਪੈਸੇ ਭਾਵੇਂ ਨਹੀਂ ਦਿੱਤੇ, ਪਰ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਤਾਂ ਬਿਠਾਇਆ, ਪਰ ਇੱਥੇ ਤਾਂ ਦਰਵਾਜ਼ਾ ਹੀ ਨਹੀਂ ਖੁੱਲ੍ਹ ਰਿਹਾ। ਉਹ ਸੋਚ ਰਿਹਾ ਸੀ ਕਿ ਪਿਤਾ ਦਾ ਦੋਸਤ ਬਾਹਰ ਆਇਆ, ਜਿਹਦੇ ਇੱਕ ਹੱਥ 'ਚ ਤਲਵਾਰ ਸੀ, ਦੂਜੇ ਹੱਥ ਵਿੱਚ ਥੈਲੀ। ਬੋਲਿਆ, ਮੇਰੇ ਦੋਸਤ ਨੇ ਬੜੀ ਦੂਰੋਂ ਸਵਖਤੇ ਪੁੱਤਰ ਭੇਜਿਆ ਹੈ। ਜ਼ਰੂਰ ਕੋਈ ਭੀੜ ਬਣੀ ਹੋਏਗੀ, ਜਾਂ ਸਿਰ ਚਾਹੀਦਾ ਹੋਏਗਾ ਜਾਂ ਧਨ, ਦੋਵੇਂ ਹਾਜ਼ਰ ਹਨ। ਧੰਨਵਾਦ। ਨੈਕਸਟ, ਕਈ ਬਾਦਸ਼ਾਹ ਬੜੇ ਹਰਮਨ ਪਿਆਰੇ ਹੋਏ ਹਨ। ਨੀਦਰਲੈਂਡ ਦਾ ਜਵਾਨ ਬਾਦਸ਼ਾਹ ਦੂਜੇ ਦੇਸ਼ ਦੇ ਵਿਆਹ ਉਪਰੰਤ ਸ਼ਾਮ ਵੇਲੇ ਹਵਾਈ ਜਹਾਜ਼ ਵਿੱਚ ਆਪਣੀ ਦੁਲਹਨ ਲਿਆ ਰਿਹਾ ਸੀ ਕਿ ਕਿਸੇ ਖਰਾਬੀ ਕਾਰਨ ਹਵਾਈ ਅੱਡੇ ਦੀ ਜਹਾਜ਼ ਉਤਰਨ ਵਾਲੀ ਪੱਟੀ ਦੀਆਂ ਰੌਸ਼ਨੀਆਂ ਖਰਾਬ ਹੋ ਗਈਆਂ। ਉਤਰਨ ਵਾਲੀ ਪੱਟੀ ਤੇ ਰੌਸ਼ਨੀਆਂ ਨਾ ਹੋਣ ਕਾਰਨ ਜਹਾਜ਼ 2 ਘੰਟੇ ਉੱਪਰ ਹੀ ਉੱਡਦਾ ਰਿਹਾ। ਸ਼ਹਿਰ ਵਾਸੀਆਂ ਨੂੰ ਪਤਾ ਲੱਗਿਆ। ਉਹ ਕਾਰਾਂ ਲੈ ਗਏ। ਜਹਾਜ਼ ਉਤਰਨ ਵਾਲੀ ਪੱਟੀ ਦੇ ਦੋਵੇਂ ਪਾਸੇ ਕਾਰਾਂ ਖੜੀਆਂ ਕਰਕੇ ਲਾਈਟਾਂ ਜਗਾ ਦਿੱਤੀਆਂ। ਬਾਦਸ਼ਾਹ ਦਾ ਜਹਾਜ਼ ਇਸ ਸਹੂਲਤ ਨਾਲ ਪਟੜੀ ਤੇ ਉਤਰਿਆ। ਨੈਕਸਟ, ਇੱਕ ਵਿਅਕਤੀ ਟੋਏ 'ਚ ਡਿੱਗ ਪਿਆ ਸੀ। ਕੋਈ ਉਹਨੂੰ ਟੋਏ 'ਚੋਂ ਕੱਢਣ ਬਾਰੇ ਨਹੀਂ ਸੀ ਸੋਚ ਰਿਹਾ। ਸਾਰੇ ਆਪਣੀ ਆਪਣੀ ਰਾਏ ਪ੍ਰਗਟਾ ਕੇ ਜਾਈ ਜਾ ਰਹੇ ਸਨ। ਸਾਧੂ ਨੇ ਕਿਹਾ, ਪਾਪ ਦੀ ਸਜ਼ਾ ਮਿਲੀ ਹੈ। ਆਸ਼ਾਵਾਦੀ ਨੇ ਕਿਹਾ, ਮਰ ਵੀ ਸਕਦਾ ਸੀ। ਖੁਸ਼ ਹੋ ਕੇ ਜਿਉਂਦਾ ਹੈ। ਨਿਰਾਸ਼ਾਵਾਦੀ ਨੇ ਕਿਹਾ, ਨਿਕਲਣ ਦੀ ਕੋਈ ਸੰਭਾਵਨਾ ਨਹੀਂ।
ਕਲਰਕ ਨੇ ਕਿਹਾ ਮੈਨੂੰ ਹੋਰ ਬੜੇ ਕੰਮ ਹਨ। ਫਿਲਾਸਫਰ ਨੇ ਕਿਹਾ ਕੀ ਤੈਨੂੰ ਲੱਗਦਾ ਕਿ ਤੂੰ ਟੋਏ 'ਚ ਹੈ? ਮਨੋਵਿਗਿਆਨੀ ਨੇ ਕਿਹਾ ਤੂੰ ਟੋਏ 'ਚ ਹੈ ਜਾਂ ਟੋਆ ਤੇਰੇ ਆਲੇ ਦੁਆਲੇ ਹੈ? ਵਿਸ਼ਲੇਸ਼ਣ ਕਰਨ ਤੇ ਪਤਾ ਲੱਗੇਗਾ। ਹਮਦਰਦ ਨੇ ਕਿਹਾ ਮੈਂ ਕੋਈ ਪ੍ਰਬੰਧ ਕਰਦਾ, ਕੋਈ ਤਰਕੀਬ ਲੜਾਉਂਦਾ। ਇਸਤਰੀ ਨੇ ਕਿਹਾ ਵੇ ਵੇਖੋ ਇੱਕ ਆਦਮੀ ਡਿੱਗਿਆ ਪਿਆ, ਕੁਝ ਕਰੋ, ਵਿਚਾਰੇ ਦੇ ਬੱਚੇ ਉਡੀਕਦੇ ਹੋਣਗੇ। ਵਪਾਰੀ ਨੇ ਕਿਹਾ ਤੈਨੂੰ ਬਾਹਰ ਕੱਢਣ ਦਾ ਕੋਈ ਲਾਭ ਤਾਂ ਹੋਣਾ ਨਹੀਂ। ਮਜ਼ਦੂਰ ਨੇ ਕਿਹਾ ਬਾਹਰ ਕੱਢਣ ਦੇ ਕਿੰਨੇ ਪੈਸੇ ਮਿਲਣਗੇ? ਡਾਕਟਰ ਨੇ ਕਿਹਾ ਐਕਸਰੇ ਹੀ ਦੱਸੇਗਾ ਕਿ ਕਿਹੜੀ ਹੱਡੀ ਟੁੱਟੀ ਹੈ। ਅਧਿਆਪਕ ਨੇ ਕਿਹਾ ਜੇ ਮੱਥੇ 'ਚ ਵਿੱਦਿਆ ਦਾ ਚਾਨਣ ਹੁੰਦਾ ਤਾਂ ਨਹੀਂ ਸੀ ਡਿੱਗਣਾ। ਉਹਦਾ ਮਿੱਤਰ ਆਇਆ, ਟੋਏ ਦੇ ਉੱਪਰਲੇ ਪਾਸੇ ਲੇਟ ਗਿਆ, ਕਿਹਾ ਹੱਥ ਫੜਾ, ਪੂਰੇ ਜ਼ੋਰ ਲਾ ਕੇ ਟੋਏ 'ਚੋਂ ਬਾਹਰ ਖਿੱਚ ਲਿਆ। ਤੁਹਾਡੇ ਬਾਰੇ ਜਿਵੇਂ ਤੁਹਾਡਾ ਮਿੱਤਰ ਸੋਚਦਾ ਹੋਰ ਕੋਈ ਵੀ ਸੋਚਦਾ ਕਰਦਾ ਨਹੀਂ, ਹੋਰ ਸੋਚਦੇ ਹੀ ਹਨ। ਮਿੱਤਰ ਕਰਨ ਯੋਗ ਨੂੰ ਕਰਦਾ ਵੀ ਹੈ। ਨੈਕਸਟ, ਪਹਿਲੇ ਤੇ ਆਖਰੀ ਖੱਤ ਵਿੱਚ ਬੜਾ ਅੰਤਰ ਹੁੰਦਾ ਹੈ। ਪਹਿਲੇ ਖੱਤ ਤੇ ਆਖਰੀ ਖੱਤ ਦੀ ਇਬਾਰਤ ਹੀ ਨਹੀਂ, ਸਿਆਹੀ ਤੇ ਕਾਗਜ਼ ਵੀ ਵੱਖਰੇ ਹੁੰਦੇ ਹਨ। ਦੋਹਾਂ ਖੱਤਾਂ 'ਚ ਵਾਤਾਵਰਨ, ਸਲੀਕਾ, ਮਨ ਦੀ ਹਾਲਤ, ਸ਼ਬਦ ਚੋਣ, ਵਿਸ਼ੇਸ਼ਣ ਤੇ ਤਾਸੀਰ ਵੀ ਵੱਖਰੀ ਹੁੰਦੀ ਹੈ। ਪਹਿਲਾ ਖੱਤ ਭਾਵਨਾਵਾਂ ਚਿੱਤਰਦਾ ਹੈ, ਕਾਮਨਾਵਾਂ ਉਲੀਕਦਾ ਹੈ, ਵਾਅਦਿਆਂ ਦੀ ਸੁਗੰਧ ਖਿਲਾਰਦਾ, ਸੁਪਨੇ ਬੁਣਦਾ ਹੈ। ਆਖਰੀ ਖੱਤ 'ਚ ਬਹੁਤ ਕੁਝ ਲਿਖ ਕੇ ਕੱਟ ਦਿੱਤਾ ਜਾਂਦਾ ਹੈ। ਪਹਿਲਾ ਖੱਤ ਰਿਸ਼ਤਿਆਂ ਦਾ ਜੋੜ ਹੁੰਦਾ, ਆਖਰੀ ਖੱਤ ਤਕਸੀਮ ਹੋ ਗਏ ਸੁਪਨਿਆਂ ਦਾ ਘਟਾ ਹੁੰਦਾ ਹੈ। ਪਹਿਲੇ ਖੱਤ 'ਚ ਮੁਸਕਰਾਹਟਾਂ ਦਾ ਮੀਂਹ ਵਰਦਾ ਹੈ, ਆਖਰੀ ਖੱਤ 'ਚ ਮਿਟ ਗਏ ਵਾਅਦਿਆਂ ਦੀ ਰੇਤ ਉੱਡਦੀ ਹੈ। ਪਹਿਲੇ ਖੱਤ ਨੂੰ ਅਸੀਂ ਪੂਰਾ ਵੀ ਕਰਦੇ ਹਾਂ ਤੇ ਚੰਗੀ ਤਰ੍ਹਾਂ ਬੰਦ ਵੀ ਕਰਦੇ ਹਾਂ। ਆਖਰੀ ਖੱਤ ਅਕਸਰ ਅਧੂਰਾ ਤੇ ਆਮ ਕਰਕੇ ਖੁੱਲ੍ਹਾ ਰਹਿ ਜਾਂਦਾ ਹੈ। ਪਹਿਲੇ ਖੱਤ ਦਾ ਜਵਾਬ ਉਡੀਕਿਆ ਜਾਂਦਾ ਹੈ। ਕਈ ਵਾਰੀ ਇੱਕ ਖੱਤ ਦੇ ਜਵਾਬ 'ਚ ਦੋ ਖੱਤ ਆ ਜਾਂਦੇ ਹਨ। ਆਖਰੀ ਖੱਤ ਤੇ ਪਤਾ ਵੀ ਸਾਫ਼ ਨਹੀਂ ਲਿਖਦੇ। ਪਹਿਲਾ ਖੱਤ ਸੋਹਣੇ ਖੁਸ਼ਬੂਦਾਰ ਫੁੱਲਾਂ ਵਾਲੇ ਕਾਗਜ਼ ਤੇ ਲਾਲ ਹਰੀ ਸਿਆਹੀ ਨਾਲ ਖੁਸ਼ ਖੱਤ ਲਿਖਦੇ ਹਾਂ। ਆਖਰੀ ਖੱਤ ਰਫ ਕਾਪੀ 'ਚੋਂ ਵਰਕਾ ਪਾੜ ਕੇ ਕਾਲੀ ਫਿੱਕੀ ਸਿਆਹੀ 'ਚ ਝਰੀਟ ਦਿੰਦੇ ਹਾਂ। ਪਹਿਲੇ ਖੱਤ 'ਚ ਜਸ਼ਨ ਹੁੰਦਾ, ਆਖਰੀ ਖੱਤ 'ਚੋਂ ਹੌਕਿਸ ਹੁੰਦੀ। ਨੈਕਸਟ, ਮੇਰੇ ਇੱਕ ਪਿਆਰੇ ਪ੍ਰੋਫੈਸਰ ਸਨ ਜੋ ਇਕੱਲੇ ਹੀ ਰਹਿੰਦੇ ਸਨ। ਉਹਨਾਂ ਦੇ ਵਿਆਹ ਹੋਣ ਜਾਂ ਨਾ ਹੋਣ ਦੀਆਂ ਕਈ ਕਹਾਣੀਆਂ ਪ੍ਰਚਲਿਤ ਸਨ। ਮੇਰੇ ਨਾਲ ਉਹਨਾਂ ਦਾ ਖਾਸ ਸਨੇਹ ਸੀ। ਉਹ ਕਿਸੇ ਦੇ ਘਰ ਨਹੀਂ ਸੀ ਜਾਂਦੇ, ਨਾ ਹੀ ਕਿਸੇ ਨੂੰ ਘਰ ਬੁਲਾਉਂਦੇ ਸਨ। ਮੈਂ ਕਈ ਵਾਰੀ ਸੋਚਦਾ ਸਾਂ ਕਿ ਉਹ ਸੁਕਰਾਤ ਦੀ ਵੰਸ਼ ਵਿੱਚੋਂ ਸਨ। ਉਹਨਾਂ ਦੇ ਵਿਦਿਆਰਥੀ ਘੱਟ ਤੇ ਸ਼ਰਧਾਲੂ ਵਧੇਰੇ ਹੁੰਦੇ ਸਨ। ਹਰੇਕ ਯੂਨੀਵਰਸਿਟੀ ਵਿੱਚ ਅਜਿਹੇ ਅਧਿਆਪਕਾਂ ਦੀ ਲੋੜ ਹੁੰਦੀ ਹੈ ਕਿਉਂਕਿ ਇਹੀ ਹੁੰਦੇ ਹਨ ਜਿਹੜੇ ਕਿਸੇ ਯੂਨੀਵਰਸਿਟੀ ਦਾ ਮਾਹੌਲ ਸਿਰਜਦੇ ਹਨ। ਉਹ ਅਚਾਨਕ ਚਲਾਣਾ ਕਰ ਗਏ ਸਨ। ਜਦੋਂ ਉਹਨਾਂ ਦਾ ਸੰਸਕਾਰ ਹੋਇਆ ਤਾਂ ਲੱਗਦਾ ਸੀ ਜਿਵੇਂ ਵਿਸ਼ਾਲ ਲਾਇਬ੍ਰੇਰੀ ਵਿੱਚੋਂ ਲਾਟਾਂ ਵਹਿਣ ਪਾ ਰਹੀਆਂ ਸਨ। ਇੱਕ ਵਾਰੀ ਕਿਸੇ ਹੋਰ ਦੇ ਵਿਆਹ ਦੀ ਗੱਲ ਕਰਦਿਆਂ ਉਹਨਾਂ ਆਪ ਹੀ ਦੱਸਿਆ ਸੀ ਕਿ ਉਹਨਾਂ ਦਾ ਇੱਕ ਡਾਕਟਰ ਲੜਕੀ ਨਾਲ ਵਿਆਹ ਹੋਇਆ ਸੀ। ਪਹਿਲੀ ਸ਼ਾਮ ਹੀ ਉਹਨਾਂ ਨੇ ਪਤਨੀ ਦੀ ਉਦਾਸੀ ਵੇਖ ਕੇ ਕਾਰਨ ਜਾਣਨਾ ਚਾਹਿਆ ਤਾਂ ਪਤਾ ਲੱਗਾ ਕਿ ਉਸ ਲੜਕੀ ਨੂੰ ਦੂਜੀ ਜਾਤ ਦੇ ਇੱਕ ਡਾਕਟਰ ਨਾਲ ਪਿਆਰ ਸੀ, ਪਰ ਮਾਪਿਆਂ ਦੇ ਇਤਰਾਜ਼ ਕਾਰਨ ਉਸ ਨਾਲ ਵਿਆਹ ਨਹੀਂ ਸੀ ਹੋਇਆ। ਪ੍ਰੋਫੈਸਰ ਸਾਹਿਬ ਨੇ ਪਤਨੀ ਨੂੰ ਪੁੱਛਿਆ ਕੀ ਉਹ ਡਾਕਟਰ ਅਜੇ ਵੀ ਅਣਵਿਆਹਿਆ ਹੈ? ਪਤਨੀ ਨੇ ਦੱਸਿਆ ਉਹ ਡਾਕਟਰ ਨੇ ਸਹੁੰ ਖਾਧੀ ਹੋਈ ਸੀ ਕਿ ਜੇ ਉਹਦਾ ਮੇਰੇ ਨਾਲ ਵਿਆਹ ਨਾ ਹੋਇਆ ਤਾਂ ਵਿਆਹ ਨਹੀਂ ਕਰਵਾਏਗਾ। ਪ੍ਰੋਫੈਸਰ ਸਾਹਿਬ ਪਤਨੀ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਦਿਆਂ ਉਸੇ ਰਾਤ ਉਹਨੂੰ ਉਸ ਡਾਕਟਰ ਦੇ ਘਰ ਪਹੁੰਚਾ ਆਏ ਸਨ ਤੇ ਆਪ ਉਹਨਾਂ ਨੇ ਸਾਰਾ ਜੀਵਨ ਇਕੱਲੇ ਰਹਿਣ ਦੇ ਪ੍ਰਣ ਨਾਲ ਗਿਆਨ ਨਾਲ ਰਿਸ਼ਤਾ ਗੰਢ ਲਿਆ ਸੀ। ਸਮਝ ਨਹੀਂ ਆ ਰਹੀ ਇਹ ਤਿਆਗ ਸੀ, ਕੁਰਬਾਨੀ ਜਾਂ ਬਨਵਾਸ ਸੀ। ਰਾਮ ਨੂੰ ਬਨਵਾਸ ਭੇਜਿਆ ਗਿਆ ਸੀ, ਪ੍ਰੋਫੈਸਰ ਸਾਹਿਬ ਨੇ ਬਨਵਾਸ ਆਪ ਸਹੇੜਿਆ ਸੀ। ਰਾਮ ਦਾ ਬਨਵਾਸ 14 ਸਾਲ ਦਾ ਸੀ, ਪ੍ਰੋਫੈਸਰ ਸਾਹਿਬ ਨੇ 4 ਬਨਵਾਸ ਕੱਟੇ ਸਨ। ਨੈਕਸਟ, ਇੱਕ ਕਲੱਬ 'ਚ ਬੈਡਮਿੰਟਨ ਖੇਡਣ ਦੀ ਸਹੂਲਤ ਸੀ। 2 ਦੋਸਤਾਂ ਨੂੰ ਬੈਡਮਿੰਟਨ ਖੇਡਣ ਦਾ ਖਿਆਲ ਆਇਆ। ਵੇਖਿਆ ਪਹਿਲਾਂ ਹੀ 2 ਇਸਤਰੀਆਂ ਖੇਡ ਰਹੀਆਂ ਸਨ। ਇੱਕ ਨੇ ਦੂਜੇ ਨੂੰ ਕਿਹਾ, ਪੁੱਛ ਗਿਆ ਕਿੰਨਾ ਚਿਰ ਹੋਰ ਖੇਡਣਗੀਆਂ? ਉਹ ਗਿਆ ਪਰ ਬਿਨਾਂ ਕੁਝ ਕਹੇ ਮੁੜ ਆਇਆ ਤੇ ਦੱਸਿਆ ਇੱਕ ਮੇਰੀ ਪਤਨੀ ਹੈ, ਦੂਜੀ ਮੇਰੀ ਪ੍ਰੇਮਿਕਾ ਹੈ, ਮੈਨੂੰ ਪੁੱਛਣਾ ਠੀਕ ਨਹੀਂ ਲੱਗਿਆ। ਉਹਨੇ ਦੂਜੇ ਨੂੰ ਕਿਹਾ ਤੂੰ ਜਾ ਤੇ ਪਤਾ ਕਰਕੇ ਆ। ਉਹ ਵੀ ਬਿਨਾਂ ਪੁੱਛੇ ਵਾਪਸ ਆ ਗਿਆ। ਕਹਿਣ ਲੱਗਾ ਮੇਰੇ ਨਾਲ ਵੀ ਤੇਰੇ ਵਾਲੀ ਗੱਲ ਵਾਪਰੀ ਹੈ। ਨੈਕਸਟ, ਇੱਕ ਚਾਪਲੂਸ ਦਾ ਵਿਆਹ ਹੋ ਰਿਹਾ ਸੀ। ਬਰਾਤ ਰਵਾਨਾ ਹੋਣ ਲਈ ਤਿਆਰ ਸੀ। ਚਾਪਲੂਸ ਘੋੜੀ 'ਤੇ ਬੈਠ ਚੁੱਕਿਆ ਸੀ। ਉਹਦਾ ਅਫਸਰ ਪਹੁੰਚਿਆ। ਜਦੋਂ ਅਫਸਰ ਸ਼ਗਨ ਦੇਣ ਦੇ ਲਈ
ਨੇੜੇ ਹੋਇਆ ਤਾਂ ਚਾਪਲੂਸ ਨੇ ਘੋੜੀ ਤੋਂ ਉਤਰ ਕੇ ਅਫਸਰ ਨੂੰ ਕਿਹਾ, ਸਰ ਘੋੜੀ ਤੇ ਤੁਸੀਂ ਬੈਠੋ। ਨੈਕਸਟ, ਸਾਡੇ ਸੱਭਿਆਚਾਰ ਵਿੱਚੋਂ ਫੁਲਕਾਰੀ ਦਾ ਲੋਪ ਹੋ ਜਾਣਾ ਸ਼ਾਇਦ ਕੋਈ ਘਾਟਾ ਨਾ ਹੋਵੇ। ਇਸ ਵਸਤ ਦਾ ਬਦਲ ਸ਼ਾਲਾਂ ਹਨ, ਪਰ ਕਲਾ ਦੇ ਅਵਸਰਾਂ ਦਾ ਲੋਪ ਹੋ ਜਾਣਾ, ਭਾਵਾਂ ਨੂੰ ਰੰਗੀਲੇ ਧਾਗਿਆਂ ਦੇ ਰੂਪ 'ਚ ਸਾਕਾਰ ਕਰਨ ਦੇ ਮੌਕਿਆਂ ਦਾ ਗੁਆਚ ਜਾਣਾ, ਸੁਪਨਿਆਂ ਨੂੰ ਉਜਾਗਰ ਕਰਨ ਦੀ ਤਾਂਘ ਦਾ ਮੁੱਕ ਜਾਣਾ, ਸੱਭਿਆਚਾਰ ਦੀ ਗਰੀਬੀ ਹੋ ਨਿਬੜੇਗਾ। ਚਰਖੇ ਦੇ ਲੋਪ ਹੋ ਜਾਣ ਨਾਲ ਪੰਜਾਬੀ ਜੀਵਨ ਦੇ ਉਹ ਪੱਖ ਲੋਪ ਹੋ ਜਾਣਗੇ ਜੋ ਸਦਭਾਵਨਾ, ਪਿਆਰ, ਸਹਿਯੋਗ ਤੇ ਮਿਲ ਬਹਿਣ ਦੇ ਅਵਸਰ ਦਿੰਦੇ ਸਨ, ਦੁੱਖ ਸੁੱਖ ਫੈਲਣ ਦੀ ਮੋਹਲਤ ਦਿੰਦੇ ਸਨ, ਇੱਕ ਦੂਜੇ ਦੇ ਨੇੜੇ ਹੋਣ ਦਾ ਸਬੱਬ ਸਿਰਜਦੇ ਸਨ। ਪੰਜਾਬੀ ਮੁਟਿਆਰਾਂ ਦੇ ਸੁਭਾਅ ਵਿਚਲੀ ਇੱਕ ਦੂਜੀ ਦੇ ਨੇੜੇ ਬਹਿਣ ਦੀ ਉਮੰਗ, ਰਲ ਕੇ ਗਾਉਣ ਤੇ ਕੰਮ ਕਰਨ ਦੀ ਇੱਛਾ ਦੀ ਸਾਂਝ, ਦਰਦ ਵੰਡਾਉਣ ਦੀ ਰੁਚੀ, ਕਿਰਤ ਵਿੱਚੋਂ ਸਵਾਦ ਲੈਣ ਦਾ ਚਾਅ, ਵੰਡ ਕੇ ਖਾਣ ਦੀ ਰੀਝ ਆਦਿ ਤ੍ਰਿੰਝਣਾਂ ਦਾ ਖਾਸਾ ਸਨ। ਧੀਆਂ ਸਹੇਲੀਆਂ ਦੇ ਰਲ ਕੇ ਪੀਂਘ ਝੂਟਣ, ਮਿਲ ਬੈਠਣ, ਮਾਵਾਂ ਧੀਆਂ ਦੇ ਭੇਤ ਸਾਂਝੇ ਕਰਨ, ਬੱਚਿਆਂ ਦੇ ਆਪਣੇ ਨਵੇਂ ਵਿਆਹ ਮਾਮਿਆਂ ਨਾਲ ਖਾਣ ਖੇਡਣ ਦੀ ਭੁੱਖ ਲਾਉਣ ਦੇ ਮੌਕੇ ਸਨ। ਬੱਚਿਆਂ ਦੇ ਆਪਣੇ ਨਵੇਂ ਵਿਆਹੇ ਮਾਮਿਆਂ ਨਾਲ ਖਾਣ ਖੇਡਣ ਦੀ ਭੁੱਖ ਲਾਉਣ ਦੇ ਮੌਕੇ ਸਨ। ਇਹ ਸਾਡੇ ਜੀਵਨ ਵਰਤਾਰੇ ਦੀਆਂ ਝਲਕਾਂ ਤੇ ਪਰਤਾਂ ਸਨ। ਇਹਨਾਂ ਦੇ ਲੋਪ ਹੋ ਜਾਣ ਨਾਲ ਜੀਵਨ ਦਾ ਨਿੱਘ ਤੇ ਤਸੱਲੀ ਹਮੇਸ਼ਾ ਵਾਸਤੇ ਗੁਆਚ ਜਾਏਗੀ ਤੇ ਅਸੀਂ ਸੁੱਕ ਗਏ ਦਰਿਆਵਾਂ ਦੇ ਪਤਨਾਂ ਤੇ ਹੌਕੇ ਭਰਦੇ ਵਿਖਾਈ ਦੇਵਾਂਗੇ। ਨੈਕਸਟ, ਕਿਸੇ ਨੇ ਨਵੀਂ ਕਾਰ ਖਰੀਦੀ ਸੀ, ਸੋਚ ਰਿਹਾ ਸੀ ਸਾਰੇ ਉਹਦੀ ਨਵੀਂ ਕਾਰ ਨੂੰ ਵੇਖਣਗੇ। ਉਹ ਬੜੀ ਤੇਜ਼ੀ ਨਾਲ ਜਾ ਰਿਹਾ ਸੀ। ਅਚਾਨਕ ਇੱਕ ਵੱਟਾ ਉਹਦੀ ਕਾਰ ਦੇ ਪਾਸੇ ਨਾਲ ਵੱਜਿਆ। ਕਾਰ ਇੱਕ ਪਾਸੇ ਕਰਕੇ ਰੋਕੀ। ਇੱਕ ਛੋਟਾ ਜਿਹਾ ਲੜਕਾ ਖੜਾ ਸੀ, ਫੜ ਲਿਆ। ਉਹ ਲੜਕੇ ਨੂੰ ਕੁੱਟਣ ਹੀ ਲੱਗਾ ਸੀ ਕਿ ਲੜਕੇ ਨੇ ਕਿਹਾ, ਮਾਫ਼ ਕਰਨਾ, ਕੋਈ ਰੁਕ ਨਹੀਂ ਸੀ ਰਿਹਾ, ਮੈਨੂੰ ਸੁੱਝ ਨਹੀਂ ਸੀ ਰਿਹਾ ਮੈਂ ਕਾਰ ਰੋਕਣ ਵਾਸਤੇ ਕੀ ਕਰਾਂ। ਮੇਰੀ ਅਪੰਗ ਭੈਣ ਦੀ ਪਹੀਆ ਕੁਰਸੀ ਉਲਟ ਗਈ ਸੀ, ਮੈਂ ਉਹਨੂੰ ਚੁੱਕ ਨਹੀਂ ਸਕਦਾ। ਪਰਮਾਤਮਾ ਤੁਹਾਡਾ ਭਲਾ ਕਰੇ, ਮੈਨੂੰ ਮਾਫ਼ ਕਰ ਦੇਣਾ। ਕਾਰ ਦੇ ਮਾਲਕ ਨੇ ਉਸ ਅਪੰਗ ਲੜਕੇ ਨੂੰ ਚੁੱਕ ਕੇ ਉਲਟੀ ਹੋਈ ਪਹੀਆ ਕੁਰਸੀ ਸਿੱਧੀ ਕਰਕੇ ਫਿਰ ਵਿੱਚ ਬਿਠਾਇਆ। ਭਰਾ ਭੈਣ ਭਰਪੂਰ ਧੰਨਵਾਦ ਕਰਕੇ ਚਲੇ ਗਏ। ਮਾਲਕ ਨੇ ਵੱਟਾ ਲੱਗਣ ਨਾਲ ਪਿਆ ਚਿੱਬ ਠੀਕ ਨਹੀਂ ਸੀ ਕਰਵਾਇਆ, ਕਿਉਂਕਿ ਉਹ ਚਿੱਬ ਉਹਨੂੰ ਯਾਦ ਕਰਵਾਉਂਦਾ ਸੀ ਕਿ ਜ਼ਿੰਦਗੀ ਵਿੱਚੋਂ ਇੰਨੀ ਤੇਜ਼ੀ ਨਾਲ ਨਹੀਂ ਲੰਘਣਾ ਚਾਹੀਦਾ ਕਿ ਤੁਹਾਡਾ ਧਿਆਨ ਖਿੱਚਣ ਵਾਸਤੇ ਕਿਸੇ ਨੂੰ ਵੱਟਾ ਮਾਰਨਾ ਪਏ। ਧੰਨਵਾਦ। ਨੈਕਸਟ, ਇੱਕ ਵਾਰੀ ਇੱਕ ਲੜਕੀ ਨੇ ਆਪਣੀ ਮਾਂ ਨੂੰ ਕਿਹਾ, ਮੈਂ ਤੁਹਾਡੇ ਕੋਲ ਨਹੀਂ ਰਹਿਣਾ, ਮੈਂ ਤਾਂ ਆਪਣੀ ਨਾਨੀ ਕੋਲ ਰਹਾਂਗੀ। ਮਾਂ ਦੀ ਹਉਮੈ ਜ਼ਖਮੀ ਹੋਈ। ਉਹਨੇ ਆਪਣੇ ਆਪ ਵਿੱਚ ਘਾਟ ਨਜ਼ਰ ਆਈ। ਧੀ ਤੇ ਗੁੱਸਾ ਵੀ ਆਇਆ, ਪਰ ਆਪਣੀ ਧੀ ਨੂੰ ਪਰਖਣ ਲਈ ਉਹਨੇ ਸਵੈਮਾਨ ਨਾਲ ਕਿਹਾ, ਮੈਂ ਤੈਨੂੰ ਆਪਣੇ ਕੋਲ ਨਹੀਂ ਰੱਖਣਾ, ਆਪਣਾ ਸਮਾਨ ਬੰਨ੍ਹ ਤੇ ਜਾ। ਧੀ ਨੂੰ ਸਮਾਨ ਇਕੱਠਾ ਕਰਦਿਆਂ ਵੇਖ ਕੇ ਮਾਂ ਬੜੀ ਉਦਾਸ ਸੀ, ਪਰ ਉਹ ਆਪਣੀ ਜਾ ਰਹੀ ਧੀ ਨੂੰ ਵੇਖਦੀ ਰਹੀ। ਧੀ ਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਨਾ ਵੇਖਿਆ। ਆਪਣੀ ਧੀ ਤੋਂ ਬਿਨਾਂ ਮਾਂ ਬੜੀ ਉਦਾਸ, ਪਰੇਸ਼ਾਨ ਤੇ ਬੇਚੈਨ ਸੀ। ਧੀ ਬਿਨਾਂ ਆਪਣਾ ਸਖਣਾਪਨ ਭਰਨ ਲਈ ਉਹਨੇ ਕਈ ਉਪਰਾਲੇ ਕੀਤੇ। ਨਾਵਲ ਪੜ੍ਹਦੀ ਰਹੀ, ਟੈਲੀਵਿਜ਼ਨ ਵੇਖਦੀ ਰਹੀ, ਬਾਜ਼ਾਰ 'ਚੋਂ ਫਜ਼ੂਲ ਚੀਜ਼ਾਂ ਖਰੀਦਦੀ ਰਹੀ, ਪਰ ਧੀ ਬਿਨਾਂ ਅੰਦਰਲੇ ਖਾਲੀਪਣ ਦਾ ਅਹਿਸਾਸ ਵੱਧਦਾ ਗਿਆ। ਸੋਚਿਆ, ਜੇ ਮੁੜ ਆਈ ਤਾਂ ਮੇਰੀ ਹੈ, ਜੇ ਨਹੀਂ ਮੁੜਦੀ ਤਾਂ ਸਮਝਾਂਗੀ ਮੇਰੀ ਹੈ ਹੀ ਨਹੀਂ। ਇਸ ਉਦਾਸੀ ਤੇ ਵਿਯੋਗ ਵਿੱਚ ਕਈ ਦਿਨ ਲੰਘ ਗਏ। ਮਾਂ ਨੂੰ ਉਦੋਂ ਤੱਕ ਸ਼ਾਂਤੀ ਨਾ ਮਿਲੀ ਜਦੋਂ ਤੱਕ ਬੇਟੀ ਦਾ ਫੋਨ ਨਾ ਆਇਆ ਕਿ ਮੈਂ ਵਾਪਸ ਆਉਣਾ ਚਾਹੁੰਦੀ ਹਾਂ। ਦਿਲ ਦੇ ਰਿਸ਼ਤਿਆਂ ਦੀਆਂ ਤਾਰਾਂ ਨਹੀਂ ਹੁੰਦੀਆਂ, ਮੋਹ ਦੀਆਂ ਤੰਦਾਂ ਹੁੰਦੀਆਂ। ਨੈਕਸਟ, ਰੱਬ ਜੀ, ਉਂਝ ਤਾਂ ਤੁਹਾਡਾ ਸਭ ਕੁਝ ਬਣਾਇਆ ਠੀਕ ਹੈ, ਪਰ ਇੱਕ ਦੋ ਗੱਲਾਂ ਹਨ ਜਿਹੜੀਆਂ ਸਮਝ ਨਹੀਂ ਆ ਰਹੀਆਂ, ਪੁੱਛ ਲਵਾਂ? ਰੱਬ ਜੀ, ਤੁਸੀਂ ਜਨਾਨੀ ਨੂੰ ਇੰਨੀ ਸੋਹਣੀ ਕਿਉਂ ਬਣਾਇਆ? ਸੋਹਣੀ ਇਸ ਲਈ ਬਣਾਇਆ ਕਿ ਤੈਨੂੰ ਚੰਗੀ ਲੱਗੇ। ਰੱਬ ਜੀ, ਜਨਾਨੀ ਨੂੰ ਸੋਹਣੀ ਬਣਾਉਣ ਦਾ ਕਾਰਨ ਤਾਂ ਸਮਝ ਆ ਗਿਆ, ਪਰ ਤੁਸੀਂ ਇਹਨੂੰ ਇੰਨੀ ਮੂਰਖ ਕਿਉਂ ਬਣਾਇਆ? ਮੂਰਖ ਇਸ ਲਈ ਬਣਾਇਆ ਕਿ ਤੂੰ ਵੀ ਉਹਨੂੰ ਚੰਗਾ ਲੱਗੇ। ਧੰਨਵਾਦ। ਇੱਕ ਸਮੁੰਦਰੀ ਜਹਾਜ਼ ਵਿੱਚ ਇੱਕ ਲਾਲਚੀ ਮੁਸਾਫਰ ਨੇ ਕਿਸੇ ਹੋਰ ਮੁਸਾਫਰ ਨੂੰ ਸੋਨੇ ਦੀਆਂ ਮੋਹਰਾਂ ਵਾਲੀ ਲਾਲ ਥੈਲੀ ਨਾਲ ਵੇਖਿਆ ਤੇ ਕੁਝ ਚਿਰ ਮਗਰੋਂ ਲਾਲਚੀ ਮੁਸਾਫਰ ਨੇ ਰੌਲਾ ਪਾ ਦਿੱਤਾ ਕਿ ਮੋਹਰਾਂ ਵਾਲੀ ਮੇਰੀ ਲਾਲ ਥੈਲੀ ਕਿਸੇ ਨੇ ਚੁਰਾ ਲਈ ਹੈ। ਵਿਰੋਧ ਕਰਨ ਦੇ ਬਾਵਜੂਦ ਸਾਰੀਆਂ ਸਵਾਰੀਆਂ ਦੀ ਤਲਾਸ਼ੀ ਲਈ ਗਈ। ਜਿਸ ਮੁਸਾਫਰ ਤੋਂ ਥੈਲੀ ਮਿਲਣ ਦੀ ਆਸ ਸੀ, ਉਹ ਤੋਂ ਥੈਲੀ ਨਹੀਂ ਮਿਲੀ। ਗੱਲ ਆਈ ਗਈ ਹੋਣ ਉਪਰੰਤ ਮੁੱਕ ਗਈ।
ਉਸ ਬੇਈਮਾਨ ਨੇ 3-4 ਦਿਨਾਂ ਮਗਰੋਂ ਥੈਲੀ ਵਾਲੇ ਮੁਸਾਫਰ ਨੂੰ ਪੁੱਛਿਆ, ਤੁਹਾਡੀ ਥੈਲੀ ਕਿੱਥੇ ਗਈ? ਥੈਲੀ ਵਾਲੇ ਮੁਸਾਫਰ ਨੇ ਕਿਹਾ, ਅਜਿਹੀ ਥੈਲੀ ਮੇਰੇ ਕੋਲ ਫੇਰ ਆ ਜਾਏਗੀ, ਪਰ ਤੇਰੀ ਜ਼ਿੰਦਗੀ 'ਚ ਥੈਲੀ ਦਾ ਮਾਲਕ ਬਣਨ ਦਾ ਅਵਸਰ ਮੁੜ ਨਹੀਂ ਆਏਗਾ। ਮੇਰੇ ਲਈ ਮਹੱਤਵਪੂਰਨ ਮੇਰੀ ਥੈਲੀ ਨਹੀਂ ਸੀ, ਮੇਰੇ ਲਈ ਇੱਜ਼ਤ ਵਧੇਰੇ ਕੀਮਤੀ ਸੀ। ਮੈਂ ਆਪਣੀ ਇੱਜ਼ਤ ਬਚਾਉਣ ਵਾਸਤੇ ਉਹ ਥੈਲੀ ਕੁਰਬਾਨ ਕਰ ਦਿੱਤੀ ਸੀ। ਉਹ ਮੈਂ ਸਮੁੰਦਰ 'ਚ ਸੁੱਟ ਦਿੱਤੀ ਸੀ। ਮੈਂ ਜੋ ਚਾਹਿਆ ਸੀ ਮਿਲ ਗਿਆ ਸੀ। ਮੈਂ ਇੱਜ਼ਤ ਬਚਾਉਣੀ ਚਾਹੀ ਸੀ, ਬਚ ਗਈ ਸੀ, ਪਰ ਤੂੰ ਜੋ ਚਾਹਿਆ ਸੀ ਉਹ ਤੈਨੂੰ ਨਹੀਂ ਸੀ ਮਿਲਿਆ। ਨੈਕਸਟ। ਯੂਰਪ ਵਿੱਚ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਦਾਸ ਮਾਯੂਸ ਨਹੀਂ ਹੁੰਦੇ। ਉਹ ਕੁੱਤੇ ਪਾਲਦੇ ਹਨ। ਕੁੱਤੇ ਪਾਲਣ ਦਾ ਉਹਨਾਂ ਦਾ ਆਪਣਾ ਤਰਕ ਹੈ। ਉਹਨਾਂ ਦਾ ਕਹਿਣਾ ਹੈ ਕਿ ਕੁੱਤੇ ਨਾ ਕੇਵਲ ਬੱਚਿਆਂ ਦੀ ਘਾਟ ਪੂਰੀ ਕਰਦੇ ਹਨ, ਇਹ ਬੱਚਿਆਂ ਨਾਲੋਂ ਵੀ ਵਧੇਰੇ ਆਨੰਦ ਦਿੰਦੇ ਹਨ, ਕਿਉਂਕਿ ਕਿਧਰੇ ਜਾਣ ਵਾਸਤੇ ਉਹਨਾਂ ਨੂੰ ਤਿਆਰ ਨਹੀਂ ਕਰਨਾ ਪੈਂਦਾ। ਉਹ ਬੱਚਿਆਂ ਵਾਂਗ ਅੜੀ ਨਹੀਂ ਕਰਦੇ, ਰੁੱਸਦੇ ਨਹੀਂ, ਜ਼ਿੱਦ ਨਹੀਂ ਕਰਦੇ, ਝੂਠ ਨਹੀਂ ਬੋਲਦੇ। ਉਹਨਾਂ ਨੂੰ ਸਰਦੀਆਂ 'ਚ ਵਾਧੂ ਕੱਪੜੇ ਨਹੀਂ ਪਵਾਉਣੇ ਪੈਂਦੇ। ਕੁੱਤੇ ਕਿਧਰੇ ਜਾਣ ਘੜੀ ਨਹੀਂ ਵੇਖਦੇ, ਕਿਧਰੇ ਵੀ ਜਲਦੀ ਕਰਨ ਲਈ ਨਹੀਂ ਕਹਿੰਦੇ, ਬਾਰ-ਬਾਰ ਮਿੰਨਤਾਂ ਕਰਕੇ ਉਠਾਉਣਾ ਨਹੀਂ ਪੈਂਦਾ। ਕਿਧਰੇ ਜਾਣ ਵੇਲੇ ਕੁੱਤੇ ਇਹ ਨਹੀਂ ਕਹਿੰਦੇ ਕਿ ਮੈਂ ਨਹੀਂ ਜਾਣਾ ਜਾਂ ਮੈਂ ਤਾਂ ਉੱਥੇ ਜਾਵਾਂਗਾ। ਕੁੱਤਿਆਂ ਲਈ ਵੱਖਰਾ ਟੈਲੀਫੋਨ ਨਹੀਂ ਲਵਾਉਣਾ ਪੈਂਦਾ। ਜਿੰਨੀ ਵਾਰ ਜਦੋਂ ਵੀ ਜਿੱਥੇ ਵੀ ਬੁਲਾਈਏ ਭੱਜ ਕੇ ਆਉਂਦੇ ਹਨ। ਜਿੰਨੀ ਵਾਰ ਬਾਹਰੋਂ ਆਓ ਉਨੀ ਵਾਰ ਇਵੇਂ ਸਵਾਗਤ ਕਰਦੇ ਹਨ ਜਿਵੇਂ ਕੋਈ ਲੰਮੇ ਅਰਸੇ ਮਗਰੋਂ ਮੁੜਿਆ ਹੋਵੇ। ਜੇਕਰ ਮਾਲਕ ਗਾਏ ਤਾਂ ਕੁੱਤਾ ਬੁਰਾ ਨਹੀਂ ਮਨਾਉਂਦਾ। ਕੁੱਤਾ ਬੜੇ ਧੀਰਜ ਨਾਲ ਉਡੀਕਦਾ ਹੈ, ਸ਼ਿਕਾਇਤ ਨਹੀਂ ਕਰਦਾ। ਜੇਕਰ ਕੁੱਤਾ ਚੰਗਾ ਨਾ ਹੋਵੇ ਜਾਂ ਚੰਗਾ ਨਾ ਨਿਕਲੇ ਤਾਂ ਲੋਕ ਮਾਲਕ ਨੂੰ ਉਹਦਾ ਪਿਤਾ ਹੋਣ ਦਾ ਤਾਨਾ ਨਹੀਂ ਮਾਰਦੇ। ਨੈਕਸਟ। ਕਲਾਕਾਰ ਅਣਖੀਲੇ ਹੁੰਦੇ ਹਨ। ਉਹ ਆਪਣੀ ਕਲਾ ਦਾ ਅਪਮਾਨ ਸਹਿਣ ਨਹੀਂ ਕਰਦੇ। ਇੱਕ ਧਨਾਢ ਇਸਤਰੀ ਨੇ ਇੱਕ ਵੱਡੇ ਤੇ ਪ੍ਰਸਿੱਧ ਮੂਰਤੀਕਾਰ ਨੂੰ ਆਪਣੇ ਸਵਰਗਵਾਸੀ ਪਤੀ ਦਾ ਵੱਡ ਆਕਾਰੀ ਚਿਹਰਾ ਬਣਾਉਣ ਲਈ ਕਿਹਾ। ਜਦੋਂ ਚਿਹਰਾ ਬਣ ਗਿਆ, ਇਸਤਰੀ ਨੇ ਕਿਹਾ, 1 ਮਹੀਨਾ ਹੀ ਲੱਗਿਆ ਹੈ, ਪਰ ਤੁਸੀਂ ਬਹੁਤ ਪੈਸੇ ਮੰਗ ਰਹੇ ਹੋ। ਮੂਰਤੀਕਾਰ ਨੇ ਕਿਹਾ, ਇਸ 1 ਮਹੀਨੇ ਪਿੱਛੇ 50 ਸਾਲ ਦਾ ਅਭਿਆਸ ਹੈ। ਇਹਨੂੰ 1 ਮਹੀਨਾ ਨਹੀਂ ਬਣਾਉਣ ਵਾਸਤੇ 50 ਸਾਲ 1 ਮਹੀਨਾ ਲੱਗਿਆ। ਉਸ ਮੂਰਤੀਕਾਰ ਨੇ ਆਪਣੀ ਬਣਾਈ ਉਸ ਮੂਰਤੀ ਨੂੰ ਠੋਕਰ ਮਾਰੀ ਤੇ ਚਕਨਾਚੂਰ ਕਰ ਦਿੱਤੀ ਤੇ ਕਿਹਾ, ਤੁਸੀਂ ਮੂਰਤੀ ਬਣਵਾਉਣ ਦੀ ਥਾਂ ਸਬਜ਼ੀ ਮੰਡੀ 'ਚੋਂ ਇੱਕ ਪੇਠਾ ਖਰੀਦ ਕੇ ਆਪਣੇ ਡਰਾਇੰਗ ਰੂਮ 'ਚ ਰੱਖ ਲੈਣਾ। ਨੈਕਸਟ। ਇਜ਼ਰਾਈਲ 'ਚ ਜਦੋਂ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਬਹੁਤ ਵੱਧ ਗਈਆਂ ਤਾਂ ਪਾਰਲੀਮੈਂਟ ਨੇ ਹਨੇਰਾ ਪੈਣ ਉਪਰੰਤ ਇਸਤਰੀਆਂ ਦੇ ਬਾਹਰ ਨਿਕਲਣ 'ਤੇ ਪਾਬੰਦੀ ਲਾਉਣ ਦਾ ਸੁਝਾਅ ਦਿੱਤਾ। ਪਰ ਉਸ ਵੇਲੇ ਦੀ ਮਹਿਲਾ ਪ੍ਰਧਾਨ ਮੰਤਰੀ ਗੋਲਡਾ ਮੇਅਰ ਨੇ ਕਿਹਾ ਕਿ ਪਾਬੰਦੀ ਇਸਤਰੀਆਂ 'ਤੇ ਨਹੀਂ ਲੱਗੇਗੀ, ਪੁਰਸ਼ਾਂ 'ਤੇ ਲੱਗੇਗੀ ਜਿਹੜੇ ਬਲਾਤਕਾਰ ਕਰਦੇ ਹਨ। ਨੈਕਸਟ। ਸਿਧਾਰਥ ਮਹਿਲ ਤਿਆਗ ਕੇ ਮੰਗਤਾ ਬਣਿਆ, ਪਰ ਕਿਸੇ ਨੇ ਮੰਗਤਾ ਬਣਨ ਨਾ ਦਿੱਤਾ। ਉਹ ਲੋਕਾਂ ਦੇ ਦਿਲਾਂ ਦਾ ਬਾਦਸ਼ਾਹ ਬਣਿਆ। ਉਹਨੇ ਕਪਿਲਵਸਤੂ ਦਾ ਇੱਕ ਮਹਿਲ ਤਿਆਗਿਆ, ਪਰ ਲੱਖਾਂ ਕਰੋੜਾਂ ਦਿਲਾਂ 'ਚ ਉਸ ਲਈ ਮਹਿਲ ਉਸਰ ਗਏ। ਲੋਕਾਂ ਦੇ ਦਿਲ ਬੁੱਧ ਦੀਆਂ ਰਾਜਧਾਨੀਆਂ ਹਨ। ਸੰਸਾਰ ਭਰ ਦੇ ਬੋਧੀ ਭਾਰਤ ਤੇ ਭਾਰਤੀਆਂ ਦਾ ਇਸ ਲਈ ਸਤਿਕਾਰ ਕਰਦੇ ਹਨ ਕਿਉਂਕਿ ਬੁੱਧ ਦਾ ਜਨਮ ਭਾਰਤ 'ਚ ਹੋਇਆ। ਉਹਨੂੰ ਸਦੀਵੀ ਗਿਆਨ ਦੀ ਪ੍ਰਾਪਤੀ ਭਾਰਤ 'ਚ ਹੋਈ। ਜਦੋਂ ਬੁੱਧ ਨੂੰ ਗਿਆਨ ਹੋ ਗਿਆ ਤਾਂ ਉਹਦੀ ਹਰ ਗੱਲ, ਹਰ ਸ਼ਬਦ, ਹਰ ਸੈਨਤ ਨਿਆਰੀ ਹੋ ਗਈ। ਇੱਕ ਨਰਤਕੀ ਨੇ ਸ਼ਰਧਾ ਨਾਲ ਬੁੱਧ ਨੂੰ ਆਪਣੇ ਗ੍ਰਹਿ ਵਿਖੇ ਆਉਣ ਲਈ ਬੇਨਤੀ ਕੀਤੀ ਤੇ ਬੁੱਧ ਨੇ ਉਹਦਾ ਨਿਉਤਾ ਪ੍ਰਵਾਨ ਕਰ ਲਿਆ। ਲਿਛਵੀ ਸਮਰਾਟ ਨਹੀਂ ਸੀ ਚਾਹੁੰਦਾ ਕਿ ਬੁੱਧ ਨਰਤਕੀ ਅਮਰਪਾਲੀ ਦੇ ਘਰ ਜਾਵੇ। ਉਹਨੇ ਵੀ ਜਦੋਂ ਬੁੱਧ ਨੂੰ ਉਸੇ ਦਿਨ ਲਈ ਆਪਣੇ ਮਹਿਲ ਆਉਣ ਦਾ ਨਿਉਤਾ ਦਿੱਤਾ ਤਾਂ ਬੁੱਧ ਨੇ ਕਿਹਾ, ਮਿੱਤਰ, ਇਸ ਦਿਨ ਅਮਰਪਾਲੀ ਦੇ ਘਰ ਜਾਣਾ ਹੈ। ਲਿਛਵੀ ਨੇ ਕਿਹਾ, ਤਾਂ ਫਿਰ ਅਸੀਂ ਅਮਰਪਾਲੀ ਤੋਂ ਵੀ ਹੀਣੇ ਹੋ ਗਏ ਤੇ ਉਹ ਸਾਡੇ ਤੋਂ ਉੱਚੀ ਹੋ ਗਈ। ਬੁੱਧ ਨੇ ਧੀਰਜ ਨਾਲ ਕਿਹਾ, ਕੋਈ ਉੱਚਾ ਨੀਵਾਂ ਨਹੀਂ ਹੈ, ਗੱਲ ਧਰਮ ਦੀ ਹੈ। ਧਰਮ ਉੱਚਾ ਹੈ। ਅਮਰਪਾਲੀ ਨੂੰ ਵਚਨ ਦਿੱਤਾ ਹੈ, ਦਿੱਤੇ ਵਚਨ ਦਾ ਧਰਮ ਪਾਲਣਾ ਹੈ। ਧਰਮ ਵੱਡਾ ਹੈ, ਇਕਰਾਰ ਧਰਮ ਦੀ ਜੜ ਹੈ। ਉਸ ਦਿਨ ਬੁੱਧ ਲਿਛਵੀ ਦੇ ਮਹਿਲ ਨਹੀਂ ਗਏ, ਅਮਰਪਾਲੀ ਦੇ ਘਰ ਗਏ। ਜਦੋਂ ਬੁੱਧ ਸੰਸਾਰ ਤੋਂ ਵਿਦਾ ਹੋਏ ਤਾਂ ਉਹਨਾਂ ਦੀ ਦੇਹ 1 ਸਪਤਾਹ ਵਾਸਤੇ ਦਰਸ਼ਨਾਂ ਲਈ ਰੱਖੀ ਗਈ। 7 ਦਿਨ ਅਮਰਪਾਲੀ ਉੱਥੇ ਬਹਿ ਕੇ ਗਾਉਂਦੀ ਰਹੀ। ਸ਼ਮਸ਼ਾਨ ਜਾਂਦਿਆਂ ਉਹ ਅੱਗੇ ਅੱਗੇ ਸਾਰਾ ਰਸਤਾ ਨੱਚਦੀ ਰਹੀ। ਉਸ ਉਪਰੰਤ ਅਮਰਪਾਲੀ ਕਿਸੇ ਮਹਿਲ 'ਚ ਗਾਉਣ ਨੱਚਣ ਨਹੀਂ ਗਈ। ਅਮਰਪਾਲੀ ਬੁੱਧ ਦੀ ਮੀਰਾ ਸੀ। ਨੈਕਸਟ। ਸਾਰੀ ਜ਼ਿੰਦਗੀ ਮਿਹਨਤ ਕਰਨ ਨਾਲ ਅਮੀਰ ਬਣੇ ਇੱਕ ਵਿਅਕਤੀ ਦੇ 22 ਸਾਲ ਦੇ ਪੁੱਤਰ ਨੇ ਪੁੱਛਿਆ, ਮੈਂ ਮਰਸਡੀਜ਼ ਕਾਰ ਲੈ ਲਵਾਂ?
ਪਿਤਾ ਨੇ ਸੋਚਿਆ ਉਸ ਕੋਲ 22 ਸਾਲ ਦੀ ਉਮਰ ਵਿੱਚ ਇੱਕ ਪੁਰਾਣਾ ਸਾਈਕਲ ਹੀ ਸੀ। ਪਿਤਾ ਨੇ ਕਿਹਾ, ਹਾਂ ਲੈ ਲਓ, ਪਰ ਅੰਦਰ ਨਾ ਵੇਖੋ, ਬਾਹਰ ਵੇਖੋ। ਜੇ ਜ਼ਿੰਦਗੀ ਨੂੰ ਮਿਹਨਤ ਕੀਤੇ ਬਿਨਾਂ ਹੀ ਮਾਣਨ ਵਾਸਤੇ ਕੁਝ ਖਰੀਦਣਾ ਹੈ ਤਾਂ ਅੰਦਰ ਨਾ ਵੇਖੋ, ਅਰਥਾਤ ਆਪਣੇ ਪਰਿਵਾਰਕ ਵਸੀਲਿਆਂ ਨੂੰ ਨਾ ਵਰਤੋ। ਬਾਹਰ ਵੇਖੋ, ਅਰਥਾਤ ਆਪ ਕਮਾਓ ਜਾਂ ਆਪਣੇ ਉਪਜਾਏ ਵਸੀਲਿਆਂ ਨੂੰ ਵਰਤੋ। ਨੈਕਸਟ, ਜਿਵੇਂ ਭਾਰਤ ਵਾਸੀਆਂ ਨੇ ਅੰਗਰੇਜ਼ਾਂ ਵਿਰੁੱਧ ਆਜ਼ਾਦੀ ਸੰਗਰਾਮ ਕੀਤਾ ਸੀ, ਉਹੋ ਜਿਹਾ ਹੀ ਸੰਗਰਾਮ ਉੱਤਰੀ ਆਇਰਲੈਂਡ ਦੇ ਲੋਕ ਲੰਮੇ ਅਰਸੇ ਤੋਂ ਇੰਗਲੈਂਡ ਵਿਰੁੱਧ ਕਰਦੇ ਰਹੇ ਸਨ, ਜਿਸ ਦੌਰਾਨ ਸੈਂਕੜੇ ਹਜ਼ਾਰਾਂ ਜਾਨਾਂ ਦਾਅ 'ਤੇ ਲੱਗੀਆਂ, ਕਈਆਂ ਨੂੰ ਕੈਦ ਹੋਈ, ਅਨੇਕਾਂ ਨੂੰ ਤਸੀਹੇ ਸਹੇ। ਆਇਰਲੈਂਡ ਦੇ ਲੋਕ ਸੱਤਿਆਗ੍ਰਹਿ 'ਚ ਵਿਸ਼ਵਾਸ ਨਹੀਂ ਸੀ ਕਰਦੇ। ਉਹਨਾਂ ਦਾ ਢੰਗ ਭਗਤ ਸਿੰਘ ਤੇ ਸੁਭਾਸ਼ ਚੰਦਰ ਬੋਸ ਵਾਲਾ ਸੀ। ਉਹਨਾਂ ਨੇ ਕਈ ਬੰਬ ਧਮਾਕੇ ਕੀਤੇ, ਹਥਿਆਰਬੰਦ ਬਗਾਵਤਾਂ ਵੀ ਕੀਤੀਆਂ। ਇੰਗਲੈਂਡ ਦੇ ਪ੍ਰਧਾਨ ਮੰਤਰੀ ਤੇ ਗ੍ਰੇਨੇਡਾਂ ਨਾਲ ਕਈ ਹਮਲੇ ਵੀ ਕੀਤੇ, ਪਰ ਪ੍ਰਧਾਨ ਮੰਤਰੀ ਹਰ ਵਾਰੀ ਬਚ ਜਾਂਦਾ ਸੀ। ਜਦੋਂ ਪ੍ਰਧਾਨ ਮੰਤਰੀ ਉੱਤੇ ਗ੍ਰੇਨੇਡ ਨਾਲ ਹਮਲਾ ਕਰਨ ਵਾਲੇ ਇੱਕ ਸੰਗਰਾਮੀ 'ਤੇ ਮੁਕੱਦਮਾ ਚੱਲਿਆ ਤਾਂ ਉਹਨੇ ਅਦਾਲਤ ਵਿੱਚ ਕਿਹਾ ਸੀ, ਪ੍ਰਧਾਨ ਮੰਤਰੀ ਨੂੰ ਹਰ ਵਾਰੀ ਚੰਗੀ ਕਿਸਮਤ ਵਾਲਾ ਹੋਣਾ ਪੈਂਦਾ ਹੈ, ਸਾਡੀ ਕਿਸਮਤ ਇੱਕ ਵਾਰ ਹੀ ਚਮਕਣੀ ਹੈ। ਨੈਕਸਟ, ਇੱਕ ਕਸਬੇ 'ਚ ਦੋ ਭਰਾ ਰੱਜ ਕੇ ਭੈੜੇ, ਬਦਮਾਸ਼, ਲੜਾਕੇ ਤੇ ਬੇਈਮਾਨ ਸਨ, ਪਰ ਬਣਦੇ ਬੜੇ ਸ਼ਰੀਫ ਸਨ। ਹਰ ਸ਼ਨੀਵਾਰ ਮੰਦਰ ਜਾਂਦੇ ਸਨ, ਦਾਨ ਪੁੰਨ ਵੀ ਕਰਦੇ ਸਨ। ਜਦੋਂ ਮੰਦਰ ਦਾ ਨਵਾਂ ਪ੍ਰੋਹਤ ਆਇਆ ਤਾਂ ਉਹਨੇ ਨਵਾਂ ਮੰਦਰ ਉਸਾਰਨ ਦਾ ਉਪਰਾਲਾ ਆਰੰਭਿਆ। ਇੰਨੇ 'ਚ ਇੱਕ ਭਰਾ ਮਰ ਗਿਆ। ਦੂਜੇ ਨੇ ਪ੍ਰੋਹਤ ਨੂੰ ਮੰਦਰ ਉਸਾਰਨ ਲਈ ਵੱਡੀ ਰਕਮ ਦਿੰਦਿਆਂ ਕਿਹਾ ਕਿ ਮੈਂ ਆਪਣੇ ਭਰਾ ਦੀ ਯਾਦ 'ਚ ਇੱਕ ਸਮਾਗਮ ਕਰਨਾ ਚਾਹੁੰਦਾ। ਉਸ ਸਮਾਗਮ 'ਚ ਤੁਸੀਂ ਮੇਰੇ ਭਰਾ ਨੂੰ ਸੰਤ ਕਹਿਣਾ ਹੀ ਨਹੀਂ, ਸਾਬਤ ਵੀ ਕਰਨਾ। ਪ੍ਰੋਹਤ ਨੇ ਕਿਹਾ, ਯਤਨ ਕਰਾਂਗਾ। ਕੁਝ ਦਿਨ ਮਗਰੋਂ ਸਮਾਗਮ ਵਾਲੇ ਦਿਨ ਜਦੋਂ ਸੰਗਤ ਜੁੜ ਗਈ ਤਾਂ ਪ੍ਰੋਹਤ ਨੇ ਕਿਹਾ ਕਿ ਮਰ ਗਿਆ ਭਰਾ ਬੜਾ ਨੀਚ ਤੇ ਕਮੀਨਾ ਸੀ। ਉਹ ਬੜਾ ਭੈੜਾ ਬੰਦਾ ਸੀ, ਲੋਕਾਂ ਨੂੰ ਲੁੱਟਦਾ ਤੇ ਧਮਕਾਉਂਦਾ ਸੀ। ਪਰ ਜੇ ਮਰ ਗਏ ਭਰਾ ਦੀ ਜਿਉਂਦੇ ਭਰਾ ਨਾਲ ਤੁਲਨਾ ਕੀਤੀ ਜਾਏ ਤਾਂ ਮਰ ਗਿਆ ਭਰਾ ਪੂਰਾ ਸੰਤ ਸੀ ਤੇ ਪੂਜਣਯੋਗ ਸੀ। ਨੈਕਸਟ, ਸੰਸਾਰ ਦੇ ਸਭ ਤੋਂ ਸਿਆਣੇ ਬਾਦਸ਼ਾਹ ਸੁਲੇਮਾਨ ਨੂੰ ਕਿਹਾ ਗਿਆ ਕਿ ਉਹ ਸੁੰਘੇ ਬਿਨਾਂ ਅਸਲੀ ਫੁੱਲਾਂ ਨੂੰ ਨਕਲੀ ਫੁੱਲਾਂ ਨਾਲੋਂ ਨਿਖੇੜ ਕੇ ਦੱਸੇ। ਸੁਲੇਮਾਨ ਨੇ ਬਾਰੀ ਖੋਲ੍ਹ ਦਿੱਤੀ, ਸ਼ਹਿਦ ਦੀਆਂ ਮੱਖੀਆਂ ਦੇ ਵਿਹਾਰ ਤੋਂ ਦੱਸ ਦਿੱਤਾ ਕਿ ਅਸਲੀ ਕਿਹੜੇ ਹਨ, ਨਕਲੀ ਕਿਹੜੇ ਹਨ। ਇਵੇਂ ਹੀ ਜਦੋਂ ਮਨੁੱਖ ਦੇ ਦਿਲ ਦਿਮਾਗ ਦੀਆਂ ਬਾਰੀਆਂ ਖੁੱਲ੍ਹੀਆਂ ਹੋਣ ਤਾਂ ਅਸਲੀ ਤੇ ਨਕਲੀ, ਮੁੱਲਵਾਨ ਤੇ ਨਿਗੂਣੇ ਵਿਚਾਰਾਂ ਦਾ ਫਰਕ ਪਤਾ ਲੱਗ ਜਾਂਦਾ ਹੈ। ਮਹੱਤਵਪੂਰਨ ਕਾਰਜ ਦਿਲ ਦਿਮਾਗ ਦੀਆਂ ਬਾਰੀਆਂ ਨੂੰ ਖੋਲ੍ਹਣਾ ਤੇ ਖੁੱਲ੍ਹਾ ਰੱਖਣਾ ਹੁੰਦਾ ਹੈ। ਨੈਕਸਟ, ਇਸਤਰੀ ਦੇ ਗਰਭਵਤੀ ਹੋਣ ਦੀ ਸੂਚਨਾ ਕਿਵੇਂ ਦਿੱਤੀ ਜਾਂਦੀ ਰਹੀ ਹੈ। 19ਵੀਂ ਸਦੀ ਦੇ ਪਹਿਲੇ ਅੱਧ 'ਚ ਕਿਹਾ ਜਾਂਦਾ ਸੀ, ਹੁਣ ਉਹ ਘਰ ਹੀ ਰਹਿੰਦੀ ਹੈ, ਬਾਹਰ ਨਹੀਂ ਜਾਂਦੀ। ਦੂਜੇ ਅੱਧ 'ਚ ਕਿਹਾ ਜਾਣ ਲੱਗ ਪਿਆ, ਉਹਦੇ ਪੈਰ ਭਾਰੀ ਹਨ। ਸਦੀ ਦੇ ਅੰਤ 'ਤੇ ਕਹਿਣ ਦਾ ਰਿਵਾਜ ਸੀ ਕਿ ਉਹਨੂੰ ਉਮੀਦ ਲੱਗ ਗਈ ਹੈ। 20ਵੀਂ ਸਦੀ ਦੀ ਪਹਿਲੀ ਚੌਥਾਈ 'ਚ ਕਿਹਾ ਗਿਆ ਉਹ ਮਾਂ ਬਣਨ ਵਾਲੀ ਹੈ। ਦੂਜੀ ਚੌਥਾਈ 'ਚ ਕਿਹਾ ਗਿਆ ਉਹ ਬੱਚੇ ਲਈ ਸਵੈਟਰ ਬਣ ਰਹੀ ਹੈ। ਤੀਜੀ 'ਚ ਕਿਹਾ ਗਿਆ ਉਹ ਗਰਭਵਤੀ ਹੈ। 20ਵੀਂ ਸਦੀ ਦੇ ਅੰਤ 'ਚ ਕਿਹਾ ਜਾਣ ਲੱਗ ਪਿਆ ਉਹ ਜੂਨ ਵਿੱਚ ਇੱਕ ਲੜਕੇ ਨੂੰ ਜਨਮ ਦੇਵੇਗੀ। ਅਗਲੇ 2-3 ਦਹਾਕਿਆਂ 'ਚ ਕਿਹਾ ਜਾਏਗਾ ਉਹਦੇ ਪਹਿਲੇ ਵਿਆਹ ਤੋਂ ਵੀ 2 ਬੱਚੇ ਹਨ, ਤੀਜਾ ਬੱਚਾ ਗੋਦ ਲਿਆ ਜਾ ਰਿਹਾ ਹੈ। ਨੈਕਸਟ, ਅਸੀਂ ਸਾਰੇ ਸਫਲ ਹੋਣ ਯੋਗ ਹੁੰਦੇ ਹਾਂ, ਸਫਲ ਹੋ ਸਕਦੇ ਹਾਂ, ਪਰ ਅਸੀਂ ਅਣਜਾਣੇ ਹੀ ਆਪਣੀ ਸਫਲਤਾ ਨੂੰ ਅਸਫਲਤਾ ਬਣਾ ਲੈਂਦੇ ਹਾਂ। ਵਿਦਿਆਰਥੀ ਤਿਆਰੀ ਕਰਕੇ ਇਮਤਿਹਾਨ ਦੇਣ ਉਪਰੰਤ ਪ੍ਰੀਖਿਆ 'ਚ ਸਫਲ ਹੁੰਦਾ ਹੈ, ਪਰ ਨਤੀਜਾ ਨਿਕਲਣ 'ਤੇ ਉਹ ਆਪਣੀ ਨਹੀਂ, ਦੂਜਿਆਂ ਦੀ ਚੰਗੇਰੀ ਕਾਰਗੁਜ਼ਾਰੀ ਵੱਲ ਧਿਆਨ ਦੇ ਕੇ ਆਪਣੇ ਆਪ ਨੂੰ ਅਸਫਲ ਸਮਝਣ ਲੱਗ ਪੈਂਦਾ ਹੈ। ਕਿਸੇ ਨੂੰ ਪਿਆਰ ਕਰਨਾ ਵੀ ਸਫਲਤਾ ਹੈ, ਕਿਸੇ ਵੱਲੋਂ ਪਿਆਰ ਕੀਤੇ ਜਾਣਾ ਵੀ ਸਫਲਤਾ ਹੈ, ਪਰ ਸ਼ੱਕ ਤੇ ਸਾੜੇ ਕਾਰਨ ਅਸੀਂ ਪਿਆਰ ਤੋੜਦੇ ਆਪ ਹਾਂ, ਪਰ ਬੇਵਫਾਈ ਦਾ ਦੋਸ਼ ਦੂਜੇ 'ਤੇ ਲਾ ਕੇ ਅਸਫਲਤਾ ਦਾ ਸੰਤਾਪ ਹੰਢਾਉਂਦੇ ਹਾਂ। ਵਿਆਹ ਕਰਵਾਉਣਾ ਵੀ ਸਫਲਤਾ ਹੈ, ਕਿਸੇ ਦਾ ਤੁਹਾਡੇ ਨਾਲ ਵਿਆਹ ਕਰਵਾਉਣ ਲਈ ਮੰਨ ਜਾਣਾ ਤੁਹਾਡੀ ਸਫਲਤਾ ਹੈ, ਪਰ ਅਸੀਂ ਦੂਜੇ ਉੱਤੇ ਅਜਿਹੇ ਬੋਝ ਪਾਉਣ ਲੱਗ ਪੈਂਦੇ ਹਾਂ ਕਿ ਇੱਕ ਦੂਜੇ ਤੋਂ ਅਜਿਹੀਆਂ ਕੁਰਬਾਨੀਆਂ ਮੰਗਣ ਲੱਗ ਪੈਂਦੇ ਹਾਂ ਕਿ ਦੋਵੇਂ ਅਸਫਲਤਾ ਦੇ ਰਾਹ ਪੈ ਜਾਂਦੇ ਹਨ। ਬੱਚਾ ਲਾਇਕ ਹੈ, ਮਾਪਿਆਂ ਦੀ ਸਫਲਤਾ ਹੈ, ਪਰ ਉਹਦੇ ਹਰ ਪ੍ਰੀਖਿਆ 'ਚ ਅੱਵਲ ਆਉਣ ਦੀ ਜ਼ਿੱਦ ਕਾਰਨ ਅਸੀਂ ਬੱਚੇ ਲਈ ਅਸਫਲਤਾ ਸਿਰਜ ਕੇ ਹੀਣ ਭਾਵਨਾ ਜਗਾ ਕੇ ਉਹਨੂੰ ਉਦਾਸੀ ਦੇ ਰਾਹ ਪਾ ਦਿੰਦੇ ਹਾਂ। ਰੁਜ਼ਗਾਰ ਮਿਲਣ 'ਚ ਸਫਲਤਾ ਮਿਲੀ ਹੈ, ਪਰ ਹੋਰਾਂ ਤੋਂ ਤਰੱਕੀ ਪਹਿਲਾਂ ਨਾ ਮਿਲਣ ਵਿੱਚ ਅਸਫਲਤਾ ਕਾਰਨ ਅਸੀਂ ਢਹਿੰਦੀ ਕਲਾ 'ਚ ਰਹਿੰਦੇ ਹਾਂ। ਸਾਡਾ ਧਿਆਨ ਕਿੱਥੇ ਹੈ? ਲੋੜ ਧਿਆਨ ਨੂੰ ਅਸਫਲਤਾ ਤੋਂ ਹਟਾ ਕੇ ਸਫਲਤਾ 'ਤੇ ਲਾਉਣ ਦੀ ਹੈ। ਜਿੱਤੇ ਧਿਆਨ ਲਾਵਾਂਗੇ ਉਹੀ ਵਾਪਰੇਗਾ।
ਨੈਕਸਟ, ਵਧੇਰੇ ਪੈਸੇ ਵਧੇਰੇ ਪ੍ਰਸੰਨਤਾ ਨਹੀਂ ਦਿੰਦੇ। ਪ੍ਰਸੰਨ ਕਰਨ ਵਾਲੀਆਂ ਚੀਜ਼ਾਂ ਦਾ ਪੈਸੇ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੁੰਦਾ। ਇਹ ਸਮਝ ਹੀ ਮਨੁੱਖ ਨੂੰ ਸਿਆਣਾ ਬਣਾਉਣ ਲਈ ਕਾਫੀ ਹੈ। ਜੀਵਨ ਲਈ ਪੈਸੇ ਜ਼ਰੂਰੀ ਹੈ, ਪਰ ਪੈਸਾ ਹੀ ਸਭ ਕੁਝ ਨਹੀਂ ਹੈ। ਪ੍ਰਸੰਨਤਾ ਸਮਝ ਸੂਝ ਵਿੱਚ ਉਪਜਦੀ ਹੈ, ਇਹ ਕਿਧਰੇ ਵਿਕਦੀ ਮਿਲਦੀ ਨਹੀਂ। ਤੁਸੀਂ ਪੜ੍ਹੇ ਲਿਖੇ ਹੋ, ਤੁਹਾਨੂੰ ਕਿੰਨੇ ਪੈਸੇ ਮਿਲ ਜਾਣ ਕਿ ਤੁਸੀਂ ਅਨਪੜ੍ਹ ਬਣਨ ਅਤੇ ਅਨਪੜ੍ਹਾਂ 'ਚ ਰਹਿਣ ਲਈ ਤਿਆਰ ਹੋ ਜਾਓਗੇ। ਦੋ ਅੱਖਾਂ ਹਨ, ਇੱਕ ਵੇਚ ਦੇਈਏ ਲੱਖਾਂ ਰੁਪਏ ਮਿਲ ਸਕਦੇ ਹਨ। ਕੀ ਇਹ ਪੈਸੇ ਪ੍ਰਸੰਨਤਾ ਦੇਣਗੇ? ਅਸੀਂ ਸੋਚਦੇ ਹੀ ਨਹੀਂ ਕਿ ਕੁਦਰਤ ਨੇ ਪ੍ਰਸੰਨ ਹੋਣ ਲਈ ਬੜੀਆਂ ਕੀਮਤੀ ਚੀਜ਼ਾਂ ਸਾਨੂੰ ਮੁਫਤ 'ਚ ਦਿੱਤੀਆਂ। ਕੋਈ ਇਸਤਰੀ ਕਿੰਨੇ ਪੈਸੇ ਲੈ ਕੇ ਆਪਣੇ ਆਪ ਨੂੰ ਮਾਂ ਬਣਨ ਤੋਂ ਵਿਰਵਾ ਰੱਖਣ ਲਈ ਤਿਆਰ ਹੋ ਜਾਏਗੀ? ਰਾਜਧਾਨੀ ਦਾ ਵਾਸੀ ਕਿੰਨੇ ਪੈਸੇ ਲੈ ਕੇ ਪਛੜੇ ਪਿੰਡ 'ਚ ਰਹਿਣਾ ਪਸੰਦ ਕਰੇਗਾ? ਕੋਈ ਵਿਦਵਾਨ ਕਿੰਨੇ ਪੈਸੇ ਲੈ ਕੇ ਮੰਨ ਜਾਏਗਾ ਕਿ ਉਹ ਬਾਕੀ ਰਹਿੰਦੀ ਜ਼ਿੰਦਗੀ ਦੌਰਾਨ ਕੋਈ ਪੁਸਤਕ ਨਹੀਂ ਪੜ੍ਹੇਗਾ? ਅਸੀਂ ਇਹ ਸੋਚ ਕੇ ਆਪਣੇ ਪ੍ਰਸੰਨ ਹੋਣ 'ਚ ਰੁਕਾਵਟਾਂ ਪਾਉਂਦੇ ਰਹਿੰਦੇ ਹਾਂ ਕਿ ਪੈਸਾ ਹੋਣ 'ਤੇ ਹੀ ਪ੍ਰਸੰਨਤਾ ਮਿਲੇਗੀ। ਨੈਕਸਟ, ਇੱਕ ਵਪਾਰੀ ਨੇ ਅਨੇਕਾਂ ਤੋਂ ਉਧਾਰ ਲਿਆ ਹੋਇਆ ਸੀ। ਆਖਰ ਉਹਦਾ ਦਿਵਾਲਾ ਨਿਕਲ ਗਿਆ। ਲੈਣਦਾਰਾਂ ਤੋਂ ਡਰਦਾ ਉਹ ਘਰੋਂ ਬਾਹਰ ਨਹੀਂ ਸੀ ਜਾਂਦਾ। ਬਾਹਰ ਜਾਣ ਦਾ ਖਿਆਲ ਆਉਂਦਿਆਂ ਉਹਨੂੰ ਘਬਰਾਹਟ ਹੋਣ ਲੱਗ ਜਾਂਦੀ ਸੀ। ਬਾਹਰ ਜਾਣਾ ਨਹੀਂ ਸੀ ਚਾਹੁੰਦਾ। ਪੌੜੀਆਂ ਉਤਰਦਿਆਂ ਪੈਰ ਫਿਸਲ ਗਿਆ, ਡਿੱਗ ਪਿਆ, ਅਧਰੰਗ ਹੋ ਗਿਆ। ਬਾਹਰ ਜਾਣਾ, ਬਾਜ਼ਾਰ ਜਾਣਾ ਸੰਭਵ ਨਾ ਰਿਹਾ। ਇਸ ਲਈ ਵਾਪਰਿਆ ਕਿਉਂਕਿ ਉਹਨੇ ਅਚੇਤ ਪੱਧਰ 'ਤੇ ਚਾਹਿਆ ਸੀ ਕਿ ਬਾਹਰ ਨਾ ਜਾਣਾ ਪਵੇ, ਘਰੋਂ ਨਾ ਨਿਕਲਣਾ ਪਵੇ, ਲੈਣਦਾਰਾਂ ਦਾ ਸਾਹਮਣਾ ਨਾ ਕਰਨਾ ਪਏ। ਇਸ ਪੱਖ ਤੋਂ ਅਧਰੰਗ ਉਹਨੂੰ ਹੋਇਆ ਨਹੀਂ ਸੀ, ਉਹਨੇ ਕਰਵਾ ਲਿਆ ਸੀ। ਮਨ ਬਾਹਰ ਜਾਣ ਤੋਂ ਘਬਰਾਉਂਦਾ ਸੀ, ਸਰੀਰ ਨੇ ਅਧਰੰਗ ਸਹੇੜ ਕੇ ਸਹਿਯੋਗ ਦਿੱਤਾ। ਜਦੋਂ ਕਿਸੇ ਲੈਣਦਾਰ ਦਾ ਸੁਨੇਹਾ ਆਉਂਦਾ, ਉਹ ਇਹੀ ਕਹਿੰਦਾ ਕਿ ਅਧਰੰਗ ਕਾਰਨ ਕੁਝ ਵੀ ਕਰਨ ਤੋਂ ਮਜਬੂਰ ਤੇ ਲਾਚਾਰ ਆ। ਅਧਰੰਗ ਦੌਰਾਨ ਇੱਕ ਵਾਰੀ ਘਰ 'ਚ ਅੱਗ ਲੱਗ ਗਈ। ਸਾਰੇ ਨਿਕਲ ਗਏ, ਇਹ ਵੀ ਚੱਲ ਕੇ ਬਾਹਰ ਨਿਕਲ ਗਿਆ। ਅੱਗ ਕਾਰਨ ਭੁੱਲ ਹੀ ਗਿਆ ਕਿ ਇਹਨੂੰ ਅਧਰੰਗ ਸੀ। ਬਾਹਰ ਜਾ ਕੇ ਲੋਕਾਂ ਦੀ ਭੀੜ ਵੇਖ ਕੇ ਯਾਦ ਆਇਆ ਕਿ ਮੈਂ ਤਾਂ ਅਨੇਕਾਂ ਦਾ ਉਧਾਰ ਮੋੜਨਾ, ਮੈਨੂੰ ਤਾਂ ਅਧਰੰਗ ਹੋ ਗਿਆ ਸੀ, ਫਿਰ ਡਿੱਗ ਪਿਆ। ਹਰ ਕਿਸੇ ਨੇ ਕਿਹਾ ਅਧਰੰਗ ਹੋਇਆ ਹੈ, ਡਿੱਗਣਾ ਹੀ ਸੀ। ਅਜਿਹੇ ਅਧਰੰਗ ਦਾ ਇਲਾਜ ਸੰਭਵ ਨਹੀਂ। ਇਹ ਅਧਰੰਗ ਨਵੀਆਂ ਅਲਾਮਤਾਂ ਉਪਜਾਉਂਦਾ ਰਹੇਗਾ ਜਦੋਂ ਤੱਕ ਉਹ ਬਾਜ਼ਾਰ ਜਾਣ ਦੀ ਹਿੰਮਤ ਨਹੀਂ ਕਰਦਾ, ਲੈਣੇਦਾਰਾਂ ਦਾ ਸਾਹਮਣਾ ਕਰਨ ਦਾ ਸਾਹਸ ਨਹੀਂ ਜੁਟਾਉਂਦਾ। ਸਰੀਰ ਰੋਗੀ ਹੀ ਰਹੇਗਾ। ਨੈਕਸਟ, ਜਿਸ ਚੀਜ਼ 'ਤੇ ਵੀ ਪਾਬੰਦੀ ਲਾਈ ਜਾਂਦੀ ਹੈ ਉਹਦੀ ਚੰਗੀ ਮਾੜੀ ਹੋਣ ਦਾ ਵਿਚਾਰ ਨਹੀਂ ਕੀਤਾ ਜਾਂਦਾ। ਪਾਬੰਦੀ ਹੋਣ ਕਰਕੇ ਪਾਬੰਦੀ ਉਹਦਾ ਵਿਰੋਧ ਹੁੰਦਾ ਹੈ। ਸਵਾਜ਼ੀਲੈਂਡ ਨਾਂ ਦੇ ਦੇਸ਼ 'ਚ ਔਰਤਾਂ ਨੂੰ ਸ਼ਕਤੀਸ਼ਾਲੀ, ਆਧੁਨਿਕ ਤੇ ਅਗਾਂਹ ਵਧੂ ਬਣਾਉਣ ਵਾਸਤੇ ਬੁਰਕਾ ਪਹਿਨਣ ਦੀ ਪਹਿਲਾਂ ਮਨਾਹੀ ਕੀਤੀ ਗਈ ਸੀ, ਪਰ ਜਦੋਂ ਕੋਈ ਅਸਰ ਨਾ ਹੋਇਆ ਤਾਂ ਪਾਬੰਦੀ ਲਾਈ ਗਈ। ਹੋਰ ਔਰਤਾਂ ਨੇ ਹੀ ਬੁਰਕਾ ਹਟਾਉਣ ਦਾ ਵਿਰੋਧ ਕੀਤਾ। ਜਦੋਂ ਉਸ ਹਾਕਮ ਦਾ ਤਖਤਾ ਪਲਟ ਦਿੱਤਾ ਗਿਆ ਤਾਂ ਔਰਤਾਂ ਨੇ ਇਹਨੂੰ ਆਪਣੀ ਵੱਡੀ ਸਫਲਤਾ ਦੱਸਿਆ ਤੇ ਉਹ ਫੇਰ ਬੁਰਕਾ ਪਹਿਨਣ ਲੱਗ ਪਈਆਂ। ਨੈਕਸਟ, ਜਦੋਂ ਮੈਂ ਪ੍ਰਸੰਨ ਸੀ ਤਾਂ ਤੁਸੀਂ ਮੇਰੇ ਨਾਲ ਨੱਚੇ ਸੀ। ਜਦੋਂ ਮੈਂ ਉਦਾਸ ਸੀ ਤੁਸੀਂ ਮੇਰੇ ਅੱਥਰੂ ਪੂੰਝੇ ਸੀ। ਜਦੋਂ ਮੈਂ ਗਵਾਚ ਗਿਆ ਸਾਂ ਤੁਸੀਂ ਮੈਨੂੰ ਠੀਕ ਰਾਹ ਵਿਖਾਇਆ ਸੀ। ਤੁਸੀਂ ਕਿਹਾ ਸੀ ਨਵੇਂ ਰਾਹ ਉਹਨਾਂ ਨੂੰ ਹੀ ਲੱਭਦੇ ਹਨ ਜਿਹੜੇ ਗਵਾਚ ਜਾਂਦੇ ਹਨ। ਜਦੋਂ ਮੈਂ ਅਸਫਲ ਹੋਇਆ ਤੁਸੀਂ ਕਿਹਾ ਸੀ ਆਪਣੀ ਯੋਗਤਾ 'ਚ ਭਰੋਸਾ ਰੱਖੋ। ਜਦੋਂ ਮੇਰਾ ਮਨ ਸਾੜੇ ਤੇ ਈਰਖਾ ਨਾਲ ਭਰਿਆ ਹੋਇਆ ਸੀ ਤਾਂ ਤੁਸੀਂ ਸਾਵਧਾਨ ਕਰਦਿਆਂ ਕਿਹਾ ਸੀ ਨਿਆਂਪੂਰਨ ਤੇ ਦਇਆਵਾਨ ਬਣੋ। ਜਦੋਂ ਮੈਨੂੰ ਦਰਦ ਹੋ ਰਿਹਾ ਸੀ ਤਾਂ ਤੁਸੀਂ ਮੈਨੂੰ ਸੁਆ ਕੇ ਮੇਰਾ ਦਰਦ ਲੈ ਗਏ ਸੀ। ਜਦੋਂ ਮੈਂ ਬਹੁਤ ਗੁੱਸੇ 'ਚ ਸੀ ਤਾਂ ਤੁਸੀਂ ਕਿਹਾ ਸੀ ਕਿ ਮਰਨ ਦੀ ਮਰਜ਼ੀ ਹੈ। ਤੁਸੀਂ ਗੁੱਸੇ ਨਾਲ ਬਰਬਾਦ ਹੋਣ ਤੋਂ ਪਹਿਲਾਂ ਮੈਨੂੰ ਸਬਰ ਤੇ ਖਿਮਾ ਨਾਲ ਭਰ ਦਿੱਤਾ ਸੀ। ਜਦੋਂ ਮੈਂ ਪਿਆਰ ਕਰਨਾ ਭੁੱਲਿਆ ਤੁਸੀਂ ਪਿਆਰ ਕਰਕੇ ਕਿਹਾ ਇਵੇਂ ਹੀ ਕਰੀਦਾ ਹੈ। ਜਦੋਂ ਮੈਂ ਥੱਕਿਆ ਹੋਇਆ ਸਾਂ ਤੁਸੀਂ ਮੈਨੂੰ ਹਿੰਮਤ ਤੇ ਸਾਹਸ ਨਾਲ ਭਰ ਦਿੱਤਾ ਸੀ। ਜਦੋਂ ਮੈਂ ਯਤਨ ਕਰ ਰਿਹਾ ਸੀ ਤੁਸੀਂ ਕਿਹਾ ਸੀ ਆਪਣੀ ਜਿੱਤ ਵਿੱਚ ਨਿਸ਼ਚੇ ਨਾਲ ਯਤਨ ਕਰੋ। ਤੁਸੀਂ ਮੈਨੂੰ ਸਫਲਤਾ 'ਚ ਨਿਮਾਣਾ ਬਣਨਾ ਸਿਖਾਇਆ ਸੀ। ਮੇਰੀ ਹਾਰ ਵਿੱਚ ਤੁਸੀਂ ਮੇਰੀ ਪੱਤ ਰੱਖੀ ਸੀ। ਜਦੋਂ ਮੈਂ ਡਿੱਗ ਪਿਆ ਸੀ ਤੁਸੀਂ ਮੈਨੂੰ ਉਠਾਇਆ ਹੀ ਨਹੀਂ ਸੀ, ਅਸਮਾਨ ਵੀ ਵਿਖਾਇਆ ਸੀ ਤੇ ਕਿਹਾ ਸੀ ਉੱਥੇ ਪਹੁੰਚਣਾ ਹੈ। ਜਦੋਂ ਮੈਂ ਉੱਚੇ ਗਗਨਾਂ 'ਚ ਉੱਡ ਰਿਹਾ ਸੀ ਤੁਸੀਂ ਯਾਦ ਕਰਵਾਇਆ ਸੀ ਕਿ ਥੱਲੇ ਧਰਤੀ ਨੂੰ ਨਹੀਂ ਭੁੱਲਣਾ। ਹੇ ਪਰਮਾਤਮਾ, ਤੁਹਾਨੂੰ ਮੇਰੀ ਲੋੜ ਨਹੀਂ, ਮੈਨੂੰ ਤੁਹਾਡੀ ਲੋੜ ਹੈ। ਕਿਸੇ ਵੀ ਹਾਲਤ ਵਿੱਚ ਮੇਰਾ ਤੁਹਾਡੇ ਬਿਨਾਂ ਗੁਜ਼ਾਰਾ ਨਹੀਂ। ਧੰਨਵਾਦ।
ਨੈਕਸਟ, ਜਦੋਂ ਰਵਿੰਦਰਨਾਥ ਟੈਗੋਰ ਨੂੰ ਸਾਹਿਤ ਦਾ ਨੋਬੇਲ ਪੁਰਸਕਾਰ ਮਿਲਿਆ ਤਾਂ ਬੰਗਾਲ ਦੇ ਸਨਕੀ ਪਰੰਪਰਾਵਾਦੀ ਸਕੂਲ ਅਧਿਆਪਕ ਕਿਹਾ ਕਰਦੇ ਸਨ ਕਿ ਟੈਗੋਰ ਨੂੰ ਬੰਗਲਾ ਲਿਖਣੀ ਨਹੀਂ ਆਉਂਦੀ ਅਤੇ ਸਕੂਲਾਂ ਦੀ ਅੰਦਰਲੀ ਪ੍ਰੀਖਿਆ ਵਿੱਚ ਇਹ ਅਧਿਆਪਕ ਟੈਗੋਰ ਦੀ ਲਿਖਤ ਦਾ ਕੋਈ ਇੱਕ ਪੈਰਾ ਦਰਜ ਕਰਕੇ ਵਿਦਿਆਰਥੀਆਂ ਨੂੰ ਉਹ ਪੈਰਾ ਸ਼ੁੱਧ ਬੰਗਲਾ 'ਚ ਲਿਖਣ ਲਈ ਕਹਿੰਦੇ ਸਨ। ਸ਼ੁੱਧ ਬੰਗਲਾ ਲਿਖਣ ਵਾਲੇ ਸਕੂਲ ਅਧਿਆਪਕ ਹੀ ਰਹੇ। ਅਸ਼ੁੱਧ ਬੰਗਲਾ ਲਿਖਣ ਵਾਲੇ ਟੈਗੋਰ ਨੂੰ ਨੋਬੇਲ ਪੁਰਸਕਾਰ ਮਿਲ ਗਿਆ। ਨੈਕਸਟ, ਵਿਕਾਸ ਕਰਨ ਦਾ ਅਵਸਰ ਹਰ ਕਿਸੇ ਨੂੰ ਮਿਲਦਾ ਹੈ, ਪਰ ਲਾਭ ਉਠਾਉਣ ਦੀ ਯੋਗਤਾ ਸਮਰੱਥਾ ਵਿੱਚ ਸੂਝ ਨਾ ਹੋਣ ਕਰਕੇ ਮਿਲੇ ਹੋਏ ਅਵਸਰ ਅਜਾਈਂ ਚਲੇ ਜਾਂਦੇ ਹੈ। ਇੱਕ ਲੜਕਾ ਆਪਣੇ ਪਿੰਡ ਤੋਂ ਕਈ ਮੀਲ ਦੂਰ ਸਕੂਲ 'ਚ ਪੜ੍ਹਨ ਜਾਂਦਾ ਸੀ। ਉਹ ਲਾਇਕ ਤੇ ਹੋਣਹਾਰ ਸੀ। ਉਹਦਾ ਅਧਿਆਪਕ ਜਾਣਦਾ ਸੀ ਉਸ ਵਿੱਚ ਵੱਡੇ ਅਹੁਦੇ 'ਤੇ ਪਹੁੰਚਣ ਦੀਆਂ ਸੰਭਾਵਨਾਵਾਂ ਸਨ ਅਤੇ ਜੀਵਨ 'ਚ ਕੁਝ ਬਣ ਕੇ ਉਹ ਆਲੇ ਦੁਆਲੇ ਦੀ ਨੁਹਾਰ ਬਦਲ ਸਕਦਾ ਹੈ। ਸਕੂਲ ਦੇ ਇਮਤਿਹਾਨਾਂ ਦੇ ਨੇੜੇ ਇੱਕ ਵਾਰੀ ਉਹਦਾ ਅਧਿਆਪਕ ਉਹਦੇ ਘਰ ਗਿਆ ਅਤੇ ਪਿਤਾ ਨਾਲ ਉਹਦੇ ਪੁੱਤਰ ਦੇ ਚੰਗੇ ਭਵਿੱਖ ਦੀਆਂ ਗੱਲਾਂ ਕੀਤੀਆਂ ਅਤੇ ਕਿਹਾ ਕਿ ਉਹ ਚਾਹੁੰਦਾ ਸੀ ਕਿ ਆਉਣ ਜਾਣ 'ਚ ਸਮਾਂ ਅਜਾਈਂ ਗੁਆਂਢ ਤੋਂ ਬਚਾਉਣ ਲਈ ਲੜਕਾ ਉਹਦੇ ਘਰ ਰਹਿ ਕੇ ਤਿਆਰੀ ਕਰੇ। ਅਧਿਆਪਕ ਨੇ ਸਾਰਾ ਖਰਚਾ ਬਰਦਾਸ਼ਤ ਕਰਨ ਦੀ ਪੇਸ਼ਕਸ਼ ਵੀ ਕੀਤੀ। ਕੁਝ ਦਿਨਾਂ ਦੀ ਗੱਲ ਸੀ, ਪਰ ਪਿਤਾ ਨੇ ਪਿੰਡ ਦੇ ਕਿਸੇ ਜਾਣੂ ਨਾਲ ਗੱਲ ਕੀਤੀ, ਜਿਹਨੇ ਸਾਰੀ ਗੱਲ ਸੁਣ ਕੇ ਸਲਾਹ ਦਿੱਤੀ, ਬਿਲਕੁਲ ਨਾ ਭੇਜੀ, ਸਗੋਂ ਸਕੂਲੋਂ ਹੀ ਹਟਾ ਲੈ। ਮਾਸਟਰ ਤੇਰੀ ਜ਼ਮੀਨ ਵੇਖ ਗਿਆ, ਮੁੰਡਾ ਉਹਨੇ ਮੋੜਨਾ ਨਹੀਂ ਅਤੇ ਇਸ ਨਾਲ ਆਪਣੀ ਕੁੜੀ ਵਿਆਹ ਦੇਗਾ। ਪਿਤਾ ਨੇ ਅਧਿਆਪਕ ਦੀ ਗੱਲ ਨਹੀਂ ਮੰਨੀ। ਪਿੰਡ ਦੇ ਸਿਆਣੇ ਜਾਣੂ ਦੀ ਮੰਨ ਲਈ। ਜਿਸ ਲੜਕੇ 'ਚ ਪੜ੍ਹ ਕੇ ਡਾਕਟਰ ਇੰਜੀਨੀਅਰ ਬਣਨ ਦੀਆਂ ਸੰਭਾਵਨਾਵਾਂ ਸਨ, ਉਹ ਅੱਜ ਕੱਲ੍ਹ ਘਰ ਘਰ ਜਾ ਕੇ ਪਾਣੀ ਦੀ ਮਿਲਾਵਟ ਵਾਲਾ ਦੁੱਧ ਪਾਉਂਦਾ ਹੈ। ਨੈਕਸਟ, ਇੱਕ ਇਸਤਰੀ ਦੱਸ ਰਹੀ ਸੀ ਕਿ ਉਹਦੇ ਜੁੜਵੇਂ 2 ਪੁੱਤਰ ਹਨ। ਮੈਂ ਉਹਨਾਂ ਦੀਆਂ ਨੈਪੀਆਂ ਧੋਂਦੀ ਬਦਲਦੀ ਅਤੇ ਬੋਤਲਾਂ ਬਦਲਦੀ ਰਹਿੰਦੀ ਹਾਂ। ਇੱਕ ਚੁੱਪ ਕਰਦਾ, ਦੂਜਾ ਰੋਣ ਲੱਗ ਪੈਂਦਾ। ਸਹੇਲੀ ਨੇ ਕਿਹਾ, ਧੀਰਜ ਰੱਖ, ਵੱਡੇ ਹੋ ਕੇ ਇੱਕ ਦੂਜੇ ਨਾਲ ਖੇਡਿਆ ਕਰਨਗੇ। ਖੇਡਦੇ ਹਨ 2 ਮਿੰਟ ਵਾਸਤੇ, ਤੀਜੇ ਮਿੰਟ ਵੱਖਰੇ ਕਰਨੇ ਪੈਂਦੇ ਹਨ। ਮੈਨੂੰ ਤਾਂ ਡਰ ਹੀ ਲੱਗਦਾ ਰਹਿੰਦਾ ਕਿਧਰੇ ਇੱਕ ਦੂਜੇ ਨੂੰ ਮਾਰ ਹੀ ਨਾ ਦੇਣ, ਕਿਉਂਕਿ ਮਗਰੋਂ ਜਨਮ ਲੈਣ ਵਾਲਾ ਪਹਿਲੇ ਨਾਲੋਂ ਖੂੰਖਾਰ ਹੈ। ਧੀਰਜ ਰੱਖ, ਥੋੜ੍ਹੇ ਜਿਹੇ ਵੱਡੇ ਹੋ ਕੇ ਇੱਕ ਦੂਜੇ ਦੇ ਸਾਥੀ ਬਣ ਗਏ, ਪਰ ਹਰ ਵੇਲੇ ਮੇਰੇ ਵਿਰੁੱਧ ਹੀ ਮੋਰਚਾ ਖੋਲ੍ਹੀ ਰੱਖਦੇ ਹਨ। ਇੱਕ ਨੂੰ ਕੁਝ ਕਾਂ, ਦੂਜਾ ਮੁੱਕਾ ਤਾਣ ਕੇ ਖਲੋ ਜਾਂਦਾ। ਮੈਂ ਦੂਜੇ ਨਾਲ ਸਿੱਝਣ ਵਾਸਤੇ ਪਹਿਲੇ ਨੂੰ ਭੁੱਲ ਜਾਂਦੀ ਹਾਂ। ਦੋਵੇਂ ਆਪਣੀਆਂ ਸ਼ਿਕਾਇਤਾਂ ਦੁੱਗਣੀਆਂ ਕਰਕੇ 2-2 ਵਾਰੀ ਦੱਸਦੇ ਹਨ। ਮੈਂ ਇੱਕ ਨਾਲ ਇਨਸਾਫ ਕਰਨ ਲੱਗਦੀ ਹਾਂ, ਦੂਜਾ ਭੜਕ ਉੱਠਦਾ। ਦੋਵੇਂ ਰਲ ਕੇ ਮੈਨੂੰ ਹਰਾ ਦਿੰਦੇ ਹਨ। ਸ਼ਾਂਤੀ ਕਿੱਥੇ ਹੈ? ਇਹ ਤਾਂ ਦੂਰੀ ਮੁਸੀਬਤ ਹਨ। ਕੋਈ ਆ ਕੇ ਵੇਖੇ, ਇਹ ਬੱਚੇ ਹਨ ਕਿ ਬੰਬ? ਪਰ ਜੇ ਇਹ ਮੈਨੂੰ ਨਾ ਦਿਸਣ ਤਾਂ ਮੈਨੂੰ ਕੁਝ ਹੋਣ ਲੱਗ ਪੈਂਦਾ। ਨੈਕਸਟ, ਕੰਮ ਅਤੇ ਕਸਰਤ 'ਚ ਅੰਤਰ ਹੁੰਦਾ ਹੈ। ਕਸਰਤ ਸਾਨੂੰ ਤਰੋ ਤਾਜ਼ਾ ਕਰਦੀ ਹੈ। ਕਸਰਤ ਨਾਲ ਤਾਕਤ ਉਪਜਦੀ ਹੈ। ਕੰਮ ਵਿੱਚ ਇੱਕ ਖਰਚ ਹੁੰਦੀ ਹੈ। ਕੰਮ ਉਹ ਹੁੰਦਾ ਜਿਹੜਾ ਅਸੀਂ ਰੋਜ਼ ਕਰਨਾ ਪੈਂਦਾ। ਕੰਮ ਉਪਜੀਵਕਾ ਦਾ ਸਾਧਨ ਹੈ। ਕਸਰਤ ਸਾਡੀ ਆਪਣੀ ਮਰਜ਼ੀ ਹੁੰਦੀ ਹੈ। ਇਹਦੇ ਕਰਨ ਨਾ ਕਰਨ ਦਾ ਨਿਰਣਾ ਅਸੀਂ ਕਰਦੇ ਹਾਂ। ਕਸਰਤ ਦੀ ਮਜਬੂਰੀ ਨਹੀਂ ਹੁੰਦੀ। ਕਸਰਤ ਕਰਨੀ ਚੰਗੀ ਲੱਗਦੀ ਹੈ। ਜੇ ਕੋਈ ਡਾਕੀਏ ਵਾਂਗ ਸਾਰਾ ਦਿਨ ਦੂਰ ਤੱਕ ਟੁਰ ਕੇ ਜਾਂਦਾ ਹੈ ਜਾਂ ਮਜ਼ਦੂਰ ਵਾਂਗ ਬੋਝ ਚੁੱਕਦਾ ਹੈ, ਇਹਦਾ ਅਰਥ ਇਹ ਨਹੀਂ ਕਿ ਉਹ ਕਸਰਤ ਵੀ ਕਰ ਰਿਹਾ ਹੈ। ਡਾਕੀਆ ਸਾਰਾ ਦਿਨ ਆਪਣੇ ਟੁਰਨ ਨੂੰ ਸੈਰ ਨਹੀਂ ਕਹਿ ਸਕਦਾ, ਕਿਉਂਕਿ ਉਹਨੂੰ ਕੰਮ ਮੁਕਾਉਣ ਦੀ ਨਿਰੰਤਰ ਚਿੰਤਾ ਹੁੰਦੀ ਹੈ। ਕਸਰਤ ਕਰਨ ਦੀ ਚਿੰਤਾ ਨਹੀਂ ਹੁੰਦੀ, ਖੁਸ਼ੀ ਮਿਲਦੀ ਹੈ। ਕੰਮ ਨੂੰ ਵਿਸ਼ੇਸ਼ ਢੰਗ ਨਾਲ ਕਰਨ ਦੀ ਮਜਬੂਰੀ ਹੁੰਦੀ ਹੈ। ਕਸਰਤ ਦੀ ਮਜਬੂਰੀ ਨਹੀਂ ਹੁੰਦੀ ਹੈ, ਜਿਵੇਂ ਚਾਹੀਏ ਕੀਤੀ ਜਾ ਸਕਦੀ ਹੈ। ਕੰਮ ਆਪਣੇ ਆਪ 'ਚ ਇੱਕ ਉਦੇਸ਼ ਹੈ, ਕਮਾਈ ਦਾ ਸਾਧਨ ਹੈ, ਜਦਕਿ ਕਸਰਤ ਦਾ ਕੋਈ ਉਦੇਸ਼ ਨਹੀਂ ਹੁੰਦਾ। ਪ੍ਰਸੰਨਤਾ ਅਤੇ ਸ਼ਕਤੀ ਇਹਦੇ ਫਲ ਹੁੰਦੇ ਹਨ। ਜੇ ਸਾਰਾ ਦਿਨ ਕਸਰਤ ਕਰੋਗੇ, ਉਹ ਕੰਮ ਬਣ ਜਾਏਗਾ, ਥਕਾ ਦੇਗਾ। ਕੰਮ ਪੈਸੇ ਕਮਾਉਣ ਲਈ ਕੀਤਾ ਜਾਂਦਾ ਹੈ। ਕਸਰਤ ਖੁਸ਼ਹਾਲੀ ਦੇ ਅਨੁਭਵ ਅਤੇ ਉਸਾਰੂ ਦ੍ਰਿਸ਼ਟੀ ਲਈ ਕੀਤੀ ਜਾਂਦੀ ਹੈ। ਜੇ ਲਗਭਗ 1 ਘੰਟੇ ਤੋਂ ਵੱਧ ਕਸਰਤ ਕਰੋਗੇ, ਉਹ ਕੰਮ ਬਣ ਜਾਏਗਾ। ਜਿਮ ਚਲਾਉਣ ਵਾਲੇ ਕੰਮ ਕਰਦੇ ਹਨ, ਉੱਥੇ ਆਉਣ ਵਾਲੇ ਕਸਰਤ ਕਰਦੇ ਹਨ। ਕੰਮ ਵੇਲੇ ਕੰਮ ਕਰਨ ਨਾਲ ਅਮੀਰੀ ਮਿਲੇਗੀ, ਜੀਵਨ ਪੱਧਰ ਸੁਧਰੇਗਾ। ਕਸਰਤ ਵੇਲੇ ਕਸਰਤ ਕਰਨ ਨਾਲ ਤੰਦਰੁਸਤੀ ਮਿਲੇਗੀ, ਖੁਸ਼ਹਾਲੀ ਆਏਗੀ। ਨੈਕਸਟ, ਦਰਦ ਹੋ ਰਿਹਾ, ਬੜਾ ਦਰਦ ਹੋ ਰਿਹਾ, ਪਰੇਸ਼ਾਨ ਕਰ ਰਿਹਾ। ਸ਼ਾਇਦ ਦਿਲ ਦਾ ਦੌਰਾ ਪੈ ਗਿਆ। ਡਾਕਟਰ ਆਉਂਦਾ ਹੈ, ਪਰਖ ਕਰਕੇ ਦਵਾਈ ਮੰਗਵਾਉਂਦਾ ਹੈ, ਦੱਸਦਾ 3 ਦਿਨ 'ਚ ਪੂਰੀ ਤਰ੍ਹਾਂ ਠੀਕ ਹੋ ਜਾਓਗੇ। ਇਹ ਸੁਣ ਕੇ ਦਰਦ ਘਟ ਜਾਂਦਾ ਹੈ, ਸਹਿਣਯੋਗ ਹੋ ਜਾਂਦਾ ਹੈ। ਪਹਿਲਾ ਤੌਖਲਾ ਸੀ, ਇਹ ਦਰਦ ਮੌਤ ਦਾ ਕਾਰਨ ਬਣੇਗਾ। ਮੌਤ ਦਾ ਡਰ ਨਿਕਲ ਗਿਆ, ਜਿਉਣ ਦੀ ਆਸ ਬੱਝ ਗਈ ਹੈ।
ਪਹਿਲਾਂ ਮੌਤ ਦਾ ਤੌਖਲਾ ਸੀ, ਹੁਣ ਜ਼ਿੰਦਗੀ ਦਾ ਹੁੰਗਾਰਾ ਹੈ। ਨੈਕਸਟ, ਮੇਰਾ ਇੱਕ ਮਿੱਤਰ ਕਹਿ ਰਿਹਾ ਸੀ, ਜਦੋਂ ਤੱਕ ਸਕੂਲ ਦੇ ਸਿਲੇਬਸ 'ਚ ਅਲਜਬਰਾ ਰਹੇਗਾ, ਬੱਚੇ ਸਕੂਲ 'ਚ ਸਵੇਰੇ ਪ੍ਰਾਰਥਨਾ ਕਰਦੇ ਰਹਿਣਗੇ। ਸਕੂਲ 'ਚ ਪੜ੍ਹਦਿਆਂ 9ਵੀਂ ਜਮਾਤ 'ਚ ਉਹਨੂੰ ਅਲਜਬਰਾ ਬੜਾ ਔਖਾ ਲੱਗਦਾ ਸੀ। ਇਹ ਉਹਦੀ ਸਭ ਤੋਂ ਵੱਡੀ ਮੁਸ਼ਕਿਲ ਬਣ ਗਿਆ ਸੀ। ਅਲਜਬਰਾ ਪੜ੍ਹਦਿਆਂ ਉਹਦੀਆਂ ਅੱਖਾਂ ਅੱਗੇ ਧੁੰਦ ਜਿਹੀ ਪਸਰ ਜਾਂਦੀ ਸੀ। ਹਿੰਸੇ ਘਬਰਾਹਟ ਵਿੱਚ ਇੱਧਰ ਉੱਧਰ ਹੁੰਦੇ ਵਿਖਾਈ ਦਿੰਦੇ ਸਨ। ਉਹ ਤੋਂ ਬਚਣ ਦਾ ਉਹਨੇ ਹਰ ਉਪਰਾਲਾ ਕੀਤਾ। ਅਲਜਬਰਾ ਨਾ ਆਉਣ ਕਾਰਨ ਨਾ ਉਹ ਡਾਕਟਰ ਬਣ ਸਕਿਆ, ਨਾ ਹੀ ਇੰਜੀਨੀਅਰ। ਉਹਨੂੰ ਜ਼ਿੰਦਗੀ ਦੇ ਸਾਰੇ ਦਰਵਾਜ਼ੇ ਬੰਦ ਨਜ਼ਰ ਆਉਂਦੇ ਸਨ। ਚੰਗੇ ਜ਼ਮਾਨੇ ਸਨ, ਉਦੋਂ ਅਲਜਬਰੇ ਦੀ ਸਮਝ ਤੋਂ ਬਿਨਾਂ ਵੀ ਰੁਜ਼ਗਾਰ ਮਿਲ ਜਾਂਦਾ ਸੀ। ਉਹਨੂੰ ਵੀ ਗੁਜ਼ਾਰੇ ਜੋਗਾ ਰੁਜ਼ਗਾਰ ਮਿਲ ਗਿਆ ਸੀ। ਅਲਜਬਰੇ ਦਾ ਡਰ ਉਸ ਅੰਦਰ ਪੀੜਾ ਡਾ ਕੇ ਬਹਿ ਗਿਆ ਸੀ। ਇੱਕ ਦਿਨ ਉਹਨੇ ਵੇਖਿਆ 6ਵੀਂ 'ਚ ਪੜ੍ਹਦਾ ਉਹਦਾ ਬੇਟਾ ਅਲਜਬਰੇ ਦੀ ਕਿਤਾਬ ਪੜ੍ਹ ਰਿਹਾ ਸੀ। ਉਹਨੂੰ ਲੱਗਿਆ ਕਿ ਇਤਿਹਾਸ ਦੁਹਰਾਇਆ ਜਾਏਗਾ, ਉਸ ਵਾਂਗ ਪੁੱਤਰ ਵੀ ਫਾਡੀ ਸਿੱਧ ਹੋਏਗਾ। ਪੁੱਤਰ ਕੋਲ ਅਲਜਬਰੇ ਦੀ ਕਿਤਾਬ ਵੇਖ ਕੇ ਉਹ ਝੰਜੋੜਿਆ ਗਿਆ। ਆਪਣੇ ਬੇਟੇ ਦੇ ਚਿਹਰੇ ਦੇ ਹਾਵ ਭਾਵ ਉਹ ਬੜੇ ਧਿਆਨ ਨਾਲ ਵੇਖ ਰਿਹਾ ਸੀ। ਲੱਗ ਰਿਹਾ ਸੀ ਜੋ ਪਿਤਾ ਦੀ ਹਾਲਤ ਹੋਈ ਸੀ ਉਹੀ ਹੁਣ ਪੁੱਤਰ ਦੀ ਹੋਏਗੀ। ਡਰਦਿਆਂ ਡਰਦਿਆਂ ਉਹਨੇ ਪੁੱਛਿਆ, ਅਲਜਬਰਾ ਬੜਾ ਔਖਾ ਲੱਗਦਾ ਹੋਏਗਾ? ਪੁੱਤਰ ਨੇ ਕਿਹਾ, ਨਹੀਂ, ਇਹ ਤਾਂ ਬੜਾ ਦਿਲਚਸਪ ਹੈ। ਉਹਨੂੰ ਲੱਗਿਆ ਪੁੱਤਰ ਝੂਠ ਬੋਲ ਰਿਹਾ ਸੀ। ਜਦੋਂ ਪਿਤਾ ਨੇ ਉਹਨੂੰ ਐਵੇਂ ਹੀ ਇੱਕ ਪ੍ਰਸ਼ਨ ਹੱਲ ਕਰਨ ਲਈ ਕਿਹਾ ਤਾਂ ਉਹਨੇ 3 ਲਾਈਨਾਂ ਲਿਖ ਕੇ ਸਹੀ ਜਵਾਬ ਬੋਲ ਦਿੱਤਾ, ਜਿਹੜਾ ਪਿਤਾ ਨੇ ਪੁਸਤਕ ਦੇ ਅੰਤ 'ਤੇ ਛਪੇ ਜਵਾਬ ਨਾਲ ਮਿਲਾਇਆ ਤੇ ਸਹੀ ਪਾਇਆ। ਨਾਲ ਹੀ ਪੁੱਤਰ ਨੇ ਕਿਹਾ, ਸਾਡੇ ਟੀਚਰ ਕਹਿੰਦੇ ਹਨ ਕਿ ਅਲਜਬਰਾ ਕੇਵਲ ਉੱਲੂਆਂ ਨੂੰ ਔਖਾ ਲੱਗਦਾ ਹੈ। ਇਹ ਅਪਮਾਨ ਪਿਤਾ ਨੇ ਖਿੜੇ ਮੱਥੇ ਸਵੀਕਾਰ ਕਰ ਲਿਆ ਸੀ, ਕਿਉਂਕਿ ਉਹਦੇ ਮਨ 'ਚ ਦਹਾਕਿਆਂ ਤੋਂ ਬੈਠਾ ਡਰ ਨਿਕਲ ਗਿਆ ਸੀ। ਮੇਰਾ ਮਿੱਤਰ ਆਪਣੇ ਪਿਤਾ ਦਾ ਲਾਇਕ ਪੁੱਤਰ ਸਾਬਤ ਨਹੀਂ ਸੀ ਹੋਇਆ, ਪਰ ਉਹਦੇ ਬੇਟੇ ਨੇ ਉਹਨੂੰ ਇੱਕ ਲਾਇਕ ਪੁੱਤਰ ਦਾ ਪਿਤਾ ਹੋਣ ਦਾ ਮਾਣ ਦਿੱਤਾ ਸੀ। ਨੈਕਸਟ, ਮੇਰੇ ਸਾਥੀ ਅਧਿਆਪਕ ਦੀਆਂ ਕਿਤਾਬਾਂ ਉਹਦੇ ਮੇਜ਼ ਤੋਂ ਗਾਇਬ ਹੋ ਗਈਆਂ ਸਨ। ਉਹ ਬੜਾ ਪਰੇਸ਼ਾਨ ਸੀ। ਅਗਲੇ ਦਿਨ ਸਵੇਰੇ ਉਹਦੀ ਕਲਾਸ ਸੀ। ਉਹਨੇ ਕਲਾਸ ਨੂੰ ਕਿਹਾ, ਮੇਰੇ ਮੇਜ਼ ਤੋਂ ਕਿਸੇ ਨੇ ਗਲਤੀ ਨਾਲ ਮੇਰੀਆਂ 3 ਕਿਤਾਬਾਂ ਚੁੱਕ ਲਈਆਂ ਹਨ। ਜੇ ਕਿਸੇ ਨੂੰ ਕਿਤਾਬਾਂ ਦੀ ਲੋੜ ਹੈ ਤਾਂ ਮੈਂ ਆਪਣੇ ਪੈਸਿਆਂ ਨਾਲ ਨਵੀਆਂ ਖਰੀਦ ਕੇ ਭੇਟ ਕਰਨ 'ਚ ਮਾਣ ਮਹਿਸੂਸ ਕਰਾਂਗਾ, ਪਰ ਇਸ ਨਿੱਕੀ ਜਿਹੀ ਹਰਕਤ ਕਾਰਨ ਅੱਗੋਂ ਤੁਹਾਡੇ 'ਤੇ ਭਰੋਸਾ ਨਾ ਕਰਨ ਦਾ ਖਿਆਲ ਮੈਨੂੰ ਸ਼ਰਮਸਾਰ ਕਰ ਰਿਹਾ ਹੈ ਅਤੇ ਇਸੇ ਸੰਤਾਪ ਕਾਰਨ ਮੈਂ ਰਾਤੀ ਸੌਂ ਨਹੀਂ ਸਕਿਆ। ਅਗਲੇ ਦਿਨ ਉਹਦੇ ਪਹੁੰਚਣ ਤੋਂ ਪਹਿਲਾਂ ਕਿਤਾਬਾਂ ਮੇਜ਼ 'ਤੇ ਪਈਆਂ ਸਨ ਅਤੇ ਇੱਕ ਚਿੱਟ ਲੱਗੀ ਹੋਈ ਸੀ, ਅੱਗੇ ਤੋਂ ਐਵੇਂ ਕਦੇ ਨਹੀਂ ਹੋਏਗਾ। ਜੇ ਤੁਸੀਂ ਇਸ ਘਟਨਾ ਨੂੰ ਭੁੱਲ ਸਕੋ, ਇਹ ਤੁਹਾਡਾ ਮੇਰੇ 'ਤੇ, ਸਾਡੇ ਸਾਰਿਆਂ 'ਤੇ ਉਪਕਾਰ ਅਤੇ ਅਹਿਸਾਨ ਹੋਏਗਾ। ਨੈਕਸਟ, ਤੈਰਾਕੀ ਸਿੱਖਣਾ ਬੜਾ ਵੱਡਾ ਤਜਰਬਾ ਹੁੰਦਾ ਹੈ। ਸਾਈਕਲ ਚਲਾਉਣਾ, ਸਿਲਾਈ ਦੀ ਮਸ਼ੀਨ ਚਲਾਉਣੀ, ਗੋਲ ਫੁਲਕਾ ਬਣਾਉਣਾ ਸਿੱਖਣਾ ਵੀ ਵੱਡੇ ਤਜਰਬੇ ਹਨ। ਗਲਤੀਆਂ ਹੋ ਜਾਂਦੀਆਂ ਹਨ। ਗਲਤੀਆਂ ਤੋਂ ਬਚਦਿਆਂ ਹੋਰ ਗਲਤੀਆਂ ਹੋ ਜਾਂਦੀਆਂ ਹਨ ਅਤੇ ਹੋ ਹੀ ਜਾਂਦੀਆਂ ਹਨ। ਜਦੋਂ ਬਹੁਤ ਗਲਤੀਆਂ ਹੋ ਜਾਣ ਅਤੇ ਹੋ ਹੀ ਜਾਣ ਤਾਂ ਅਸੀਂ ਤੈਰਾਕੀ ਸਿੱਖਣ ਜਾਂ ਸਾਈਕਲ ਚਲਾਉਣੀ ਸਿੱਖਣ ਦਾ ਵਿਚਾਰ ਤਿਆਗਣ ਬਾਰੇ ਸੋਚਣ ਲੱਗ ਪੈਂਦੇ ਹਾਂ। ਇਹ ਬੜਾ ਮਹੱਤਵਪੂਰਨ ਪੜਾਅ ਹੁੰਦਾ। ਜਦੋਂ ਸਾਰੀਆਂ ਗਲਤੀਆਂ ਹੋ ਚੁੱਕੀਆਂ ਹੁੰਦੀਆਂ ਤਾਂ ਅਸੀਂ ਤੈਰਨ ਲੱਗ ਪੈਂਦੇ ਹਾਂ। ਸਾਈਕਲ ਚਲਾਉਣੀ ਆ ਜਾਂਦੀ ਹੈ, ਸਿਲਾਈ ਸਿੱਧੀ ਹੋਣ ਲੱਗ ਪੈਂਦੀ ਹੈ, ਅਸੀਂ ਹੱਥ ਛੱਡ ਕੇ ਸਾਈਕਲ ਚਲਾਉਣ ਲੱਗ ਪੈਂਦੇ ਹਾਂ। ਗੱਲਾਂ ਕਰਨ ਦੇ ਬਾਵਜੂਦ ਫੁਲਕਾ ਗੋਲ ਹੋਣ ਲੱਗ ਪੈਂਦਾ ਹੈ, ਸਿਲਾਈ ਦੀ ਮਸ਼ੀਨ ਦੌੜਨ ਲੱਗ ਪੈਂਦੀ ਹੈ। ਤੈਰਾਕੀ ਦੇ ਮੁਕਾਬਲੇ 'ਚ ਹੋਰਾਂ ਨੂੰ ਅਸੀਂ ਪਛਾੜ ਦਿੰਦੇ ਹਾਂ। ਜ਼ਿੰਦਗੀ 'ਚ ਇਵੇਂ ਹੀ ਵਾਪਰਦਾ ਹੈ। ਗਲਤੀਆਂ ਦੇ ਅਖੀਰ 'ਤੇ ਸਫਲਤਾ ਮੁਸਕਰਾ ਰਹੀ ਹੁੰਦੀ ਹੈ। ਇਹਨਾਂ ਗਲਤੀਆਂ ਦੇ ਪਾਰ ਜ਼ਿੰਦਗੀ ਦੀ ਮਾਲ ਰੋਡ ਹੁੰਦੀ ਹੈ। ਨੈਕਸਟ, ਪੈਸੇ ਨਾਲ ਮਕਾਨ ਉਸਾਰਿਆ ਖਰੀਦਿਆ ਜਾ ਸਕਦਾ ਹੈ, ਪਰ ਘਰ ਨਹੀਂ। ਮਹਿੰਗੀ ਘੜੀ ਖਰੀਦੀ ਜਾ ਸਕਦੀ ਹੈ, ਕੀਮਤੀ ਵਕਤ ਨਹੀਂ। ਇਸ ਨਾਲ ਉੱਚਾ ਅਹੁਦਾ ਪ੍ਰਾਪਤ ਕੀਤਾ ਜਾ ਸਕਦਾ ਹੈ, ਸਤਿਕਾਰ ਨਹੀਂ। ਇਸ ਨਾਲ ਦਵਾਈਆਂ ਖਰੀਦੀਆਂ ਜਾ ਸਕਦੀਆਂ, ਸਿਹਤ ਨਹੀਂ। ਇਸ ਨਾਲ ਕਿਤਾਬਾਂ ਮਿਲ ਜਾਣਗੀਆਂ, ਗਿਆਨ ਨਹੀਂ। ਇਸ ਨਾਲ ਗੱਦੇ ਖਰੀਦੇ ਜਾ ਸਕਦੇ ਹੈ, ਨੀਂਦਰ ਨਹੀਂ। ਇਸ ਨਾਲ ਖੂਨ ਖਰੀਦਿਆ ਜਾ ਸਕਦਾ ਹੈ, ਜ਼ਿੰਦਗੀ ਨਹੀਂ। ਇਸ ਨਾਲ ਹੁਸਨ ਖਰੀਦਿਆ ਜਾ ਸਕਦਾ ਹੈ, ਵਫਾ ਨਹੀਂ। ਜਿਹੜੀਆਂ ਚੀਜ਼ਾਂ ਮਨੁੱਖ ਨੂੰ ਤਸੱਲੀ, ਖੁਸ਼ੀ ਅਤੇ ਆਨੰਦ ਦਿੰਦੀਆਂ ਹਨ, ਉਹ ਕਿਧਰੇ ਵਿਕਦੀਆਂ ਨਹੀਂ, ਕਿਉਂਕਿ ਇਹ ਕਿਧਰੇ ਵਿਕਦੀਆਂ ਨਹੀਂ, ਇਸ ਲਈ ਇਹ ਖਰੀਦੀਆਂ ਵੀ ਨਹੀਂ ਜਾ ਸਕਦੀਆਂ। ਧੰਨਵਾਦ।